ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਤਰਕ ਦਲੀਲ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਪਿਆਰੇ ਦਰਸ਼ਕੋ। ਤਰਕ ਦਲੀਲ ਪ੍ਰੋਗਰਾਮ ਤੁਸੀਂ ਹਮੇਸ਼ਾ ਲਗਾਤਾਰ ਦੇਖਦੇ ਜੇ ਔਰ ਸਾਨੂੰ ਇਸ ਗੱਲ ਦਾ ਬਹੁਤ ਮਾਣ ਵੀ ਹੈ ਔਰ ਤੁਹਾਡੇ 'ਤੇ ਸਤਿਕਾਰ ਵੀ ਹੈ। ਔਰ ਤੁਸੀਂ ਜੋ ਦੂਰ ਦਰਾਡੇ ਬੈਠੇ ਜੇ, ਬਾਹਰਲੇ ਦੇਸ਼ਾਂ 'ਚ ਬੈਠੇ ਜੇ ਔਰ ਪੰਜਾਬ ਤੋਂ ਬਹੁਤ ਦੂਰ ਬੈਠੇ ਜੇ, 7 ਸਮੁੰਦਰੋਂ ਪਾਰ ਬੈਠੇ ਜੇ, ਪਰ ਪੰਜਾਬ ਲਈ ਫਿਰ ਵੀ ਤੁਹਾਡਾ ਵਿਸ਼ੇਸ਼ ਧਿਆਨ ਕੇਂਦਰਿਤ ਹੈ ਕਿਉਂਕਿ ਪੰਜਾਬ ਵਿੱਚ ਨਵੀਂ ਸਰਕਾਰ ਬਣੀ ਆ ਔਰ ਨਵੀਆਂ ਆਸਾਂ ਉਮੀਦਾਂ ਵੀ ਨੇ ਔਰ ਪੰਜਾਬ ਦੇ ਲੋਕ ਤੁਹਾਡੇ ਨਾਲ ਲਗਾਤਾਰ ਬੜੀ ਸਹਿਮਤੀ ਨਾਲ ਚੱਲਦੇ ਆ। ਪਰ ਖਾਸ ਤੌਰ 'ਤੇ ਇਹ ਸਾਡਾ ਜਿਹੜਾ ਪੰਜਾਬ ਮੇਲ USA TV ਚੈਨਲ ਹੈ, ਇਹ ਤੁਹਾਡੇ ਸਾਰੇ ਜਿਹੜੇ ਪੰਜਾਬ ਤੋਂ ਗਏ ਪ੍ਰਵਾਸੀ ਭਾਰਤੀ ਨੇ ਉਹਨਾਂ ਦਾ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਰੇ ਪੰਜਾਬ ਦੀ ਜਿਹੜੀ ਇਸ ਵੇਲੇ ਇੱਕ ਬਣੇ ਆ ਨਕਸ਼ਾ ਬਣਿਆ ਜਿਹਦੇ 'ਚ ਪੰਜਾਬ ਦੀਆਂ ਪੁਰਾਣੀਆਂ ਰੀਤੀ ਰਿਵਾਜਾਂ ਮੁਤਾਬਕ ਵੀ ਹੈ ਅਤੇ ਪੰਜਾਬ ਦੇ ਬਾਕੀ ਜਿਹੜੇ ਮਸਲੇ ਆ ਉਹ ਅਸੀਂ ਇਸ ਪ੍ਰੋਗਰਾਮ ਦੇ ਤਹਿਤ ਲਿਆਉਂਦੇ ਹਾਂ। ਔਰ ਅਸੀਂ ਅੱਜ ਗੱਲ ਕਰਾਂਗੇ, ਜਿਹੜੀ ਗੱਲ ਸ਼ੁਰੂ ਕਰਨਗੇ ਸਾਡੇ ਨਾਲ ਖੰਨਾ ਜੀ ਬੈਠੇ ਨੇ। ਸੰਜੀਵ ਖੰਨਾ ਜੀ, ਅੱਜ ਦੱਸੋ ਕਿ ਅਸੀਂ ਕਿਸ ਮਸਲੇ 'ਤੇ ਇਹਨਾਂ ਨਾਲ ਗੱਲ ਕਰਾਂਗੇ। ਸਾਡੇ ਸਾਰੇ ਪ੍ਰਵਾਸੀ ਭਾਰਤੀ ਉਸ ਇੰਤਜ਼ਾਰ ਵਿੱਚ ਬੈਠੇ ਨੇ। ਸਭ ਤੋਂ ਪਹਿਲਾ ਮਸਲਾ ਤਾਂ ਇਹੀ ਹੈ ਜੋ ਮਾਨ ਸਾਹਿਬ ਨੇ ਇਲੈਕਸ਼ਨਸ ਤੋਂ ਪਹਿਲਾਂ ਕਿਹਾ ਸੀਗਾ ਕਿ 300 ਯੂਨਿਟ ਬਿਜਲੀ ਦੇ ਮੁਆਫ ਕੀਤੇ ਜਾਣਗੇ। ਹਾਲਾਂਕਿ ਉਦੋਂ ਇਹਨਾਂ ਨੂੰ ਪਤਾ ਸੀਗਾ ਕਿ ਕੋਰਟ ਦੇ ਵਿੱਚ ਕੇਸ ਪੈਂਡਿੰਗ ਹੈ, ਸਮਾਰਟ ਕੇਸਿਸ ਨੂੰ ਲੈ ਕੇ ਕੇਸ ਚੱਲ ਰਿਹਾ ਹੈ। ਹੋ ਸਕਦਾ ਫੈਸਲਾ ਸਮਾਰਟ ਮੀਟਰਸ ਦੇ ਹੱਕ ਵਿੱਚ ਜਾਵੇ ਕਿ ਸਮਾਰਟ ਮੀਟਰ ਲਗਾਏ ਜਾਣਗੇ, ਪ੍ਰੀ ਚਾਰਜ ਕੀਤਾ ਜਾਏਗਾ ਮੀਟਰ ਨੂੰ ਤੇ ਜਿੰਨਾ ਚਾਰਜ ਕਰੋਗੇ ਉਨੀ ਬਿਜਲੀ ਮਿਲੇਗੀ। ਉਸ ਕੰਡੀਸ਼ਨ ਦੇ ਵਿੱਚ 300 ਯੂਨਿਟ ਦਾ ਹਿਸਾਬ ਕਿਤਾਬ ਕਿਵੇਂ ਕਰਨਾ ਹੈ, ਪਰ ਲੋਕਾਂ ਨੇ ਇਸ ਚੀਜ਼ ਨੂੰ ਚੁੱਕਿਆ ਹੈ ਔਰ ਕਈ ਥਾਵਾਂ ਦੇ ਉੱਤੇ ਜਿੱਥੇ ਸਮਾਰਟ ਮੀਟਰ ਲਗਾਉਣ ਵਾਸਤੇ ਗਏ ਨੇ ਕਰਮਚਾਰੀ, ਤਾਂ ਪਿੰਡ ਦੇ ਲੋਕਾਂ ਨੇ ਵਿਰੋਧ ਕੀਤਾ, ਸਮਾਰਟ ਮੀਟਰ ਨਹੀਂ ਲਗਾਉਣ ਦਿੱਤੇ ਗਏ। ਹੁਣ ਮਸਲਾ ਇੱਥੇ ਆ ਕੇ ਫਸਿਆ ਹੋਇਆ ਹੈ ਕਿ ਜੇ ਸਮਾਰਟ ਮੀਟਰ ਲੱਗ ਜਾਂਦੇ ਨੇ ਤਾਂ 300 ਯੂਨਿਟ ਦਾ ਕੀ ਬਣੇਗਾ। ਪਰ ਕੇਂਦਰ ਸਰਕਾਰ ਨੇ ਆਰਡਰਸ ਦੇ ਦਿੱਤੇ ਨੇ ਕਿ ਸਮਾਰਟ ਮੀਟਰ ਫੌਰਨ ਲਗਾਏ ਜਾਣ ਪੰਜਾਬ ਦੇ ਵਿੱਚ। ਸੰਜੀਵ ਖੰਨਾ ਜੀ, ਬਹੁਤ ਵਧੀਆ ਗੱਲ ਹੈ ਤੁਸੀਂ ਕੀਤੀ ਹੈ। ਇਹ ਗੱਲ ਹੈ ਕਿ ਤੁਸੀਂ ਸਾਡੇ ਦਰਸ਼ਕਾਂ ਦੀ ਨਬਜ਼ ਟਟੋਲ ਲਈ ਹੈ, ਲੱਭ ਲਈ ਹੈ, ਕਿਉਂਕਿ ਇਸ ਵੇਲੇ ਲੋਕਾਂ ਦੇ ਮਨ ਵਿੱਚ ਖਾਸ ਤੌਰ 'ਤੇ ਇਹੀ ਮਸਲਾ ਉੱਭਰ ਕੇ ਆ ਰਿਹਾ ਸੀਗਾ ਕਿ ਜਿਹੜੀ ਇਹਨਾਂ ਨੇ ਵਾਅਦੇ ਕੀਤੇ ਨੇ, ਜਿਹੜਾ ਇਹਨਾਂ ਦਾ ਮੈਨੀਫੈਸਟੋ ਉਹਦੇ 'ਚ ਉੱਭਰ ਕੇ ਮਾਮਲਾ ਸਿਰਫ ਬਿਜਲੀ ਦਾ ਹੈਗਾ ਕਿ 300 ਯੂਨਿਟ ਬਿਜਲੀ ਦੇ ਜਿਹੜੇ ਆ ਉਹ ਕਦੋਂ ਮਾਫ ਹੋਣਗੇ, ਤਾਂ ਕਿ ਉਹਦੇ 'ਚ ਸਾਡੇ ਬਾਹਰਲੇ ਲੋਕ ਵੀ ਬੈਠੇ ਨੇ ਅਤੇ ਸਾਡੇ ਜਿਹੜੇ ਪੰਜਾਬ 'ਚ ਵੱਸਦੇ ਬਸ਼ਿੰਦੇ ਨੇ ਇਹ ਵੀ ਲੋਕ ਇਸੇ ਇੰਤਜ਼ਾਰ 'ਚ ਨੇ। ਉਹਨਾਂ ਇੰਤਜ਼ਾਰ ਦੀਆਂ ਘੜੀਆਂ ਨੂੰ ਇਹ ਵੇਖਦੇ ਨੇ ਕਿ ਕਦੋਂ ਤੱਕ ਇਹ ਗੱਲ ਅਨਾਊਂਸ ਹੁੰਦੀ ਹੈ। ਜਦੋਂ ਭਗਵੰਤ ਮਾਨ ਜੀ ਹੁਣ ਉੱਥੇ ਮਿਲ ਕੇ ਆਏ ਆ ਕੇਜਰੀਵਾਲ ਨੂੰ ਔਰ ਨਾਲ ਹੀ ਉਹਨਾਂ ਨੇ ਉੱਥੇ ਆਪਣੇ ਰਾਸ਼ਟਰਪਤੀ ਜੀ ਨੂੰ ਮਿਲੇ ਆ, ਰਾਸ਼ਟਰਪਤੀ ਨਾਇਡੂ ਜੀ ਨੂੰ ਮਿਲੇ ਆ ਔਰ ਉਹਨਾਂ ਨੇ ਇਹ ਕਿਹਾ ਮੀਟਿੰਗ ਤੋਂ ਬਾਅਦ ਕਿ ਪੰਜਾਬੀਆਂ ਨੂੰ ਇੱਕ ਅਸੀਂ ਬਹੁਤ ਵੱਡੀ ਖੁਸ਼ਖਬਰੀ ਦੇਵਾਂਗੇ। ਪਰ ਹੁਣ ਉਹ ਖੁਸ਼ਖਬਰੀ ਅਜੇ ਪਤਾ ਨਹੀਂ ਕਿਹੜੇ ਝੋਲੇ 'ਚ ਬੰਦ ਆ ਜੀ, ਕਿੱਥੇ ਕੀ ਉਹਨੂੰ ਉੱਥੇ ਕਿਸ ਤਰ੍ਹਾਂ ਦਾ ਉੱਥੇ ਉਹਨੂੰ ਜਿਹੜਾ ਗੰਢ ਦਿੱਤੀ ਪਈ ਹੈ। ਇਸੇ ਕਰਕੇ ਪੰਜਾਬ ਦੇ ਲੋਕ ਇਹ ਚਾਹੁੰਦੇ, ਸਭ ਤੋਂ ਵੱਡਾ ਮਸਲਾ ਤੁਸੀਂ ਕਿਹਾ ਕਿ ਬਿਜਲੀ ਦਾ ਔਰ 300 ਯੂਨਿਟ ਦਾ, ਜਿਹਦੇ 'ਚ ਪ੍ਰੀਪੇਡ ਮੀਟਰ ਲਾਉਣ ਦਾ ਵੀ ਆ। ਲੋਕਾਂ ਨੇ ਇਹਦਾ ਵਿਰੋਧ ਕੀਤਾ ਵੀ ਹੈ, ਜਿੱਥੇ ਪਿੰਡਾਂ 'ਚ ਲਾਉਣ ਗਏ ਆ ਲੋਕਾਂ ਨੇ ਭੰਨ ਤੋੜ ਵੀ ਕੀਤੀ ਹੈ, ਤਾਂ ਕਿ ਇਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਲੱਗੇ ਸੀ ਮੀਟਰ ਜਿਨ੍ਹਾਂ 'ਚ ਗਰਾਰੀ ਘੁੰਮਦੀ ਸੀ, ਉਹ ਬੜੇ ਤਰੀਕੇ ਨਾਲ ਚੱਲਦੇ ਸੀ, ਉਹਨਾਂ 'ਚ ਕੋਈ ਵੀ ਯੂਨਿਟ ਉੱਪਰ ਹੇਠਾਂ ਨਹੀਂ ਸੀ ਹੁੰਦੇ ਅਤੇ ਕਦੀ ਕੋਈ ਸ਼ਿਕਾਇਤ ਨਹੀਂ ਸੀ। ਜਦੋਂ ਤੇ ਬਾਅਦ 'ਚ ਇਲੈਕਟ੍ਰੋਨਿਕਸ ਡਿਜੀਟਲ ਮੀਟਰ ਆਏ, ਇਹਨਾਂ 'ਚ ਬੜੀਆਂ ਲੋਕਾਂ ਦੀਆਂ ਸ਼ਿਕਾਇਤਾਂ ਆਈਆਂ ਔਰ ਪੰਜਾਬ ਬਿਜਲੀ ਬੋਰਡ ਦੀਆਂ ਵੀ ਸ਼ਿਕਾਇਤਾਂ ਇਸੇ ਕਰਕੇ ਆਈਆਂ ਵੀ ਇਹ 'ਚ ਚੋਰੀ ਹੋ ਰਹੀ ਆ, ਮੀਟਰ ਅੱਗੇ ਪਿੱਛੇ ਰਿਵਰਸ ਫਾਰਵਰਡ ਕਰਦੇ ਆ। ਉਹਦੇ 'ਚੋਂ ਕਹਿੰਦੇ ਕਿ ਉਹਦੇ 'ਚ ਫਿਰ ਇਹਨਾਂ ਨੇ ਲੈਬ 'ਚ ਲੈ ਕੇ ਗਏ ਬਹੁਤ ਮੀਟਰ, ਕਈਆਂ ਨੂੰ ਹਰਜਾਨੇ ਪਾਏ, ਪਰ ਉਹ ਲੋਕ ਚੱਲ ਗਏ, ਕਈਆਂ ਦੇ ਕਨੈਕਸ਼ਨ ਵੀ ਕੱਟ ਦਿੱਤੇ ਗਏ। ਫਿਰ ਜਦੋਂ ਕਾਂਗਰਸ ਆਈ, ਜਿਹਦੇ ਵਿੱਚ ਚਰਨਜੀਤ ਚੰਨੀ ਜੀ ਆਏ, ਉਹਨਾਂ ਨੇ ਜਿਹੜੇ ਕਨੈਕਸ਼ਨ ਡਿਸਕਨੈਕਟ ਕੀਤੇ ਸੀ ਉਹਨਾਂ ਨੇ ਬਹਾਲ ਕਰ ਦਿੱਤੇ ਜੀ। ਫਿਰ ਪੈਂਡਿੰਗ ਬਿੱਲ ਵੀ ਮਾਫ ਕਰ ਦਿੱਤੇ ਲੋਕਾਂ ਦੇ, ਜਿਹੜੇ ਵਿਚਾਰੇ ਲੋੜਵੰਦ ਸੀ। ਪਰ ਲੋਕ ਉਸ ਥੋੜ੍ਹੇ ਜਿਹੇ ਸਮੇਂ 'ਚ ਤਾਂ ਖੁਸ਼ ਹੋਏ। ਬਿਜਲੀ ਤਾਂ ਕਿਉਂਕਿ ਰੋਜ਼ਾਨਾ ਵਰਤੋਂ ਦਾ ਮਸਲਾ ਵਾ, ਬਿਜਲੀ ਤੋਂ ਬਗੈਰ ਅਤੇ ਪਾਣੀ ਤੋਂ ਬਗੈਰ ਰੋਜ਼ਮਰ੍ਹਾ ਦੀ ਜ਼ਿੰਦਗੀ 'ਚ ਦਿਨ ਕੱਟਣੇ ਬੜੇ ਔਖੇ ਆ। ਪਰ ਹੁਣ ਵੇਖੋ ਗਰਮੀ ਆ ਗਈ ਹੈ, ਅੰਤਾਂ ਦੀ ਗਰਮੀ 'ਚ ਵੀ ਲੋਕ ਚਾਹੁੰਦੇ ਨੇ ਕਿ ਪੱਖੇ ਵੀ ਚੱਲਣ, AC ਵੀ ਚਲਾ ਰਹੇ ਲੋਕ, AC ਵੀ ਮੁੱਲ ਲੈ ਰਹੇ ਨਵੇਂ ਕਿਉਂਕਿ ਪਹਿਲਾਂ ਵਰਗੇ ਲੋਕ ਇੰਨੇ ਸੋਲਿਡ ਔਰ ਇੰਨੇ ਜਿਹੜੇ ਨਰੋਏ ਨਹੀਂ ਗੇ ਕਿ ਇੰਨੀ ਜਿਹੜੀ ਆ ਨਾ ਗਰਮੀ ਨੂੰ ਝੱਲ ਸਕਣ। ਬਾਕੀ ਇਹ ਵੀ ਹੈ ਕਿ ਦਿਖਾਵਾ ਜ਼ਿਆਦਾ ਹੋ ਗਿਆ। ਤੁਹਾਡੇ ਘਰ AC ਹੈ ਤੇ ਮੇਰੇ ਘਰ AC ਕਿਉਂ ਨਹੀਂ ਹੈ, ਕਿਉਂਕਿ ਉਹ ਗੱਲ ਤਾਂ ਉਹੀ ਹੈ ਨਾ ਕਿ ਮੁਕਾਬਲੇਬਾਜ਼ੀ ਸਾਡੇ ਜ਼ਿਹਨ 'ਚ ਹੈ। ਤੇਰੀ ਸਾੜੀ ਮੇਰੀ ਸਾੜੀ ਸੇ ਸਫੇਦ ਕੈਸੇ, ਪਰ ਇਹ ਵੀ ਗੱਲ ਹੈ ਸਾਰਾ ਬੇਸ ਹੈ ਜਿਹਦੇ ਉੱਤੇ ਸਾਰੀ ਮਾਰਕੀਟ ਘੁੰਮਦੀ ਹੈ ਤੇ ਇਸ ਨੂੰ ਲੈ ਕੇ ਚੱਲ ਰਹੇ ਨੇ। ਨਾਲ ਬਰਕਾਰ ਸਰ ਇਹ ਵੀ ਨਾਲ ਹੋ ਰਿਹਾ ਕਿ ਜਿੱਦਾਂ ਅਸੀਂ ਕਹਿ ਰਹੇ ਹਾਂ ਕਿ ਮੀਟਰਸ ਨੂੰ ਲੈ ਕੇ 300 ਯੂਨਿਟ ਨੂੰ ਲੈ ਕੇ ਹੋ ਰਿਹਾ, ਨਾਲ ਦੀ ਨਾਲ ਇਹ ਵੀ ਗੱਲ ਹੋ ਰਹੀ ਹੈ ਕਿ ਜੋ ਬਿਜਲੀ ਦੇ ਕੱਟ ਨੇ ਉਹ ਵੱਧ ਰਹੇ ਨੇ। ਸਾਡੇ ਕੋਲ ਇੰਨੀ ਬਿਜਲੀ ਹੈ ਨਹੀਂ
ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਮਈ ਜੂਨ ਦਾ ਮਹੀਨਾ ਆਉਣਾ ਹੈ, ਅੱਤਾਂ ਦੀ ਗਰਮੀ ਪੈਣੀ ਆ, ਉਸ ਵੇਲੇ ਕੀ ਕਰਾਂਗੇ, ਬਿਜਲੀ ਦੇ ਕੱਟ ਨੂੰ ਕਿਵੇਂ ਸਾਂਭਾਂਗੇ, ਪਾਣੀ ਦੀ ਕਿੱਲਤ ਕਿਵੇਂ ਸਾਂਭਾਂਗੇ, ਨਾਲ ਜਿਹੜੇ 300 ਯੂਨਿਟ ਨੇ ਉਹ ਤਾਂ ਹੈ ਹੀ ਕਿ ਲੋਕਾਂ ਦੀ ਜੇਬ ਦੇ ਉੱਤੇ ਬੋਝ ਪੈ ਰਿਹਾ। ਸੋ ਇਹ ਸਾਰੇ ਮਸਲੇ ਪਹਿਲਾਂ ਮੈਨੀਫੈਸਟੋ ਦੇ ਵਿੱਚ ਤੁਸੀਂ ਇਹ ਗੱਲ ਕਹੀ। ਹੁਣ ਮੈਨੀਫੈਸਟੋ ਉਦੋਂ ਤੱਕ ਨਹੀਂ ਆਇਆ ਜਦੋਂ ਤੱਕ ਇਲੈਕਸ਼ਨਸ ਨੇੜੇ ਨਹੀਂ ਆ ਗਈਆਂ, ਜਦਕਿ ਮੈਨੀਫੈਸਟੋ ਅਸੂਲਨ ਉਦੋਂ ਆਉਣਾ ਚਾਹੀਦਾ ਜਦੋਂ ਤੁਸੀਂ ਕੈਂਡੀਡੇਟਸ ਅਨਾਉਂਸ ਕਰ ਰਹੇ ਹੋ ਕਿ ਸਾਨੂੰ ਪਤਾ ਤਾਂ ਲੱਗੇ ਕਿ ਤੁਸੀਂ ਕੀ ਲੈ ਕੇ ਅੱਗੇ ਆ ਰਹੇ ਹੋ। ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਜਦੋਂ 2-3 ਦਿਨ ਰਹਿ ਜਾਂਦੇ ਨੇ ਇਲੈਕਸ਼ਨਸ ਹੋਣ ਦੇ ਵਿੱਚ, ਵੋਟਿੰਗ ਦੇ ਵਿੱਚ, ਉਦੋਂ ਤੁਸੀਂ ਮੈਨੀਫੈਸਟੋ ਰਿਲੀਜ਼ ਕਰਦੇ ਹੋ। ਇਹ ਵੀ ਵੋਟਰਸ ਦੇ ਨਾਲ ਧੋਖਾ ਹੈ, ਛੁਪਾ ਕੇ ਰੱਖਣ ਵਾਲੀ ਗੱਲ ਹੈ। ਪਹਿਲਾਂ ਸਭ ਕੁਝ ਕਲੀਅਰ ਕਰੋ। ਸਭ ਪਾਰਟੀ ਨੂੰ ਅਸੂਲਨ ਕਾਨੂੰਨਨ ਇਹ ਚੀਜ਼ ਪਹਿਲਾਂ ਕੋਸ਼ਿਸ਼ ਕਰਨੀ ਚਾਹੀਦੀ ਹੈ। ਔਰ ਕਈ ਥਾਂ 'ਤੇ ਤਾਂ ਇਹ ਵੀ ਮਸਲਾ ਉੱਠਿਆ ਕਿ ਜਿਹੜਾ ਮੈਨੀਫੈਸਟੋ ਹੈ ਉਹਨੂੰ ਇੱਕ ਲੀਗਲ ਡਾਕੂਮੈਂਟ ਬਣਾਇਆ ਜਾਵੇ ਕਿ ਤੁਸੀਂ ਇਹ ਵਾਅਦੇ ਕੀਤੇ ਨੇ, ਜੇ ਇਹ ਵਾਅਦੇ ਤੁਸੀਂ ਪੂਰੇ ਨਹੀਂ ਕਰਦੇ ਤਾਂ ਤੁਹਾਨੂੰ ਕੋਰਟ ਦੇ ਅੰਦਰ ਚੈਲੰਜ ਕੀਤਾ ਜਾਵੇਗਾ। ਇਹ ਵੀ ਗੱਲ ਉੱਠੀ, ਪਰ ਇਹ ਬਹੁਤ ਵਧੀਆ ਹੋ ਜਾਵੇ ਜੇ ਇਸ ਤਰ੍ਹਾਂ ਹੋਵੇ, ਕਿਉਂਕਿ ਇਹਨਾਂ ਨੂੰ ਕੋਈ ਪੁੱਛਣ ਵਾਲਾ ਤਾਂ ਹੋਵੇ, ਕੋਈ ਇਹਨਾਂ ਦੀ ਜਵਾਬਦੇਹੀ ਤਾਂ ਹੋਵੇ। ਇਹ ਤਾਂ ਕੋਈ ਵੀ ਵਾਅਦਾ ਕਰ ਦਿੰਦੇ ਨੇ, ਉਸ ਤੋਂ ਬਾਅਦ ਕਹਿੰਦੇ ਨੇ ਬਹਾਨੇ ਲਗਾ ਕੇ ਕਿ ਇਹ ਨਹੀਂ ਹੋ ਸਕਦਾ ਤੇ ਇਹ ਨਹੀਂ ਹੋ ਸਕਦਾ, ਪਹਿਲਾਂ ਕਿਉਂ ਵਾਅਦਾ ਕੀਤਾ। ਸੋ ਇਹ ਬਹੁਤ ਭਖਦਾ ਮਸਲਾ ਹੈ 300 ਯੂਨਿਟ ਬਿਜਲੀ ਦੇ, ਤੇ ਨਾਲ ਜੋ ਲੋਕਾਂ ਦੀ ਹਾਲਤ ਹੋਣੀ ਹੈ ਹੁਣ ਗਰਮੀ ਦੇ ਵਿੱਚ, ਜੇ ਪਾਵਰ ਕੱਟਸ ਲੱਗਦੇ ਨੇ ਕਿਉਂਕਿ ਸੈਂਟਰਲ ਪੂਲ ਵਿੱਚੋਂ ਵੀ ਸਾਨੂੰ ਬਿਜਲੀ ਨਹੀਂ ਮਿਲ ਰਹੀ, ਬਾਕੀ ਸਟੇਟਸ ਤੋਂ ਵੀ ਅਸੀਂ ਹਜੇ ਨਹੀਂ ਖਰੀਦੀ ਜਿੱਥੋਂ ਖਰੀਦ ਸਕਦੇ ਹਾਂ, ਤਾਂ ਇਹ ਸਾਰੀਆਂ ਸਮੱਸਿਆਵਾਂ ਪੰਜਾਬ ਵਾਸੀਆਂ ਨੂੰ ਝੇਲਣੀਆਂ ਪੈਣੀਆਂ ਨੇ। ਗੱਲ ਇਹ ਵੀ ਹੈ ਕਿ ਜਦੋਂ ਸਰਕਾਰ ਅਜੇ ਆਈ ਹੈ, ਜੇ ਤਾਂ ਬਿਲਕੁਲ ਗੋੜੇ 'ਚੋਂ ਪੂਣੀਆਂ ਦੋ ਕੀ ਕੱਤੀਆਂ, ਔਰ ਹੁਣੇ ਆਈ ਸਰਕਾਰ, ਪਰ ਇਹਦੇ ਵਿੱਚ ਤਵੱਕੋਂ ਜ਼ਿਆਦਾ ਵੱਧ ਗਈਆਂ। ਆਪਾਂ ਜਿਹੜੇ ਲੋਕ ਬੈਠੇ ਨੇ ਘਰਾਂ 'ਚ ਬੈਠੇ ਨੇ ਜਾਂ ਵਿਰੋਧੀ ਪਾਰਟੀਆਂ ਬੈਠੀਆਂ ਨੇ, ਇੱਕਦਮ ਉਹ ਇਸ ਤਰ੍ਹਾਂ ਦਾ ਮਸਲਾ ਖੜਾ ਕਰ ਦਿੰਦੀਆਂ ਕਿ ਇਹ ਮਸਲਾ ਜਿਹੜਾ ਜੀ ਇਹ ਪੈਂਡਿੰਗ ਹੋ ਗਿਆ, ਹੁਣ ਇਹ ਅਗਲੇ ਪਾਸੇ ਨਹੀਂ ਆਉਣਾ, ਨੇਪਰੇ ਨਹੀਂ ਗੱਲ ਚੜੀ, ਕਿਉਂਕਿ ਅਜੇ 15-16 ਦਿਨਾਂ ਵਿੱਚ ਇੰਨਾ ਕੋਈ ਜਾਦੂ ਦੀ ਛੜੀ ਤੇ ਹੈ ਨਹੀਂ ਕਿ ਸਾਰਿਆਂ ਨੂੰ ਡੰਡਾ ਲਾ ਕੇ ਪੂਰਾ ਕਰ ਦੂਗਾ। ਜੀ ਜੀ। ਰਹੀ ਗੱਲ, ਦੇਖੋ ਉਹਨਾਂ ਨੇ ਸਭ ਤੋਂ ਗੱਲ ਬਜਟ ਨੂੰ ਇਜ਼ਾਫਾ ਕਰ ਲਈ, ਉਹਨਾਂ ਨੇ ਇੱਕ MLA, ਇੱਕ ਵਿਧਾਇਕ ਤੇ ਇੱਕ ਪੈਨਸ਼ਨ ਦਾ ਜਿਹੜਾ ਮਸਲਾ ਪੂਰਾ ਕਰ ਦਿੱਤਾ, ਉਹਨਾਂ ਨੇ ਅਨਾਉਂਸ ਕਰ ਦਿੱਤਾ। ਦੂਜੀ ਦੇਖੋ ਬੱਚਿਆਂ ਦੀ ਸਕੂਲੀ ਪੜ੍ਹਾਈ ਦਾ ਕੰਮ ਜਿਹੜਾ ਸੀ ਉਹਦੇ 'ਚ ਜੋ ਮਾਫੀਆ ਚੱਲ ਰਿਹਾ ਸੀਗਾ ਉਹਨੂੰ ਉਹਨਾਂ ਨੇ ਕੰਟਰੋਲ ਕਰਨ ਲਈ ਉਹਨੂੰ ਨੱਥ ਪਾਈ ਹੈ। ਯੂਨੀਫਾਰਮ ਦੀ, ਕਿਤਾਬਾਂ ਦੀ, ਉਹਨਾਂ ਦੀ ਫੀਸਾਂ ਦੀ, ਉਹਨਾਂ ਦੀ ਸਾਰੀਆਂ ਚੀਜ਼ਾਂ ਵੱਲ ਧਿਆਨ ਦਿੱਤਾ। ਇਸੇ ਤਰ੍ਹਾਂ ਕਈ ਚੀਜ਼ਾਂ ਜਿਹੜੀਆਂ ਰੇਤ ਮਾਫੀਆ 'ਤੇ ਵੀ ਉਹਨਾਂ ਨੇ ਗੱਲ ਕੀਤੀ ਆ। ਗਾਹੇ ਬਗਾਏ ਹੁਣ ਜੇ ਇਹ ਜਿਹੜਾ ਹੁਣ ਆਪਣਾ ਪੂਰਾ ਘੜਾ ਸਮੱਸਿਆਵਾਂ ਨਾਲ ਭਰਿਆ ਆ, ਇਹਦੇ 'ਚ ਹੁਣ ਪਰਚੀ ਤੇ ਪਰਚੀ ਹੈ ਜਿੱਦਾਂ ਹੈ ਨਾ, ਉਹ ਇੱਕ ਮੁੱਕੀ ਚੋਖਲਾ ਦੂਜੀ ਨੂੰ ਤਿਆਰ ਵਾਲੀ ਗੱਲ ਹੈ। ਇਹਨਾਂ ਮਸਲੇ ਹੈਗੇ ਆ, ਪਰ ਹੁਣ ਆਸਤੇ-ਆਸਤੇ ਕੰਮ ਹੋ ਰਿਹਾ। ਜੇ ਵਿਰੋਧੀ ਪਾਰਟੀਆਂ ਦੀ ਆਪਾਂ ਗੱਲ ਕਰਦੇ ਹਾਂ ਤਾਂ ਵਿਰੋਧੀ ਪਾਰਟੀਆਂ ਹੁਣ ਸਾਰੀਆਂ 10-10 ਸਾਲ 15-15 ਸਾਲ ਤੇ ਰਹੇ ਆ, ਪਰ ਮਸਲੇ ਤਾਂ ਉੱਥੇ ਦੇ ਉੱਥੇ ਆ। ਜਿਹੜੇ ਮਸਲਿਆਂ ਨਾਲ 2-4 ਹੋ ਰਹੇ ਉਦੋਂ ਵੀ ਉਹੀ ਸੀਗੇ, ਹੁਣ ਵੀ ਉਹੀ ਮਸਲੇ ਹੈਗੇ। ਪੰਜਾਬ ਦੀਆਂ ਲੋੜਾਂ ਤਾਂ ਉਹੀ ਹੈਗੀਆਂ। ਹੁਣ ਜੇ ਕਣਕ ਦੀ ਰਹੀ, ਕਣਕ ਦੀ ਇਸ ਵੇਲੇ ਕਟਾਈ ਹੋ ਗਈ ਹੈ, ਕਣਕ ਆ ਰਹੀ ਹੈ ਮੰਡੀਆਂ 'ਚ। ਪਹਿਲਾਂ ਇਹਨਾਂ ਨੇ ਪੈਸਾ ਲਿਆ ਸੈਂਟਰ ਤੋਂ ਵੀ, ਇਹਨਾਂ ਨੇ ਸਾਰੀਆਂ ਏਜੰਸੀਆਂ ਨੂੰ ਕਿਹਾ ਵੀ ਲਾ ਪਾ ਕੇ। ਇੱਕ ਗੱਲ ਹੋਰ ਆ ਗਈ ਕਿ ਗਰਮੀ ਜਿਹੜੀ ਪੈਣ ਨਾਲ ਸਿੱਟੇ ਦੇ ਵਿੱਚ ਜਿਹੜੇ ਦਾਣੇ ਸੀ ਜਿਹੜੇ ਉਹ ਸ਼ਰਿੰਕ ਕਰ ਗਏ, ਉਹ ਥੋੜ੍ਹੇ ਜਿਹੇ ਸੁੱਕ ਗਏ। ਹੁਣ ਉਹਦੇ 'ਚ ਜਦੋਂ ਇਹਨਾਂ ਨੇ ਵੇਖਿਆ ਉੱਥੇ ਮੰਡੀਆਂ 'ਚ ਆਈ ਉਹ ਕਣਕ ਖਰੀਦਣ ਯੋਗ ਨਹੀਂ ਇੰਨੀ ਹੈਗੀ, ਉਹਦੇ 'ਤੇ ਵੀ ਕਿੰਤੂ ਪਰੰਤੂ ਹੋਇਆ। ਬਾਰਦਾਨਾ ਘੱਟ ਮਿਲਿਆ, ਜਿਸ 'ਚ ਅਸੀਂ ਬੋਰੀਆਂ ਕਿੰਨੇ, ਉਹ ਹੁਣ ਬਾਰਦਾਨਾ ਨਾ ਮਿਲਣ ਕਰਕੇ ਕੁਛ ਇੱਦਾਂ ਦੀ ਗੱਲਾਂ ਕਰਕੇ ਇਸ ਵੇਲੇ ਕਣਕ ਦੀ ਕਟਾਈ ਤੇ ਹੋ ਗਈ ਹੈ, ਪਰ ਜਿਹੜੀ ਉਹਦੇ 'ਤੇ ਬਿਲਕੁਲ ਰੋਕ ਲੱਗ ਗਈ ਆ ਜਿਹੜੀ ਇਹਦੀ ਖਰੀਦਦਾਰੀ 'ਤੇ। ਪਰ ਇਸੇ ਕਰਕੇ ਕਿਉਂਕਿ ਅੱਜ ਦਾ ਦਿਨ ਵਿਸਾਖੀ ਦਾ ਦਿਨ ਬੜਾ ਅਹਿਮ ਦਿਨ ਹੈ ਪੰਜਾਬ ਲਈ, ਜਦੋਂ ਖਾਲਸਾ ਪੰਥ ਦੀ ਸਿਰਜਣਾ ਹੋਈ, ਔਰ ਇਹ ਖਾਸ ਤੌਰ 'ਤੇ ਇਤਿਹਾਸਿਕ ਦਿਨ ਆ। ਪਰ ਇਹਦੇ ਨਾਲ ਇੱਕ ਸੱਭਿਆਚਾਰ ਨਾਲ ਜੁੜਦੀ ਗੱਲ ਵੀ ਹੈ ਕਿ ਕਣਕਾਂ ਦੀ ਵਾਢੀ ਜਦੋਂ ਹੁੰਦੀ ਆ, ਕਣਕਾਂ ਦੇ ਢੋਲ ਵੱਜਦੇ ਆ, ਔਰ ਬੱਲੀਏ ਕਣਕ ਦੀ ਤੈਨੂੰ ਖਾਣ ਕੇ ਨਸੀਬਾਂ ਵਾਲੇ ਦੇ ਕੇ ਲੋਕ ਗੀਤ ਚੱਲਦੇ ਵੀ ਆ। ਇਸ ਕਰਕੇ ਪੰਜਾਬ ਦੀ ਜਿਹੜੀ ਸੁਨਹਿਰੀ ਸਿੱਟਿਆਂ ਵਾਲੀ ਕਣਕ ਹੈ ਇਸ ਵੇਲੇ ਬਿਲਕੁਲ ਉਹ ਆ ਰਹੀ ਹੈ ਧਰਤੀ 'ਤੇ, ਹੈਗੀ ਆ, ਜਿਹਨੂੰ ਕਟਾਈ ਹੋ ਗਈ ਆ, ਅਤੇ ਮੰਡੀਆਂ 'ਚ ਵੀ ਆ ਰਹੀ ਹੈ। ਕਣਕ ਰੰਗੇ ਸੋਨੇ ਦੇ ਜਿਹੜੇ ਦਾਣੇ ਆ ਸਾਡੇ ਕੋਲ ਸੋਨੇ ਰੰਗੇ ਆ ਕੇ ਮੰਡੀ 'ਚ ਵਿਕਦੇ ਆ। ਪਰ ਇੱਕ ਇਹਦੇ ਪਿੱਛੇ ਗੱਲ ਆ ਗਈ ਕਿ ਹੁਣ ਮੰਡੀ 'ਚ ਜਿਹੜਾ ਭਾਅ ਉਹ ਪੂਰਾ ਨਹੀਂ ਮਿਲ ਰਿਹਾ। ਕਿਸਾਨ ਚਾਹੁੰਦੇ ਆ ਕਿ ਸਾਨੂੰ ਰੇਟ ਜ਼ਿਆਦਾ ਮਿਲੇ। ਉਹ ਰਹੀ ਗੱਲ ਇਹਦੇ ਵਿੱਚ ਜਿਹੜੀ ਸਰਕਾਰ ਦੀ, ਜਿਹੜੀ ਆਮ ਆਦਮੀ ਸਰਕਾਰ ਹੈ, ਇਹਨੇ ਪੈਸਾ ਤਾਂ ਲਿਆ ਉਹਨਾਂ ਕੋਲੋਂ, ਪੈਸਾ ਲੈਣ ਕਰਕੇ ਕਣਕ ਦੀ ਜਿਹੜੀ ਪੈਦਾਵਾਰ ਵਧੀਆ ਰਹੀ ਹੈ, ਕਿ ਬਹੁਤ ਅੱਛੀ ਪੈਦਾਵਾਰ ਆ, ਜਿਹਦੇ 'ਚ ਸੈਂਟਰ ਦਾ ਜਿਹੜਾ 60% ਹੈ, ਇਹ ਪੂਰੇ ਤੌਰ 'ਤੇ ਇੱਥੋਂ ਪੈਦਾਵਾਰ ਜਾਏਗੀ। ਬਾਕੀ ਸਟੇਟਾਂ 'ਚ ਤਾਂ ਘੱਟ ਹੀ ਹੈਗੀ ਆ, ਪਰ ਪੰਜਾਬ 'ਚੋਂ ਫਿਰ ਜਾਊਗੀ। ਕਿਸਾਨ ਜੋ ਚਾਹੁੰਦਾ ਕਰਦਾ ਵਾ, ਕਰਕੇ ਦਿਖਾ ਵੀ ਦਿੰਦਾ। ਪਰ ਜਿਹੜੀਆਂ ਇਹ ਚੀਜ਼ਾਂ ਮੰਡੀਕਰਨ ਦੀਆਂ ਜਾਂ ਚੀਜ਼ਾਂ ਦੇ ਜਿਹੜੇ ਭਾਵ ਮਿਲਣੇ ਵੇਲੇ ਸਿਰ, ਉਹ ਉੱਥੇ ਦੇ ਉੱਥੇ ਖੜੋਤਾ, ਨਾ ਕਿ ਇਸ ਪਾਰਟੀ ਲਈ ਆਈ ਹੈ। ਪਹਿਲੀਆਂ ਪਾਰਟੀਆਂ ਦੇ ਟਾਈਮ 'ਤੇ ਵੀ ਇੱਦਾਂ ਦੀ ਆਈ ਹੈ। ਕਿਸਾਨ ਵਿਚਾਰਾ ਹਮੇਸ਼ਾ ਦੁਖੀ ਰਿਹਾ, ਦੁਖੀ ਇਸ ਕਰਕੇ ਰਿਹਾ। ਪਹਿਲੋਂ ਤਾਂ ਰਹੀ ਗੱਲ ਇਹਦੇ ਜਿਹੜੇ 3 ਕਾਨੂੰਨ ਸੀਗੇ ਉਹ ਪਾ ਲਾ ਕੇ ਚਲੋ ਮੰਨੇ ਗਏ। ਫਿਰ ਰਹਿ ਗਈ MSP ਦੀ ਗੱਲ। MSP ਦੀ ਗੱਲ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਆ, ਉਹ ਫਿਰ ਉੱਥੇ ਦਾ ਉੱਥੇ ਟਿਕਿਆ, ਕਿਉਂਕਿ ਉਹਦੇ ਵਿੱਚ ਨਾ ਤਾਂ ਕਮੇਟੀ ਬਣੀ ਹੈ ਜਿਸ ਤੋਮਰ ਸਾਹਿਬ ਨੇ
ਜਿਹਦੇ 'ਚ ਪਿਊਸ਼ ਗੋਇਲ ਸਾਹਿਬ ਨੇ, ਜਿਹ 'ਚ ਮੰਤਰੀ ਸਾਹਿਬਾਨ ਨੇ, ਪਰ ਹੁਣ ਉੱਥੋਂ ਤੱਕ ਸੈਂਟਰ ਤੱਕ ਗੱਲ ਹੀ ਨਹੀਂ ਕਹੀ ਜਿੱਥੋਂ ਕੋ MSP ਆਉਣੀ ਆ, ਨਾ ਹੀ ਕਿਸਾਨਾਂ ਦਾ ਕੋਈ ਵਫਦ ਉਹਨਾਂ ਤੱਕ ਇੱਥੋਂ ਤੱਕ ਗਿਆ ਵਾ। ਪਰ ਇਹਦੇ ਬਾਅਦ ਫਿਰ ਕਿਸਾਨਾਂ ਨੇ ਇੱਕ ਲਾਤਾ ਉਹਨਾਂ ਨੇ ਨਾਰਾ ਵੀ ਇਹ ਤੋਂ ਬਾਅਦ ਅਸੀਂ ਫਿਰ ਉਸੇ ਤਰ੍ਹਾਂ ਹਿੰਦੁਸਤਾਨ ਨੂੰ ਬੰਦ ਰੱਖਾਂਗੇ ਜੇਕਰ ਸਾਡਾ ਸਮਰਥਨ ਮੁੱਲ ਟਾਈਮ ਸਿਰ ਨਾ ਮਿਲਿਆ। ਗੱਲ ਸਿੰਪਲ ਇਹੀ ਹੈ ਕਿ 3 ਖੇਤੀ ਕਾਨੂੰਨ ਵਾਪਸ ਹੋ ਗਏ, ਪਰ ਹਜੇ ਵੀ ਇਹ ਲੱਗਦਾ ਹੈ ਕਿ ਕਿਸੇ ਹੋਰ ਰੂਪ ਦੇ ਵਿੱਚ ਉਹ ਵਾਪਸ ਆ ਸਕਦੇ ਨੇ। ਬਿਲਕੁਲ, ਕਿਉਂਕਿ ਕਾਰਪੋਰੇਟਸ ਨੂੰ ਜੋ ਫਾਇਦਾ ਦੇਣ ਦੀ ਸੋਚ ਹੈ ਸਾਡੀਆਂ ਸਰਕਾਰਾਂ ਦੀ, ਉਹ ਸੋਚ ਹਜੇ ਵੀ ਬਰਕਰਾਰ ਹੈ। ਜਦੋਂ ਅਸੀਂ ਲੈਂਦੇ ਹਾਂ ਹਰੀ ਕ੍ਰਾਂਤੀ ਨੂੰ, ਕਾਰਪੋਰੇਟਸ ਉਦੋਂ ਹੀ ਆ ਗਏ ਸੀ, ਕਿਉਂਕਿ ਜਿਹੜੀਆਂ ਅਸੀਂ ਖਾਦਾਂ ਇਸਤੇਮਾਲ ਕਰਦੇ ਹਾਂ, ਬੀਜ ਇਸਤੇਮਾਲ ਕਰਦੇ ਹਾਂ, ਮਸ਼ੀਨਰੀ ਇਸਤੇਮਾਲ ਕਰਦੇ ਹਾਂ, ਉਹ ਕਾਰਪੋਰੇਟਸ ਲੈ ਕੇ ਆਉਂਦੀਆਂ। ਇਨਪੁਟਸ ਸਾਰੀ ਕਾਰਪੋਰੇਟਸ ਦੀ ਹੈ। ਹੁਣ ਆਊਟਪੁੱਟ ਵੀ ਉਹਨਾਂ ਨੂੰ ਦੇ ਦਿਓ ਤੇ ਫਿਰ ਕਿਸਾਨ ਦੇ ਹੱਥ ਕੀ ਬਚਿਆ? ਕੁਝ ਵੀ ਨਹੀਂ ਬਚਿਆ। ਇਸ ਕਰਕੇ ਆਊਟਪੁੱਟ ਨੂੰ ਆਪਣੇ ਹੱਥ 'ਚ ਰੱਖਣਾ ਚਾਹੁੰਦਾ ਕਿਸਾਨ, ਪਰ ਆਊਟਪੁੱਟ ਵੀ ਕਿੰਨੀ ਕੁ ਉਹਦੇ ਹੱਥ ਵਿੱਚ ਹੈ। ਉਹ ਆਪਣੀ ਫਸਲ ਦੀ ਕੀਮਤ ਖੁਦ ਤੈਅ ਨਹੀਂ ਕਰ ਸਕਦਾ। ਅਸੀਂ ਸਾਰੇ ਬਿਜ਼ਨਸ ਜਾਣਦੇ ਹਾਂ, ਜਿਹੜੇ ਬਿਜ਼ਨਸਮੈਨ ਨੇ ਉਹ ਆਪਣੀ ਪ੍ਰੋਡਕਟ ਦੀ, ਆਪਣੀ ਸਰਵਿਸ ਦੀ ਖੁਦ ਕੀਮਤ ਤੈਅ ਕਰਦੇ ਨੇ, ਪਰ ਕਿਸਾਨ ਦੀ ਕੀਮਤ ਕੌਣ ਤੈਅ ਕਰਦਾ ਹੈ? ਮੰਡੀ, ਦੂਸਰੇ ਲੋਕ ਤੈਅ ਕਰਦੇ ਨੇ। ਇਸ ਕਰਕੇ ਜੇ ਇਹਨੂੰ ਆਪਣਾ ਇਖਤਿਆਰ ਦੇ ਦਿੱਤਾ ਜਾਵੇ ਕਿ ਇਹ ਆਪਣੀ ਫਸਲ ਦੀ ਕੀਮਤ ਖੁਦ ਤੈਅ ਕਰੇ, ਤਾਂ ਬਹੁਤ ਹੱਦ ਤੱਕ ਤੁਸੀਂ ਦੇਖ ਸਕਦੇ ਹੋ ਕਿ ਸੁਧਾਰ ਹੋਏਗਾ। ਇਸ ਦੀ ਹਾਲਤ ਵਿੱਚ ਵੀ ਸੁਧਾਰ ਹੋਏਗਾ, ਮੰਡੀਆਂ ਵਿੱਚ ਵੀ ਸੁਧਾਰ ਹੋਏਗਾ। ਹਾਂ, ਚੈੱਕ ਜ਼ਰੂਰ ਰੱਖਿਆ ਜਾ ਸਕਦਾ, ਕਿਉਂਕਿ ਅੰਨ ਸਭ ਦੀ ਜ਼ਰੂਰਤ ਹੈ। ਕਿਤੇ ਬਲੈਕਮੇਲਿੰਗ ਨਾ ਸ਼ੁਰੂ ਹੋ ਜਾਵੇ ਲੋਕਾਂ ਦੇ ਨਾਲ, ਪਰ ਕਿਸਾਨ ਇੱਦਾਂ ਕਰੇਗਾ ਨਹੀਂ, ਇਹ ਅਸੀਂ ਜਾਣਦੇ ਹਾਂ। ਫਿਰ ਵੀ ਇੱਕ ਚੈੱਕ ਰੱਖਿਆ ਜਾ ਸਕਦਾ। ਦੂਜੀ ਗੱਲ, ਜੋ ਮੰਡੀਆਂ ਦੀ ਹਾਲਤ ਹੈ, ਉਹ ਅਸੀਂ ਸ਼ੁਰੂ ਤੋਂ ਜਾਣਦੇ ਹਾਂ ਕਿ ਪੂਰੀ ਕੀਮਤ ਨਹੀਂ ਮਿਲਦੀ। ਤੇ ਦੂਜੀ ਗੱਲ, ਸਟੋਰ ਵੀ ਨਹੀਂ ਬਣੇ ਹੋਏ ਕਿ ਜਿੱਥੇ ਅਸੀਂ ਉਹ ਸਾਰੀ ਕਣਕ ਸਾਂਭ ਕੇ ਰੱਖ ਸਕੀਏ। ਸਾਡੇ ਕੋਲ ਇੰਨੇ ਸਟੋਰ ਨਹੀਂ, ਔਰ ਇੰਨੇ ਨੇ ਵੱਡੇ ਖਰਚੇ ਕਰਦੀਆਂ ਨੇ ਗਵਰਨਮੈਂਟਸ, ਆਪਣੇ ਉੱਤੇ ਖਰਚੇ ਕਰਦੀਆਂ ਨੇ ਗਵਰਨਮੈਂਟਸ, ਪਰ ਜਿਹੜੀ ਬੇਸਿਕ ਜ਼ਰੂਰਤ ਹੈ ਦੇਸ਼ ਵਾਸੀਆਂ ਦੀ, ਅਨਾਜ ਨੂੰ ਸਾਂਭ ਕੇ ਰੱਖਣਾ, ਉਸ ਦੀ ਕੋਈ ਕੇਅਰ ਨਹੀਂ, ਕੋਈ ਬੰਦੋਬਸਤ ਨਹੀਂ। ਔਰ ਜਿਹੜਾ ਅਨਾਜ ਪਿਆ ਹੋਇਆ ਹੈ ਸਟੋਰਸ ਦੇ ਵਿੱਚ, ਉਹ ਅਸੀਂ ਜਾਣਦੇ ਹਾਂ ਸੜਦਾ ਪਿਆ, ਗਲਦਾ ਪਿਆ, ਖਰਾਬ ਹੁੰਦਾ ਪਿਆ, ਔਰ ਉਸੇ ਅਨਾਜ ਵਿੱਚੋਂ ਹੀ ਗਰੀਬਾਂ ਨੂੰ ਦੇ ਦਿੱਤਾ ਜਾਂਦਾ। ਜਿਹੜਾ ਮੁਫਤ ਆਟਾ, ਦਾਲ, ਚਾਵਲ ਸਕੀਮ ਜਿਹੜੀ ਹੈਗੀ ਆ, ਉਹਦੇ ਤਹਿਤ ਉਹ ਗਰੀਬ ਇਨਸਾਨ ਨਹੀਂ ਹੈਗੇ ਜਿਨ੍ਹਾਂ ਨੂੰ ਤੁਸੀਂ ਖਰਾਬ ਅਨਾਜ ਖਵਾ ਰਹੇ ਹੋ, ਕਿਉਂਕਿ ਉਹ ਜ਼ਰੂਰਤਮੰਦ ਨੇ, ਇਸ ਕਰਕੇ ਉਹਨਾਂ ਨੂੰ ਖਾਣਾ ਪੈਂਦਾ। ਸੋ ਇਹ ਚੀਜ਼ਾਂ ਵੀ ਅਸੀਂ ਦੇਖਾਂਗੇ ਕਿ ਅਨਾਜ ਕਿੱਥੇ ਖੜਾ ਹੈ, ਕਿਸਾਨ ਕਿੱਥੇ ਖੜਾ ਹੈ, ਤੇ ਦੇਸ਼ ਵਾਸੀ ਕਿੱਥੇ ਖੜੇ ਨੇ, ਤੇ ਸਰਕਾਰਾਂ ਦੇ ਕੀ ਫੈਸਲੇ ਨੇ। ਹੁਣ ਅੱਜ ਤੁਸੀਂ FCI ਕਹਿ ਰਹੀ ਹੈ ਕਿ ਅਸੀਂ ਨਹੀਂ ਖਰੀਦਾਂਗੇ ਅਨਾਜ, ਹੁਣ ਕਿੱਥੇ ਜਾਏਗਾ ਉਹ? ਅਸੀਂ ਮੁਆਵਜ਼ਾ ਨਹੀਂ ਦੇਵਾਂਗੇ, ਕਿੱਥੇ ਜਾਏਗਾ? ਇਹ ਕੋਈ ਕੰਪੀਟੀਸ਼ਨ, ਆਪਸ ਦੇ ਵਿੱਚ ਕੋਈ ਲੜਾਈ ਹੈ? ਇਹ ਤਾਂ ਇੱਕ ਸਾਂਭਣ ਵਾਲੀ ਗੱਲ ਹੈ ਕਿ ਕਿਸਾਨ ਵੀ ਸਾਡਾ, ਤੁਸੀਂ ਵੀ ਸਾਡੇ, ਅਸੀਂ ਸਾਰੇ ਇੱਕ ਦੇਸ਼ ਦੇ ਵਾਸੀ ਹਾਂ, ਮਿਲ ਕੇ ਸਮੱਸਿਆ ਨੂੰ ਹੱਲ ਕਰੀਏ। ਤੇ ਨਾਲ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੈ, ਉਹ ਵੀ ਰੋਕਿਆ ਹੋਇਆ ਗਵਰਨਮੈਂਟ ਨੇ, ਜਿਸ ਦੇ ਆਧਾਰ ਦੇ ਉੱਤੇ ਅਸੀਂ ਇਹ ਸਾਰੀਆਂ ਚੀਜ਼ਾਂ ਦੀ ਖਰੀਦ ਕਰਨੀ ਹੈ, ਸਾਰੀਆਂ ਫਸਲਾਂ ਦੀ ਖਰੀਦ ਕਰਨੀ ਹੈ। ਪੈਸਾ ਉਧਰ ਵੀ ਨਹੀਂ ਹੈ। ਚਾਰੋਂ ਪਾਸਿਓਂ ਤੁਸੀਂ ਘੇਰ ਕੇ ਰੱਖ ਦਿੱਤਾ ਹੈ ਪੰਜਾਬ ਨੂੰ, ਤੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਹੋਰ ਵਧਾਉਂਦੇ ਪਏ ਹੋ। ਪੰਜਾਬ ਵਾਸੀਆਂ ਨੂੰ ਤੁਸੀਂ ਗੇੜੇ 'ਚ ਲਿੱਤਾ ਹੋਇਆ, ਕਰਨਾ ਕੀ ਚਾਹੁੰਦੇ ਹੋ? ਪਰ ਦੇਖੋ, ਇਹ ਜਿਹੜਾ ਕ੍ਰੈਡਿਟ ਹੈ ਫਿਰ ਵੀ ਪੰਜਾਬ ਦੇ ਕਿਸਾਨ ਨੂੰ ਜਾਂਦਾ, ਇਸ ਕਰਕੇ ਕਿ ਇਹਦੀ ਪੈਦਾਵਾਰ ਬੜੀ ਚੋਖੀ ਔਰ ਪੈਦਾਵਾਰ ਬੜੀ ਵਧੀਆ ਹੁੰਦੀ ਪੰਜਾਬ ਦੀ। ਉਹਦੇ 'ਚ ਰਹੀ ਗੱਲ, ਹੁਣ ਪਾ ਲਾ ਕੇ ਜਿਹੜੇ ਬਾਕੀ ਜਿਹੜੇ ਸਾਡੇ ਸੂਬੇ ਜਾਂ ਨਾਲ ਦੇ ਜਿਹੜੇ ਦੇਸ਼ ਨੇ, ਉਹ ਇਸ ਵੇਲੇ ਅੰਨ ਸੰਕਟ ਨਾਲ ਜੂਝ ਰਹੇ ਆ। ਸਰ, ਸਾਨੂੰ ਇਸ ਵਕਤ ਹਾਰਡ ਹੋ ਕੇ ਇੱਕ ਸਵਾਲ ਕਰਨੇ ਪੈਣਗੇ। ਪਰ ਰਹੀ ਗੱਲ ਜਿੱਥੇ ਆਪਾਂ ਆਉਣਾ ਚਾਹੁੰਦੇ, ਉਹ ਹੈਗਾ ਕਿ ਬਾਹਰਲੇ ਸੂਬਿਆਂ 'ਚ ਜਾਂ ਦੂਜੇ ਦੇਸ਼ਾਂ 'ਚ ਇਸ ਵੇਲੇ ਅੰਨ ਸੰਕਟ ਹੋ ਗਿਆ। ਯੂਕਰੇਨ ਰਸ਼ੀਆ ਦੀ ਲੜਾਈ ਕਰਕੇ ਵੀ ਹੋ ਗਿਆ। ਪਾ ਲਾ ਕੇ ਉੱਥੇ ਪੈਦਾਵਾਰ ਵੀ ਇੰਨੀ ਘੱਟ ਆ ਕਿ ਨਹੀਂ ਹੈਗਾ। ਪਰ ਜਦੋਂ 139 ਕਰੋੜ ਲੋਕਾਂ ਦੀ ਜਿਹੜੀ ਲਈ ਸਫੀਸ਼ੀਐਂਟ ਹੈ ਸਾਡੇ ਕੋਲ ਇਸ ਵੇਲੇ, ਜਿੰਨਾ ਕਿ ਅਸੀਂ ਅਨਾਜ ਪੈਦਾ ਕੀਤਾ, ਸਾਡੇ ਕੋਲ ਉਹਦੀ ਕੋਈ ਘਾਟ ਨਹੀਂ। ਪਰ ਇੱਕ ਸਮਾਂ ਹੁੰਦਾ ਸੀ ਜਦੋਂ ਅਮਰੀਕਾ ਜਾਂ ਰਸ਼ੀਆ ਤੋਂ ਕਣਕ ਮੰਗਵਾਈ ਜਾਂਦੀ ਸੀ ਤਾਂ ਕਿ ਪੂਰੇ ਲੋਕਾਂ ਨੂੰ ਰੋਟੀ ਮਿਲ ਸਕੇ। ਚਾਵਲ ਵਿਚਾਰੇ ਲੋਕ ਖਾਂਦੇ ਸੀ, ਕਣਕ ਦੀ ਰੋਟੀ ਜਾਂ ਮੱਕੀ ਦੀ ਰੋਟੀ ਨਸੀਬ ਨਹੀਂ ਸੀ ਹੁੰਦੀ। ਮੱਕੀ ਦੀ ਰੋਟੀ ਤਾਂ ਮੁੜ ਕੇ ਬਾਅਦ 'ਚ ਮੱਕੀ ਬੀਜੀ ਗਈ, ਉਹ ਜ਼ਮਾਨਾ ਵੀ ਹੈਗਾ ਸੀ। ਪਰ ਜਦੋਂ ਰਸ਼ੀਆ ਤੋਂ, ਤਾਸ਼ਕੰਦ ਤੋਂ ਆਈ ਕਣਕ ਆਈ ਆ, ਮੈਕਸੀਕਨ ਕਣਕ ਆਈ, ਉਹ ਕਣਕ ਤੋਂ ਬਾਅਦ ਉਹ ਲਾਲ ਰੰਗ ਦੀ ਕਣਕ ਸੀ। ਪਹਿਲਾਂ ਵਡਾਣ ਕਣਕਾਂ ਹੁੰਦੀਆਂ ਪੰਜਾਬ 'ਚ, ਉਹਦੀਆਂ 25, 30, 40, 50 ਭਰੀਆਂ ਹੁੰਦੀਆਂ ਸੀ, ਪਰ ਇਹ ਚੋਖਾ ਝਾੜ ਨਹੀਂ ਦਿੱਤਾ। ਉਹਦੇ 'ਚ ਬੋਰੀਆਂ ਬੋਰੀਆਂ ਭਰ ਗਈਆਂ, ਔਰ ਉਹਦੇ 'ਚ ਪਹਿਲਾਂ ਤਾਂ ਕਣਕ ਦੀ ਰੋਟੀ ਜਿਹੜੀ ਲਾਲ ਬਣਦੀ ਸੀ, ਪਰ ਦੇਖੋ ਇਸ ਮਿੱਟੀ 'ਚ ਜਦੋਂ ਜਜ਼ਬ ਹੋ ਗਈ, ਉਹਦੀ ਵੀ ਰੋਟੀ ਚਿੱਟੀ ਬਣ ਲੱਗ ਪਈ। ਹੁਣ ਕਣਕ ਲਈ ਇੰਨਾ ਸਫੀਸ਼ੀਐਂਟ ਪੰਜਾਬ ਹੋ ਗਿਆ, 60% ਅਸੀਂ ਦਿੱਲੀ ਸੈਂਟਰ 'ਚ ਦੇ ਰਹੇ ਹਾਂ। ਜਦੋਂ ਹੁਣ ਬੰਗਲਾਦੇਸ਼ ਕੋ ਸਫੀਸ਼ੀਐਂਟ ਨਹੀਂ ਹੈਗੀ ਕਣਕ, ਜਦੋਂ ਕਿ ਨੇਪਾਲ ਕੋ ਨਹੀਂ ਹੈ, ਸ਼੍ਰੀਲੰਕਾ 'ਚ ਬਹੁਤ ਅਨਾਜ ਦਾ ਪ੍ਰੋਬਲਮ ਆ, ਪਰ ਭਾਰਤ ਨੇ, ਹਿੰਦੁਸਤਾਨ ਨੇ ਉੱਥੇ ਕਣਕ ਪਹੁੰਚਾਈ ਆ। ਉਹਨਾਂ ਤੱਕ ਉਹਨਾਂ ਦੀ ਰੋਟੀ ਜਿਹੜੀ ਹੈ ਪੂਰੀ ਬਣਾਉਣ ਲਈ ਉਹਨਾਂ ਦੀ ਕਣਕ ਇੱਥੋਂ ਆਪਣੀ ਗਈਆਂ, ਬੋਰੀਆਂ ਦੀ ਬੋਰੀਆਂ ਕਣਕਾਂ ਗਈਆਂ ਇੱਥੋਂ, ਤੇਲ ਵੀ ਗਿਆ, ਡੀਜ਼ਲ, ਬਹੁਤ ਕੁਝ ਗਿਆ। ਜਿੱਥੇ ਜਿੱਥੇ ਕੋਈ ਪ੍ਰੋਬਲਮ ਆਉਂਦੀ ਹੈ, ਹਿੰਦੁਸਤਾਨ ਉਹਦੇ ਨਾਲ ਮੋਢਾ ਲਾ ਕੇ ਚੱਲਦਾ।
ਪਰ ਅਨਾਜ ਦੀ ਜਿਹੜੀ ਕਮੀ ਹੈ ਜਦੋਂ ਕਿਤੇ ਆ ਜਾਂਦੀ ਹੈ ਤੇ ਲੋਕਾਂ ਲਈ ਤੁਰਨਾ ਮੁਸ਼ਕਲ ਤੇ ਬਹੁਤ ਜ਼ਿਆਦਾ ਜਿਹੜੀ ਤਰਾਸਦੀ ਵੱਲ ਵੱਧ ਜਾਂਦੀ। ਰੋਟੀ ਤੋਂ ਬਗੈਰ ਨਹੀਂ ਆਉਂਦਾ। ਕੋਈ ਜ਼ਮਾਨਾ ਸੀਗਾ ਜਦ ਹਿੰਦੁਸਤਾਨ 'ਚ ਵੀ ਭੁੱਖ ਮਰੀਆਂ ਪਈਆਂ, ਜਦੋਂ 'ਚ ਅਨਾਜ ਨਹੀਂ ਸੀ ਮਿਲਦਾ ਤੇ ਲੋਕ ਘਰੋਂ ਘਰ ਰੋਟੀ ਨੂੰ ਤਰਸਦੇ ਹੁੰਦੇ ਸੀ, ਕਿਉਂਕਿ ਉਦੋਂ ਪੈਦਾਵਾਰ ਇੰਨੀ ਨਹੀਂ ਸੀਗੀ। 25 ਭਰੀਆਂ ਤੇ ਇੱਕ ਫਲਿਆਂ 'ਚ ਚੱਲ ਕੇ ਉਹਨੂੰ ਗਾਇਆ ਜਾਂਦਾ ਹੁੰਦਾ ਹੈ, ਧੜਾਂ ਲੱਗਦੀਆਂ ਨਹੀਂ, ਛੱਜਾਂ ਨਾਲ ਅੜਾਇਆ ਜਾਂਦਾ ਸੀ। ਮਸ਼ੀਨਰੀ ਯੁੱਗ ਆ ਗਿਆ ਜਦੋਂ ਰਸ਼ੀਆ 'ਚ ਕ੍ਰਾਂਤੀ ਆਈ ਅਕਤੂਬਰ ਦੀ, ਉਦੋਂ ਜਦੋਂ ਕ੍ਰਾਂਤੀ ਹੋਣ ਤੋਂ ਬਾਅਦ ਮਸ਼ੀਨੀ ਯੁੱਗ ਹੋ ਗਿਆ। ਮਸ਼ੀਨੀ ਯੁੱਗ ਹੋਣ ਤੋਂ ਬਾਅਦ ਫਿਰ ਇਹ ਆਸਤਾ ਸੇ ਹਿੰਦੁਸਤਾਨ 'ਚ ਵੀ ਆਇਆ। ਹੁਣ ਉਹ ਕਿਸਾਨ ਉਹ ਨਹੀਂ ਰਿਹਾ ਕਿ ਜਦੋਂ 25 ਭਰੀਆਂ ਕੱਢਦਾ ਹੈ ਤਾਂ ਉਹਦੇ ਵਿੱਚੋਂ ਕਣਕ ਦੀਆਂ 2 ਬੋਰੀਆਂ ਬਣਾਉਂਦਾ ਹੈਗਾ। ਹੁਣ ਉਹਦੇ ਕੋਲ ਬਹੁਤ ਕਣਕ ਆ ਗਈ, ਪਰ ਇਹਦੀ ਨਿਗਾਹ ਜਿਹੜੀ ਹੈ ਕਾਰਪੋਰੇਟ ਵਾਲੇ ਪਾਸੇ ਆ ਗਈ। ਉਹਨਾਂ ਨੇ ਇੱਥੇ ਗਲਬਾ ਪਾਤਾ, ਉਹ ਆਪਣਾ ਇਹਨਾਂ ਨੂੰ ਕੰਟਰੋਲ 'ਚ ਕਰ ਲਈ, ਅਨਾਜ ਆਪ ਖਰੀਦਣ ਲੱਗ ਪਏ। ਸਰਕਾਰ ਦੇ ਹੱਥੋਂ ਇਹ ਤੀਰ ਨਿਕਲ ਗਿਆ। ਇਹ ਹੁਣ ਰੌਲਾ ਪੈ ਕੇ ਮੁੜ ਕੇ ਉਹ 3 ਜਿਹੜੇ ਸਰਕਾਰੀ ਜਿਹੜੇ ਸੀ ਬਣ ਗਏ ਕਾਨੂੰਨ, ਉਹਨਾਂ ਕਾਨੂੰਨਾਂ ਨੂੰ ਇਹਨਾਂ ਨੂੰ ਤੋੜਨ ਲਈ ਕਿੰਨੀ ਵਿਚਾਰਿਆਂ ਨੂੰ ਜਦੋਜਹਿਦ ਕਰਨੀ ਪਈ। ਅੱਜ ਵੀ ਕਿਸਾਨ ਉਹ ਤਰਸਦਾ ਇਸ ਗੱਲ ਨੂੰ ਕਿ ਜਿੱਥੇ ਅਸੀਂ ਜਾ ਕੇ ਦਿੱਲੀ ਦੀਆਂ ਸੜਕਾਂ 'ਤੇ ਵਿਚਾਰੇ ਰਾਤ ਦਿਨ ਸੁੱਤੇ ਰਹੇ, ਉਦੋਂ ਬਾਅਦ ਇਹਨਾਂ ਨੇ ਸਿੰਘਪੁਰਾ ਜਾ ਕੇ ਆਪਣੇ 1.5 ਸਾਲ ਬਾਅਦ ਸਰਕਾਰ ਦੇ ਕੰਨਾਂ 'ਤੇ ਜੂਸ ਸਰਕੀ ਤੇ ਫਿਰ ਕਿਤੇ ਜਾ ਕੇ ਗੁਰੂ ਨਾਨਕ ਦੇਵ ਜੀ ਦਾ ਜਨਮ ਸ਼ਤਾਬਦੀ ਸੀ, ਜਦੋਂ ਇਹ ਅਨਾਉਂਸ ਹੋ ਗਿਆ ਕਿ ਪੰਜਾਬ ਦੇ ਕਿਸਾਨ ਕੀ ਹਿੰਦੁਸਤਾਨ ਦੇ ਕਿਸਾਨ ਇਹ 3 ਕਾਨੂੰਨਾਂ ਤੋਂ ਬਰੀ ਨੇ, ਕੋਈ ਕਾਨੂੰਨ ਉਹਨਾਂ 'ਤੇ ਲਾਗੂ ਨਹੀਂ ਹੋਊਗਾ। ਤੇ ਅਸੀਂ ਇਸ ਕਾਨੂੰਨ ਨੂੰ ਉਸ ਤੱਕ ਨਹੀਂ ਲਿਆਵਾਂਗੇ ਜਿੱਥੋਂ ਤੱਕ ਇਹਨਾਂ ਨੂੰ ਚੁੱਭਦਾ ਸੀ ਕਾਨੂੰਨ। ਹੁਣ ਉਹ ਕਾਨੂੰਨ ਦੀ ਜੇ ਅਸੀਂ ਧਾਰਾ ਪੜ੍ਹੀਏ, ਉਹਦੇ 'ਚ ਵੀ ਜਿਹੜਾ ਕਾਰਪੋਰੇਟ ਆ ਉਹ ਹਾਵੀ ਸੀ। ਜਿੰਨੀਆਂ ਚੀਜ਼ਾਂ ਖਰੀਦਣੀਆਂ ਉਹਨੇ, ਭਾਅ ਲਾਗੂ ਉਹਨੇ ਕਰਨੇ ਆ, ਉਹਨਾਂ ਨੇ ਸਾਰਾ ਹੀ ਰੱਦੋ ਬਦਲ ਕਰਨਾ। ਉਹਦੇ 'ਚ ਜ਼ਮੀਨਾਂ ਜਿਹੜੀਆਂ ਉਹਨਾਂ ਨੇ ਠੇਕੇ 'ਤੇ ਵੀ ਲੈਣੀਆਂ ਉਹਨਾਂ ਨੇ ਸੀਗੀਆਂ, ਪਰ ਉਹ 'ਚ ਸਰਕਾਰ ਆਪਣੇ ਪਾਸੇ ਨਿਕਲ ਗਈ ਤੇ ਇਹ ਜਿਹੜਾ ਫਸ ਗਿਆ ਕਿਸਾਨ। ਪਰ ਕਿਸਾਨ ਫਿਰ ਵੀ ਆਪਣੀ ਜਦੋਜਹਿਦ ਚੰਗੇ ਤਰੀਕੇ ਨਾਲ ਉਹਨਾਂ ਨੇ ਇਸ ਕਾਨੂੰਨ ਨੂੰ ਵਾਪਸ ਕੀਤਾ। ਬਿਲਕੁਲ ਕੀਤਾ ਹੈ। ਕਿਸਾਨ ਆਪਣੀ ਥਾਂ ਦੇ ਉੱਤੇ ਅੜਿਆ ਹੋਇਆ ਹੈ, ਡਟਿਆ ਹੋਇਆ ਹੈ, ਗੱਲ ਮੰਨਣ ਵਾਲੀ ਹੈ। ਪਰ ਅੱਜ ਜੇ ਉਹਦੀ ਫਸਲ ਕੋਈ ਨਹੀਂ ਖਰੀਦਦਾ, ਸਰਕਾਰ ਫਸਲ ਨਹੀਂ ਖਰੀਦੀ, ਫਿਰ ਕਾਰਪੋਰੇਟਸ ਆ ਜਾਣਗੇ। ਸਰਕਾਰ ਨੇ ਆਪਣੇ ਡਿਪਾਰਟਮੈਂਟਸ ਕਮਜ਼ੋਰ ਕਰ ਲੈਣੇ ਨੇ, ਬਿਲਕੁਲ, ਤੇ ਕਾਰਪੋਰੇਟਸ ਨੇ ਆਪਣੇ ਡਿਪਾਰਟਮੈਂਟ ਮਜ਼ਬੂਤ ਕਰ ਲੈਣੇ ਨੇ। ਤੇ ਕਾਰਪੋਰੇਟਸ ਨੇ ਆ ਕੇ ਜੇ ਕਹਿਣਾ ਕਿ ਅਸੀਂ ਤੁਹਾਡੀ ਫਸਲ ਚੁੱਕ ਲੈਣੇ ਆ, ਵਿਸ਼ਵਾਸ ਟੁੱਟ ਗਿਆ ਕਿਸਾਨ ਦਾ, ਸਰਕਾਰ ਤੋਂ ਵਿਸ਼ਵਾਸ ਟੁੱਟ ਗਿਆ, ਕਾਰਪੋਰੇਟਸ ਦੇ ਉੱਤੇ ਵਿਸ਼ਵਾਸ ਬਣ ਗਿਆ ਕਿ ਉਹਨੇ ਆ ਕੇ ਸਾਨੂੰ ਚੌਖੀ ਕੀਮਤ ਦੇ ਦਿੱਤੀ ਤੇ ਸਾਡਾ ਮਾਲ ਚੁੱਕ ਲਿਆ, ਜਿਹੜਾ ਸਰਕਾਰ ਨਹੀਂ ਚੁੱਕਦੀ ਪਈ। ਅੱਜ ਉਹ ਚੁੱਕੇਗਾ, ਕੱਲ ਫਿਰ ਚੁੱਕੇਗਾ, ਹੋਰ 10 ਦਿਨਾਂ ਤੋਂ ਬਾਅਦ ਜਦੋਂ ਦੇਖੇਗਾ ਕਿ ਹੁਣ ਕਿਸਾਨ ਮੇਰੀ ਪਕੜ 'ਚ ਆ ਚੁੱਕਾ ਹੈ, ਫਿਰ ਉਹੀ ਮੁੱਲ ਦੇਗਾ ਜਿਹੜਾ ਉਹਨੂੰ ਸੂਟ ਕਰੇਗਾ। ਤੇ ਉਦੋਂ ਤੱਕ ਇਹ ਸਰਕਾਰ ਦੇ ਡਿਪਾਰਟਮੈਂਟ ਕਮਜ਼ੋਰ ਹੋ ਸਕਦੇ ਨੇ ਤੇ ਕਾਰਪੋਰੇਟਸ ਮਜ਼ਬੂਤ ਹੋ ਸਕਦੀ ਹੈ, ਪੈਰਲਲ ਮੰਡੀ ਖੜੀ ਹੋ ਸਕਦੀ ਹੈ। ਉਸ ਤੋਂ ਬਾਅਦ ਫਿਰ ਕਿਸਾਨ ਉਹਨਾਂ 3 ਖੇਤੀ ਕਾਨੂੰਨਾਂ ਵੱਲ ਵੱਧ ਜਾਣਗੇ। ਜਿਹੜੇ ਖੇਤੀ ਕਾਨੂੰਨ ਕੈਂਸਲ ਹੋਏ ਨੇ ਉਹ ਕਿਸੇ ਹੋਰ ਰੂਪ ਵਿੱਚ ਦੁਬਾਰਾ ਆ ਸਕਦੇ ਨੇ, ਕਿਉਂਕਿ ਹਜੇ ਉਹ ਕਾਨੂੰਨ ਉੱਥੇ ਪਏ ਨੇ, ਡਰਾਫਟ ਉੱਥੇ ਹੀ ਪਿਆ। MSP ਦੇ ਉੱਤੇ ਤੁਸੀਂ ਆਪ ਦੱਸਦੇ ਪਏ ਹੋ ਕੋਈ ਕਮੇਟੀ ਨਹੀਂ ਬਣੀ, ਕੁਝ ਨਹੀਂ ਹੋਇਆ। ਇਹ ਕਿਤੇ ਨਾ ਕਿਤੇ ਇਹ ਨਾ ਹੋਵੇ ਕਿ ਕਾਰਪੋਰੇਟਸ ਮਜ਼ਬੂਤ ਹੋ ਜਾਵੇ। ਅਸੀਂ ਇਹ ਨਹੀਂ ਕਹਿੰਦੇ ਕਿ ਸਰਕਾਰ ਕੋਈ ਗੇਮ ਖੇਡਦੀ ਪਈ ਹੈ, ਖੁਦ ਆਪਣੇ ਡਿਪਾਰਟਮੈਂਟਸ ਨੂੰ ਕਮਜ਼ੋਰ ਕਰਦੀ ਪਈ ਹੈ ਤੇ ਕਾਰਪੋਰੇਟਸ ਨੂੰ ਅੱਗੇ ਵਧਾਉਂਦੀ ਪਈ ਹੈ। ਹਾਲਾਂਕਿ ਕਈ ਲੋਕ ਇਹ ਗੱਲਾਂ ਵੀ ਕਰਦੇ ਨੇ ਕਿਉਂਕਿ ਉਹਨਾਂ ਦੇ ਸਾਹਮਣੇ BSNL ਦੀ ਉਦਾਹਰਨ ਹੈ, ਜਿਹੜਾ ਟੈਲੀਕਮਿਊਨੀਕੇਸ਼ਨ ਸਾਰਾ ਖਤਮ ਹੋ ਗਿਆ, ਪ੍ਰਾਈਵੇਟ ਸੈਕਟਰ ਨੂੰ ਲੈ ਕੇ ਆ ਗਏ, ਆਪਣਾ ਗਵਰਨਮੈਂਟ ਸੈਕਟਰ ਖੁਦ ਖਤਮ ਕਰ ਦਿੱਤਾ। ਇਹ ਵੀ ਪਲੈਨਿੰਗਸ ਦੱਸਦੇ ਨੇ ਐਕਸਪਰਟਸ ਕਿ ਇਹ ਕੀਤਾ ਗਿਆ ਹੈ, ਇਹ ਹੋਇਆ ਨਹੀਂ ਹੈ। ਤੇ ਅਸੀਂ ਵਾਕਈ ਵੀ ਦੇਖਦੇ ਹਾਂ ਕਿ ਸਰਕਾਰੀ ਪ੍ਰਾਪਰਟੀਆਂ ਖਰੀਦ ਰਹੀ ਹੈ ਕਾਰਪੋਰੇਟਸ, ਰੇਲਵੇ ਜਾ ਰਿਹਾ ਹੈ, ਇੰਸ਼ੋਰੈਂਸ ਜਾ ਰਹੇ ਨੇ, ਹਰ ਥਾਂ ਦੇ ਉੱਤੇ ਕਾਰਪੋਰੇਟਸ ਆ ਗਏ ਔਰ ਉਹਨਾਂ ਨੇ ਮੁਨਾਫਾਖੋਰੀ ਆਪਣੀ ਸ਼ੁਰੂ ਕਰ ਦਿੱਤੀ ਹੈ ਔਰ ਕਰ ਦੇਣੀ ਵੀ ਹੈ। ਇਹ ਇੱਕ ਪਤਾ ਕਿ ਇੱਕ ਇਹਨਾਂ ਨੇ ਨੀਤੀ ਬਣਾਈ ਮੁਦਰੀਕਰਨ, ਜਿਹਦੇ 'ਚ ਇਹਨਾਂ ਨੇ ਖੜੀਆਂ ਚੀਜ਼ਾਂ ਜਿਹੜੀਆਂ ਵੇਚਣੀ ਸ਼ੁਰੂ ਕਰ ਦਿੱਤੀਆਂ। ਏਅਰਪੋਰਟ ਵੀ ਆ, ਰੇਲਵੇ ਵੀ ਆ, ਲਾਈਫ ਇੰਸ਼ੋਰੈਂਸ ਜਿਹੜੀ ਕੰਪਨੀ ਹੈ ਇਹ ਵੀ ਹੈਗਾ, ਜਿੰਨੀਆਂ ਸਰਕਾਰੀ ਕੰਪਨੀਆਂ, BSNL ਵੀ ਉਹਦੇ ਸੀਗਾ। ਜਦੋਂ ਕਿ ਜਿਹੜੇ ਇਹਨਾਂ ਦੇ ਟਾਵਰ ਲੱਗੇ ਸੀ ਜਿੱਥੇ ਜਿੱਥੇ ਵੀ ਹਿੰਦੁਸਤਾਨ ਪੂਰੇ 'ਚ BSNL ਦੇ, ਉਹ ਸਾਰੇ ਇਹਨਾਂ ਨੇ ਜੀਓ ਵਾਲੇ ਪਾਸੇ ਚਲੇ ਗਿਆ। ਉਸ ਪਾਸੇ ਉਹਨਾਂ ਨੇ ਦੇਤੇ ਕੀਤੇ, ਬਹੁਤ ਕਰਮਚਾਰੀ ਵਿਚਾਰੇ ਰਿਜ਼ਾਈਨ ਹੀ ਕਰ ਗਏ। ਪਾ ਲਾ ਕੇ ਇਹ ਜਿਹੜਾ ਖਤਮ ਹੀ BSNL ਆਲਮੋਸਟ ਖਤਮ ਹੀ ਹੋ ਗਿਆ, ਕਿਉਂਕਿ ਲੋਕ ਵੀ ਇਹਨੂੰ ਬਹੁਤਾ ਪ੍ਰਾਇੋਰਟੀ ਨਹੀਂ ਦੇ ਰਹੇ, ਕਿਉਂਕਿ ਉਹਨਾਂ ਕੋਲ ਫੈਸਿਲਿਟੀਆਂ ਜ਼ਿਆਦਾ, ਉਹਨਾਂ ਨੇ ਫੈਸਿਲਿਟੀਆਂ ਜ਼ਿਆਦਾ ਦਿੱਤੀਆਂ। ਜਿਹੜਾ ਕਸਟਮਰ ਆ, ਜਿਹੜਾ ਭਾਰਤ ਦਾ ਜਿਹੜਾ ਨਾਗਰਿਕ ਆ, ਉਹ ਤਾਂ ਕਹੂਗਾ ਕਮਿਊਨੀਕੇਸ਼ਨ ਆ ਯਾਰ ਸਸਤਾ, ਇਹੋ ਹੀ ਲੈ ਲਓ। ਉਹ ਇਸ ਪਾਸੇ ਇਨਕਮ ਜ਼ਿਆਦਾ ਵਧਾ ਗਏ। ਜਦੋਂ ਕਰ ਲਓ ਮੁੱਠੀ, ਕਰ ਲਓ ਦੁਨੀਆ ਮੁੱਠੀ ਮੇਂ, ਉਹ ਮੋਬਾਈਲ ਇਹਨਾਂ ਨੇ ਵੰਡੇ ਆ ਲੋਕਾਂ ਨੂੰ ਔਰ ਪੈਸਾ ਖੂਬ ਕਮਾਇਆ। ਔਰ ਉਸੇ ਤਰ੍ਹਾਂ ਦੀਆਂ ਨੀਤੀਆਂ, ਜਿਹੜੇ ਮੁਦਰੀਕਰਨ ਦੀਆਂ ਨੀਤੀਆਂ ਅਜੇ ਵੀ ਆ ਰਹੀਆਂ। ਦੇਖੋ ਜੇ ਆਪਾਂ ਧਿਆਨ ਨਾਲ ਇਤਿਹਾਸ ਪੜ੍ਹੀਏ ਤੇ 2000 ਤੋਂ ਲੈ ਕੇ 2000 'ਚ ਸਾਰੇ ਜਿਹੜੇ ਆ ਇਹ 9 ਸੀਗੇ ਕਾਰਪੋਰੇਟ ਅਰਬਪਤੀ ਜਿਹਨਾਂ ਨੂੰ ਆਉਂਦੇ। ਫਿਰ ਇਹ ਪਾ ਲਾ ਕੇ 17 'ਚ 111 ਬਣ ਗਏ, ਫਿਰ 2022 ਤੱਕ ਹੁਣ ਇਹ 119 ਜਿਹੜੇ ਕਾਰਪੋਰੇਟ ਘਰਾਣੇ ਆ ਜਿਨ੍ਹਾਂ ਨੂੰ ਅਰਬਪਤੀ ਕਿਹਾ ਗਿਆ, ਜਿਹਦੇ 'ਚ ਇਸ ਵੇਲੇ ਜਿਹੜੀ ਸਾਡੀ 77% ਆਬਾਦੀ ਜਿਹੜੀ ਹੈ
ਜਿਹੜੇ ਲਾਚਾਰ ਗਰੀਬ ਜਿਹੜੇ ਆ ਉਹ ਆ ਰਹੇ, ਲੋੜਵੰਦ ਉਹ ਆ ਰਹੇ। 23% ਜਿਹੜੇ ਆ ਅਪਰ ਪੋਰਸ਼ਨ ਜਿਹੜੇ ਲੋਕ ਨੇ, ਜਿਹੜਾ ਇੱਕ ਅਰਬਪਤੀ ਲੋਕ ਆ ਉਹ ਆ ਜਿਹੜੇ ਸਾਰਾ ਮਾਲ ਖਰੀਦਦੇ ਆ, ਸਾਰੀ ਉਹਨਾਂ ਨੇ ਭਾਂਡਾ ਖਰੀਦਣਾ। ਈਵਨ ਜਿਹੜੀਆਂ ਬੈਂਕਾਂ ਵਾ, ਨਿੱਜੀ ਬੈਂਕਾਂ ਤੇ ਸਰਕਾਰੀ ਬੈਂਕਾਂ, ਉਹ ਵੀ ਇਹਨਾਂ ਨੂੰ ਲੋਨ ਦਿੰਦੀਆਂ। ਜਦੋਂ ਇਹਨਾਂ ਦੇ ਉਹ ਡਾਊਨ ਹੋ ਜਾਂਦੇ ਆ ਜਾਂ ਬਿਜ਼ਨਸ ਨਹੀਂ ਚੱਲਦੇ, ਕੰਪਨੀਆਂ ਫੇਲ ਹੋ ਜਾਂਦੀਆਂ, ਤੇ ਸਾਰਾ ਮੁਆਵਜ਼ਾ ਜਾਂ ਜੋ ਕੁਛ ਲਿਆ ਲੋਨ ਮਾਫ ਹੋ ਜਾਂਦਾ। ਇਹ ਹੁਣ ਦੇਖੋ ਇਹ ਕਿੱਧਰ ਦਾ ਕਾਨੂੰਨ ਆ। ਇੱਕ ਗਰੀਬ ਆਦਮੀ ਘਰ ਬਣਾ ਰਿਹਾ ਜਾਂ ਇੱਕ ਕੋਈ EMPLOYE ਗੱਡੀ ਲੈ ਰਿਹਾ, ਉਹਦਾ ਲੋਨ ਲੈਣਾ ਹੋਊਗਾ ਤੇ 36 ਤਰ੍ਹਾਂ ਦੀਆਂ ਜਿਹੜੀਆਂ ਕਾਨੂੰਨ ਆ ਜਾਂ ਕਾਗਜ਼ ਜਾਂ ਡਾਕੂਮੈਂਟਸ ਉਹਨੂੰ ਪ੍ਰੋਵਾਈਡ ਕਰਨੇ ਪੈਂਦੇ ਆ। ਇਹਨਾਂ ਕੋਲ ਜਿਹੜੇ ਵੱਡੇ ਵੱਡੇ ਲੋਕ ਇਹਨਾਂ ਦਾ ਕੁਝ ਨਹੀਂ ਹੈਗਾ। ਇੱਕੋ ਸੀਗੇ ਬਹੁਤ ਇੱਦਾਂ ਦੇ ਫਰਾਡ ਕਰਕੇ ਪੰਜਾਬ ਨੈਸ਼ਨਲ ਬੈਂਕ 'ਚੋਂ ਵੀ ਗਏ ਆ, PNB ਦਾ ਜਿਹੜਾ ਸੀਗਾ। ਇਹ ਸਾਰੇ ਮਸਲੇ ਉਹ ਜਿਉਂਦੇ ਤਿਉਂ ਇਹਦੇ ਵੱਲ ਓਪੋਜੀਸ਼ਨ ਜਿਹੜੀ, ਮੈਂ ਇੱਥੇ ਆ ਰਿਹਾ, ਜਿਹੜੀ ਓਪੋਜੀਸ਼ਨ ਛੋਟੀ ਛੋਟੀਆਂ ਗੱਲਾਂ 'ਤੇ ਗੱਲਾਂ ਕਰ ਰਹੇ ਆ। ਜਿਹੜੇ ਆਹ ਮਸਲੇ ਆ ਜਾਂ ਤਾਂ ਇਹਨਾਂ ਨੂੰ ਸਮਝ ਨਹੀਂ ਆ ਰਹੇ ਜਾਂ ਇਹ ਨਹੀਂ ਗੱਲ ਕਰਨਾ ਚਾਹੁੰਦੇ। ਇਹ ਜਿਹੜੇ ਮਸਲੇ ਆ ਜਿਹ 'ਚ ਕਾਰਪੋਰੇਟ ਬੈਠੇ ਆ, ਅਰਬਪਤੀ ਬੈਠੇ ਆ, ਜਾਂ ਜੋ ਕਰ ਰਹੇ ਆ, ਜੋ ਸਰਕਾਰੀ ਮਸ਼ੀਨਰੀ ਵਿਕ ਰਹੀ ਆ, ਸਾਰਾ ਸੋਸਾਇਟੀ ਨੂੰ ਉਹਦਾ ਜਿਹੜਾ ਹੈਗਾ ਨੁਕਸਾਨ ਪਹੁੰਚ ਰਿਹਾ। ਆਪੋਜੀਸ਼ਨ ਪੰਜਾਬ ਦੀ ਕੀ ਹਿੰਦੁਸਤਾਨ ਦੇ 'ਚ ਤੇ ਉੱਥੇ ਤਾਂ NDA ਉੱਥੇ ਤਾਂ ਹੈ ਹੀ ਨਹੀਂ। ਜਿਹੜੀ ਸੈਂਟਰ 'ਚ ਤਾਂ ਆਪੋਜੀਸ਼ਨ ਨਹੀਂ, ਕਾਂਗਰਸ ਕੋ ਇਹ ਰੁਤਬਾ ਜ਼ਿਆਦਾ ਨਹੀਂ ਸੰਭਾਲਿਆ ਗਿਆ। ਪੰਜਾਬ ਦੀ ਆਪੋਜੀਸ਼ਨ ਜਿੱਥੋਂ ਗੱਲ ਕਰਦੀ ਆ ਵੀ ਇੱਥੇ ਆਹ ਗੱਲ ਹੋ ਗਈ ਯਾਰ, ਇੱਥੇ ਕੇਜਰੀਵਾਲ ਸਾਹਿਬ ਆ ਕੇ ਜਾ ਕੇ ਫਿਲਹਾਲ ਅਜੇ ਤਾਂ ਉਹਨਾਂ ਨੇ 2-4 ਜਿਹੜੇ ਮਸਲੇ ਉਹਨਾਂ ਨੇ ਹੱਲ ਕੀਤੇ ਆ, ਬਾਕੀ ਕਰਨਗੇ ਵੀ। ਵਿਰੋਧੀ ਪਾਰਟੀਆਂ ਨੂੰ ਕਰਨਾ ਵੀ ਚਾਹੀਦਾ, ਕਿਉਂਕਿ ਤਾਂ ਕਿ ਇਹ ਬੰਦੇ ਸੌ ਨਾ ਜਾਣ, ਲਾਪਰਵਾਹੀ ਨਾ ਕਰਨ। ਪਰ ਇਹੋ ਜਿਹੇ ਮਸਲੇ ਵੀ ਉਹਨਾਂ ਦੇ ਧਿਆਨ 'ਚ ਆਉਣੇ ਚਾਹੀਦੇ ਤਾਂ ਕਿ ਲੋਕਾਂ ਦੀ ਆਵਾਜ਼ ਤਾਂ ਨੂੰ ਬੁਲੰਦ ਕਰਨੇ ਜਿਹੜੀ ਆਪੋਜੀਸ਼ਨ। ਬਿਲਕੁਲ ਸਹੀ ਕਹਿੰਦੇ ਹੋ। ਦੇਖੋ ਭਾਰਤ ਦੀਆਂ ਟੌਪ 10 ਫੈਮਲੀਜ਼ ਨੇ, ਉੱਪਰਲੀਆਂ 10 ਫੈਮਲੀਜ਼, 70 ਤੋਂ 75% ਦੌਲਤ ਉਹਨਾਂ ਦੇ ਕੋਲ ਹੈ। ਬਾਕੀ ਸਾਰੀ ਦੇਸ਼ ਦੇ ਵਿੱਚ ਦੌਲਤ ਹੈ। ਹੁਣ ਜਿਹੜੀਆਂ ਨਵੀਂ ਪਾਲਿਸੀਜ਼ ਆ ਰਹੀਆਂ ਨੇ, ਨਵੀਂ ਮੋਨੇਟਰੀ ਪਾਲਿਸੀ ਆ ਰਹੀ ਹੈ, ਉਸ ਪਾਲਿਸੀ ਦੇ ਮੁਤਾਬਿਕ 3 ਸੈਕਟਰਸ ਨੇ ਜਿਹੜੇ ਕਰਜ਼ੇ ਲੈਂਦੇ ਨੇ ਬੈਂਕ ਤੋਂ। ਨੰਬਰ 1 ਸਰਕਾਰ ਕਰਜ਼ੇ ਲੈਂਦੀ ਹੈ, ਨੰਬਰ 2 ਕਾਰਪੋਰੇਟਸ ਕਰਜ਼ੇ ਲੈਂਦੇ ਨੇ, ਨੰਬਰ 3 ਆਮ ਲੋਕ ਕਰਜ਼ੇ ਲੈਂਦੇ ਨੇ, ਜੋ ਸਾਰਾ ਪੈਸਾ ਬੈਂਕਾਂ ਦੇ ਵਿੱਚ ਪਿਆ। ਹੁਣ ਇਹ ਕਰਜ਼ੇ ਦੀ ਦਰ ਸਸਤੀ ਕੀਤੀ ਹੈ। ਜੇ ਗਵਰਨਮੈਂਟ ਮੰਨ ਲਓ 7% ਤੇ ਲੈਂਦੀ ਪਈ ਹੈ ਤੇ ਕਾਰਪੋਰੇਟਸ ਨੂੰ ਬੈਂਕ 6% ਤੇ ਦਿੰਦੇ ਪਏ। ਤੇ ਆਮ ਆਦਮੀ ਦਾ ਤੇ ਬਿਲਕੁਲ ਅਲੱਗ ਹੈ। ਜਿਹੜਾ ਆਮ ਲੋਕ ਜਾਂਦੇ ਨੇ ਉਹਨਾਂ ਦੇ ਤਾਂ ਛੋਟੇ ਛੋਟੇ ਮਸਲੇ ਹੁੰਦੇ ਨੇ। ਹੁਣ ਮੇਨ ਮਸਲਾ ਸਰਕਾਰ ਜਿਹੜੀ ਹੈ ਉਹ ਵੀ ਕਰਜ਼ੇ ਲੈ ਕੇ ਚੱਲਦੀ ਪਈ ਹੈ ਔਰ ਲੋਕਾਂ ਦਾ ਪੈਸਾ ਵਰਤਦੀ ਪਈ ਹੈ, ਔਰ ਇਧਰੋਂ ਟੈਕਸ ਵਧਾ ਦਿੱਤੇ ਜਾਂਦੇ ਨੇ। ਯਾਨੀ ਕਿ ਕਰਜ਼ੇ ਦੀ ਜਿਹੜੀ ਕਿਸ਼ਤ ਹੈ ਉਹ ਵੀ ਆਮ ਲੋਕ ਹੀ ਪੇ ਕਰਦੇ ਨੇ ਟੈਕਸ ਦੇ ਰੂਪ ਦੇ ਵਿੱਚ। ਯਾਨੀ ਕਿ ਸਾਡਾ ਹੀ ਪੈਸਾ ਔਰ ਵਰਤਦੀ ਸਰਕਾਰ, ਔਰ ਉਹਦਾ ਪੈਸਾ ਪੇਮੈਂਟ ਜਿਹੜੀ ਕਰਜ਼ੇ ਦੀ ਵਿਆਜ ਦੀ ਕਿਸ਼ਤ ਹੈ ਉਹ ਵੀ ਲੋਕੀ ਦਿੰਦੇ ਪਏ ਨੇ ਗਵਰਨਮੈਂਟ ਨੂੰ, ਔਰ ਗਵਰਨਮੈਂਟ ਸਾਡੇ ਕੋਲੋਂ ਲੈ ਕੇ ਦਿੰਦੀ ਹੈ ਟੈਕਸ ਦੇ ਰੂਪ ਦੇ ਵਿੱਚ। ਕਾਰਪੋਰੇਟਸ ਉਹ ਗਵਰਨਮੈਂਟ ਦਾ ਵੀ 1% ਡਾਊਨ ਤੇ ਜਾਂਦੇ ਨੇ ਜਦੋਂ ਉਹਨਾਂ ਨੂੰ ਬੈਂਕ ਕਰਜ਼ੇ ਦਿੰਦੇ। ਸੋ 1% ਡਾਊਨ ਤੇ ਉਹ ਵੀ ਲੈਂਦੇ ਪਏ ਨੇ। ਸੋ ਉਹ ਆਪਣੇ ਬਿਜ਼ਨਸ ਖੜੇ ਕਰਦੇ ਨੇ ਔਰ ਉਹ ਸਰਕਾਰੀ ਪ੍ਰਾਪਰਟੀਜ਼ ਖਰੀਦਦੇ ਨੇ ਔਰ ਆਪਣੇ ਬਿਜ਼ਨਸ ਨੂੰ ਫਲਰਿਸ਼ ਕਰਦੇ ਨੇ। ਸੋ ਆਮ ਲੋਕ ਫਿਰ ਉੱਥੇ ਦੱਬੇ ਗਏ ਕਿਉਂਕਿ ਸਾਰਾ ਕੁਝ ਉਹਨਾਂ ਦੇ ਹੱਥ 'ਚ ਆ ਗਿਆ। ਫਿਰ ਉਹਨਾਂ ਨੇ ਆਪਣੇ ਮੁਨਾਫੇ ਦੇ ਮੁਤਾਬਿਕ ਹਰ ਚੀਜ਼ ਦੇ ਰੇਟ ਤੈਅ ਕਰਨੇ ਨੇ। ਜੇ ਐਰੋਪਲੇਨ 에ਅਰਪੋਰਟਸ ਉਹਨਾਂ ਦੇ ਹਿੱਸੇ 'ਚ ਚਲੇ ਜਾਂਦੇ ਨੇ ਤਾਂ ਉਹ ਆਪਣੇ ਮੁਤਾਬਿਕ ਉਹ ਫੇਅਰਸ ਰੱਖਣਗੇ, ਆਪਣੇ ਮੁਤਾਬਿਕ ਟਿਕਟ ਦੇ ਪੈਸੇ ਰੱਖਣਗੇ। ਠੀਕ ਉਸੇ ਤਰ੍ਹਾਂ ਰੇਲਵੇਜ਼ ਨਾਲ ਵੀ ਹੋਏਗਾ, ਠੀਕ ਉਸੇ ਤਰ੍ਹਾਂ ਹੁੰਦਾ ਪਿਆ ਜਿਹੜਾ ਕਮਿਊਨੀਕੇਸ਼ਨ ਟੈਲੀਕਮਿਊਨੀਕੇਸ਼ਨ ਦਾ ਸੈਕਟਰ ਹੈ, ਉਹਨਾਂ ਨੇ ਆਪਣੇ ਮੁਨਾਫੇ ਦੇ ਮੁਤਾਬਿਕ ਰੱਖਣਾ ਹੈ। ਇੱਥੋਂ ਤੱਕ ਕਿ ਜਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਵੀ ਕਾਰਪੋਰੇਟਸ ਦੇ ਹੱਥ ਵਿੱਚ ਆਉਂਦੀਆਂ ਪਈਆਂ ਨੇ। ਵੱਡੇ ਵੱਡੇ ਸ਼ਾਪਿੰਗ ਮਾਲਸ ਨੇ, ਉੱਥੇ ਤੁਸੀਂ ਜਾ ਕੇ ਦੇਖੋ ਰੇਟਸ, ਇੱਕ ਛੱਲੀ ਦੀ ਕੀਮਤ 40 ਰੁਪਏ, ਠੀਕ ਹੈ, ਔਰ ਜਦ ਕਿ ਛੱਲੀ ਦੀ ਕੀਮਤ ਇੰਨੀ ਨਹੀਂ। ਮਾਰਕੀਟ ਦੇ ਵਿੱਚ ਜੇ ਤੁਸੀਂ ਜਾਓ, ਇੱਕ ਪੇਂਡੂ ਮੰਡੀ ਦੇ ਵਿੱਚ ਤੁਸੀਂ ਜਾਓ, 25 ਰੁਪਏ ਤੋਂ 20 ਰੁਪਏ ਕਿਲੋ ਤੁਹਾਨੂੰ ਛੱਲੀਆਂ ਮਿਲ ਜਾਣਗੀਆਂ ਔਰ ਅੱਛੀ ਕਿਸਮ ਦੀਆਂ ਮਿਲਣਗੀਆਂ। ਔਰ ਜਿਹੜੇ ਅਸੀਂ ਸੇਬ ਦੇਖਦੇ ਹਾਂ 150 ਰੁਪਏ ਕਿਲੋ, ਜਦ ਕਿ ਉੱਥੋਂ ਮਾਰਕੀਟ ਵਿੱਚੋਂ ਜਦੋਂ ਚੁੱਕੇ ਜਾਂਦੇ ਨੇ, ਬਾਗ ਵਿੱਚੋਂ ਚੁੱਕੇ ਜਾਂਦੇ ਨੇ, ਤਾਂ ਕਿਹਾ ਜਾਂਦਾ ਕਿ 20 ਤੋਂ 25 ਰੁਪਏ ਕਿਲੋ ਦੇ ਵਿੱਚੋਂ ਲੈ ਕੇ 150 ਰੁਪਏ ਕਿਲੋ ਪੈਕਿੰਗ ਦੇ ਨਾਲ ਸਾਰਾ ਸਾਨੂੰ ਮਿਲ ਰਿਹਾ। ਸੋ ਇਹ ਉਹਨਾਂ ਦਾ ਕਬਜ਼ਾ ਹੈ। ਤਾਂ ਹਰ ਥਾਂ ਦੇ ਉੱਤੇ ਤੁਸੀਂ ਮੁਨਾਫਾਖੋਰੀ ਔਰ ਜੋ ਸਿਟੀਜ਼ਨਸ ਦੀਆਂ ਜ਼ਰੂਰਤਾਂ ਨੇ, ਜੋ ਇਨਸਾਨ ਦੇ ਜੀਉਣ ਵਾਸਤੇ ਲੋੜਾਂ ਨੇ, ਉਹ ਮਹਿੰਗੀਆਂ। ਪਾਣੀ ਦੀ ਕਦਰ ਅਸੀਂ ਨਹੀਂ ਕੀਤੀ। ਕਾਰਪੋਰੇਟਸ ਨੂੰ ਪਾਣੀ ਸਮਝ ਆ ਗਿਆ ਕਿ ਪਾਣੀ ਦੀ ਕਦਰ ਕੀ ਹੈ। ਉਹ ਬੋਤਲਾਂ 'ਚ ਪਾ ਕੇ ਪਾਣੀ ਵੇਚਣਾ ਸ਼ੁਰੂ ਕਰ ਦਿੱਤਾ, 25-25 ਰੁਪਏ ਦੀ ਬੋਤਲ ਲੀਟਰ ਦੀ। ਔਰ ਜਿਹੜਾ ਪਾਣੀ ਅਸੀਂ ਫ੍ਰੀ 'ਚ ਦਿੰਦੇ ਹਾਂ, ਜਿਹੜੀ ਸਾਡੀ ਪੰਜਾਬ ਦੀ ਧਰਤੀ ਦੇ ਉੱਤੋਂ ਛਬੀਲਾ ਲਾਉਣ ਦਾ ਸਾਡਾ ਕਲਚਰ ਗੁਰੂ ਸਾਹਿਬਾਨ ਨੇ ਸਿਖਾਇਆ, ਕਦੀ ਕੋਈ ਸੋਚ ਸਕਦਾ ਸੀ ਉੱਥੇ ਪਾਣੀ ਦੀ ਬੋਤਲ ਵਿਕੇਗੀ, ਪਾਣੀ ਮੁੱਲ ਵਿਕੇਗਾ। ਸੋ ਇਹ ਵੀ ਹੋ ਰਿਹਾ। ਸੋ ਇਹ ਕਾਰਪੋਰੇਟਸ ਹੌਲੀ ਹੌਲੀ ਜਿਸ ਤਰ੍ਹਾਂ ਸਾਰਾ ਕਬਜ਼ਾ ਕਰ ਰਹੀ ਹੈ, ਨੋ ਡਾਊਟ ਕਿ ਪ੍ਰਾਈਵੇਟ ਸੈਕਟਰ ਔਰ ਗਵਰਨਮੈਂਟ ਸੈਕਟਰ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ, ਪਰ ਇਸ ਤਰ੍ਹਾਂ ਨਹੀਂ ਕਿ ਆਮ ਲੋਕਾਂ ਦਾ ਜੀਣਾ ਹਰਾਮ ਹੋ ਜਾਏ ਔਰ ਸਾਰੇ ਪ੍ਰੋਫਿਟਸ ਕੁਝ ਇੱਕ ਚੁਣਿੰਦਾ ਫੈਮਲੀਜ਼ ਕੋਲ ਚਲੇ ਜਾਣ ਜੋ ਕਾਰਪੋਰੇਟਸ ਨੇ, ਕਿਉਂਕਿ ਉਹ ਇਹਨਾਂ ਦੀਆਂ ਇਲੈਕਸ਼ਨਸ ਨੂੰ ਸਪਾਂਸਰ ਕਰਦੇ ਨੇ ਔਰ ਇਹ ਉਹਨਾਂ ਨੂੰ ਸਾਰੀਆਂ ਨੀਤੀਆਂ ਬਣਾ ਕੇ
ਫਾਇਦਾ ਦਿੰਦੇ ਨੇ। ਤਾਂ ਇਸ ਵਕਤ ਜਿਹੜੀਆਂ ਨੀਤੀਆਂ ਬਣ ਰਹੀਆਂ ਨੇ ਉਹ ਕਾਰਪੋਰੇਟਸ ਬਣਵਾ ਰਹੀਆਂ ਨੇ, ਸਰਕਾਰ ਤਾਂ ਸਿਰਫ ਵਿਖਾਈ ਦੇ ਰਹੀ ਹੈ। ਪਰ ਆਪਾਂ ਜੇ ਵੱਡੀਆਂ ਨੀਤੀਆਂ ਦੀ ਗੱਲ ਕਰਦੇ ਹਾਂ ਨਾ, ਉਹ ਤਾਂ ਚਲੋ ਉੱਪਰ ਦੀ ਗੱਲ ਹੈ ਨਾ। ਜੇ ਆਪਾਂ ਗਰਾਊਂਡ ਨਾਲ ਮਿਲਦੀਆਂ ਜਾਂ ਧਰਤੀ ਦੇ ਵਿਚਰ ਰਹੇ ਲੋਕਾਂ ਲਈ ਜਿਹੜੀਆਂ 2-4 ਗੱਲਾਂ ਹੁੰਦੀਆਂ ਨੇ, ਜਿਸ ਤਰ੍ਹਾਂ ਤੁਸੀਂ ਹੁਣ ਸੇਬਾਂ ਦੀ ਗੱਲ ਕੀਤੀ ਹੈ ਵੀ 150 ਜਾਂ 180 ਰੁਪਏ ਕਿਲੋ ਸੇਬ ਆ, ਬੀਜਦਾ ਕੌਣ ਹੈ? ਤਾਂ ਕਿਸਾਨ ਹੀ ਹੈ ਨਾ, ਕਸ਼ਮੀਰ ਦਾ ਜਾਂ ਆਲੇ ਦੁਆਲੇ ਜੋ ਕੋਈ ਬੀਜਦਾ ਉਹੀ ਬੀਜਦਾ। ਜੇ ਟਮਾਟਰ ਆ ਜਾਂ ਜੇ ਗੋਭੀ ਆ ਜਾਂ ਜੇ ਤੁਹਾਡੇ ਕੋਲ ਮਟਰ ਆ ਜਾਂ ਜਿਹੜੀਆਂ ਸਬਜ਼ੀਆਂ, ਤੁਸੀਂ ਉਹਨਾਂ ਨੂੰ ਵੇਖੋ, ਉਹ ਹੱਥ ਨਹੀਂ ਲੱਗਦਾ ਕਿ ਉਹ ਜ਼ਮੀਨ ਤੋਂ ਉੱਗ ਕੇ ਕਿਸਾਨ ਕੋ ਗਈਆਂ, ਕਿਸਾਨ ਤੋਂ ਬਾਅਦ ਉਹ ਮਾਰਕੀਟ ਚਲ ਗਈਆਂ ਤੇ ਮਹਿੰਗੀਆਂ ਹੋ ਗਈਆਂ। ਪਿਆਜ਼ ਦਾ ਗੱਲ ਦੇਖ ਲਓ, ਪਿਆਜ਼ ਜਦੋਂ ਹੁੰਦਾ ਸਟੋਰ ਕੀਤਾ ਜਾਂਦਾ, ਜਦੋਂ ਵੇਚਣਾ ਹੁੰਦਾ ਨਾ, ਜਦੋਂ ਉਹਨਾਂ ਦੇ ਹੱਥ 'ਚ ਆ ਜਾਂਦਾ, ਜਦੋਂ ਆਪਾਂ ਉਹਨਾਂ ਨੂੰ ਖਰੀਦਣਾ ਤੇ ਫਿਰ ਅਸੀਂ ਉਹ 90 ਰੁਪਏ ਕਿਲੋ ਹੈ ਨਾ 150 ਰੁਪਏ ਕਿਲੋ, ਜਿੱਦੇ ਸੇਬ ਦਾ ਮੁੱਲ ਉੱਥੇ ਦਾ ਉਹਨਾਂ ਹੀ ਮੁੱਲ ਹੁੰਦਾ। ਰਹੀ ਗੱਲ ਹੁਣ ਆ ਜਿਹੜਾ ਨਰਮੇ ਦੀ ਗੱਲ, ਇੱਕ ਦਿਨ ਆਪਾਂ ਵੀ ਕੀਤੀ ਆ, ਜਿਹਨੂੰ ਚਿੱਟਾ ਸੋਨਾ ਕਿਸਾਨ ਕਹਿੰਦਾ। ਹੁਣ ਮਾਨਸਾ ਦੇ ਬਠਿੰਡੇ ਦਾ ਏਰੀਆ ਜਿੱਥੇ ਹੁੰਦਾ, ਉਹ ਇਸ ਵੇਲੇ ਹੁਣ ਉਹ 12,000 ਨੂੰ ਕੁਇੰਟਲ, ਜਦੋਂ ਕਿਸਾਨ ਕੋਲ ਲਿਆ ਉਹ 6 ਤਾਂ 5500। ਉਹੀ ਗੱਲ ਗੰਨੇ ਦਾ ਹੁਣ ਗੰਨਾ ਮਿੱਲਾਂ ਜਿੱਥੇ ਹੈਗੀਆਂ, ਗੰਨਾ ਕਿਸਾਨ ਬੀਜਦਾ ਜਾਂਦਾ ਪੀੜਿਆ ਜਾਂਦਾ, ਉੱਥੇ ਫਗਵਾੜਾ ਮਿੱਲ ਹੈਗੀ ਆ ਜਾਂ ਬਟਾਲੇ ਹੈਗੀ ਆ, ਦਸੂਆ ਹੈਗੀ ਆ, ਉਹਨਾਂ ਮਿੱਲਾਂ 'ਤੇ ਜਿਹੜੀ ਖੰਡ ਬਣਦੀ ਆ। ਔਰ ਖੰਡ ਬਣਨ ਤੋਂ ਬਾਅਦ ਜਿਹਦਾ ਗੰਨੇ ਨੂੰ ਗੁੜ ਬਣਦਾ, ਗੁੜ ਅਜੇ 50-55 ਹੋਊਗਾ, ਖੰਡ ਫਿਰ 70-80 ਦੇ ਨੇੜੇ ਚਲੀ ਗਈ। ਔਰ ਉਹਦੇ ਤੋਂ ਬਾਅਦ ਜਦੋਂ ਗੰਨਾ ਲਿਆ ਜਾਂਦਾ ਇਹਨਾਂ ਕੋਲ, ਉਹਦਾ ਰੇਟ ਤੈਅ ਜਦੋਂ ਕਰਦੇ ਆ MSP 'ਚ ਜਿਹੜਾ ਕਰਦੇ ਉਹ ਸਰਕਾਰ ਕਰਦੀ ਹੈ, ਅਤੇ ਗੰਨੇ ਦਾ ਪੂਰਾ ਰੇਟ ਨਹੀਂ ਮਿਲਦਾ। ਫਿਰ ਇਹ ਵਿਚਾਰੇ ਐਜੀਟੇਸ਼ਨ ਕਰਦੇ ਆ, ਤੇਲ ਬਾਲਦੇ ਆ, ਸੜਕਾਂ 'ਤੇ ਨਿਕਲਦੇ ਆ, ਕੰਮ ਸਾਰਾ ਖਰਾਬ ਹੁੰਦਾ। ਔਰ ਲੋਕ ਇਹਨਾਂ ਦੇ ਅਗੇਂਸਟ ਵੀ ਹੁੰਦੇ ਵੀ ਯਾਰ ਸਾਨੂੰ ਜ਼ਰੂਰਤ ਦੀਆਂ ਗੱਲਾਂ ਜਿਹੜੀਆਂ ਕਰਨੀਆਂ ਉਹ ਤਾਂ ਹੁੰਦਾ ਹੀ ਨਹੀਂ। ਪਰ ਹੁਣ ਕਿਸਾਨ ਵਿਚਾਰਾ ਸੜਕਾਂ 'ਤੇ ਨਿਕਲ ਕੇ ਦੱਸੂਗਾ ਨਾ, ਜੇ ਰੌਲਾ ਪਾਊਗਾ ਤਾਂ ਤਦ ਹੀ ਹੁੰਦਾ। ਹੁਣ ਉਹ ਜਦੋਂ ਚੀਜ਼ ਬੀਜਦਾ ਤਾਂ ਉਦੋਂ ਚੀਜ਼ ਉਹਦੀ ਜਾਂਦੀ ਆ ਬਿਲਕੁਲ ਮਿੱਟੀ ਅਤੇ ਕੌਡੀਆਂ ਦੇ ਭਾਅ। ਜਦੋਂ ਵਿਕਦੇ ਆ, ਜਦੋਂ ਉਹਦੇ ਕੋਲ ਉਹਨੇ ਲੈਣਾ ਜਾਂ ਕਸਟਮਰ ਲੈਂਦਾ, ਗਾਹਕ ਲੈਂਦਾ, ਉਦੋਂ ਉਹ ਸੋਨੇ ਦੇ ਭਾਅ। ਇਹ ਚੀਜ਼ਾਂ ਉਦੋਂ ਚੜ੍ਹਾਉਂਦੇ ਸਮਾਨਾਂ 'ਤੇ, ਕਿਉਂਕਿ ਇਹ ਇਹਨਾਂ ਨੂੰ ਪਤਾ ਵੀ ਪੜ੍ਹਿਆ ਲਿਖਿਆ ਘੱਟ ਆ। ਰਹੀ ਗੱਲ ਟੈਕਸਾਂ ਦੀ, GST ਜਿਹੜਾ ਟੈਕਸ ਆ, ਜੇ ਬਾਹਰਲੇ ਦੇਸ਼ਾਂ 'ਚ ਲੱਗਦਾ ਤਾਂ ਉਨੀ ਫੈਸਿਲਿਟੀ ਵੀ ਦਿੰਦੇ ਆ। ਜੇ ਤੁਹਾਡੇ 'ਤੇ ਉਹਨਾਂ ਨੇ ਟੈਕਸ ਲਾਇਆ, ਪਬਲਿਕ 'ਤੇ ਟੈਕਸ ਲਾਇਆ, ਨਾਲ ਮੈਡੀਕਲ ਆ, ਐਜੂਕੇਸ਼ਨ ਆ, ਅਨਪਲਾਇਮੈਂਟ ਭੱਤੇ ਆ, ਕਈ ਚੀਜ਼ਾਂ ਹੈਗੀਆਂ। ਕਰੋਨਾ ਆਇਆ ਤਾਂ ਉਹਨਾਂ ਨੇ ਪੈਸਾ ਦਿੱਤਾ, ਕੈਨੇਡਾ ਨੇ ਵੀ ਦਿੱਤਾ, ਨੀਦਰਲੈਂਡ ਨੇ ਦਿੱਤਾ, ਨਿਊਜ਼ੀਲੈਂਡ ਨੇ ਦਿੱਤਾ, ਸਾਰੇ ਰਸ਼ੀਆ ਨੇ, ਇੰਗਲੈਂਡ ਨੇ ਬੈਠਿਆਂ ਨੂੰ ਕਿ ਇਹਨਾਂ ਨੂੰ ਪੈਸਾ ਦਿਓ। ਸਾਡੇ ਲੋਕਾਂ ਨੇ ਬਸ ਸਾਡੇ ਐਵੇਂ ਟੀਕੇ ਲੱਗੇ, ਬਾਕੀ ਖਾਓ ਹੰਡਾਓ ਜੋ ਕੋਈ ਹੈਗਾ, ਤੁਸੀਂ ਨਿੰਬੂ ਪੀ ਲਓ ਜੀ, ਉਹਦੇ ਨਾਲ ਹੋ ਜਾਊਗਾ ਜੀ। ਤੁਸੀਂ ਜਿਹੜਾ ਡਾਕਟਰਾਂ ਨੂੰ ਆਪ ਮਿਲੋਗੇ, ਆਪ ਪੈਸਾ ਖਰਚੋਗੇ, ਬੱਚਿਆਂ ਨੂੰ ਆਪ ਪਾਲੋਗੇ, ਸਾਰਾ ਕੁਝ ਹੈ। ਤੇ ਪਰ ਟੈਕਸਾਂ ਦਾ ਬੋਝ ਤੁਹਾਡੇ 'ਤੇ, GST ਦਾ ਫਿਰ ਕਹਿਣਗੇ ਦਿਓ ਜੀ ਉਹਨੂੰ ਨਾਲ। ਇਨਕਮ ਟੈਕਸ ਜਿਹੜਾ ਅੰਪਲਾਈ 'ਤੇ ਲੱਗੂਗਾ, ਸਾਰਾ ਕੁਝ ਹੈ। ਬਾਕੀ ਜਿਹੜੇ ਕਾਰਪੋਰੇਟ ਹੈ ਫਿਰ ਇਹ 'ਚੋਂ ਬਚ ਜਾਂਦੇ ਆ। ਜਿਹਦੇ 'ਚ ਆ ਵਿਧਾਇਕਾਂ ਦਾ ਜਿਹੜਾ ਹੁਣ ਇਹਨਾਂ ਨੇ ਆ ਕੇ ਆਮ ਆਦਮੀ ਪਾਰਟੀ ਨੇ ਰੋਕਿਆ, ਵਿਧਾਇਕ ਜਿਹੜੇ ਸੀਗੇ, ਸਾਰਾ ਇਹਦਾ ਇਨਕਮ ਟੈਕਸ ਦੇਖੋ, MP ਤੋਂ ਲੈ ਕੇ ਮਿਨਿਸਟਰਾਂ ਤੱਕ ਸਾਰਾ ਕੁਝ ਇਨਕਮ ਟੈਕਸ ਗੌਰਮੈਂਟ ਦਿੰਦੀ ਸੀ। ਇਹ ਕਿੱਥੋਂ ਦੀਆਂ ਗੱਲਾਂ ਹੈਗੀਆਂ? ਕਿਹੜੇ ਦੇਸ਼ ਦੀਆਂ ਗੱਲਾਂ? ਕਿਹੜੇ ਉੱਦਾਂ ਦੀ? ਲੋਕਾਂ ਨੂੰ ਤਾਂ ਇਹ ਮੂਰਖਤਾ ਤੱਕ ਲੈ ਗਏ ਸਾਰਾ ਕੁਝ, ਕਿ ਜਿਹੜਾ ਇੰਪਲਾਈ ਉਹਨੂੰ ਤਾਂ ਲਿਮਟਡ ਆਉਂਦੀ ਤਨਖਾਹ 'ਚੋਂ, ਉਹਦੇ ਬੱਚੇ ਨੇ ਪਾਲਣੇ, ਉਹ 'ਚੋਂ ਕੱਟ ਲਓ ਜੀ। ਜਿਹੜਾ MLA ਉਹਦੀ ਜਿਹੜੀ ਸੈਲਰੀ ਆ ਰਹੀ ਆ ਜਾਂ ਉਹ ਤੋਂ ਆ ਰਿਹਾ, ਉਹਦੇ ਕੋਲ ਪੈਨਸ਼ਨ ਆ ਰਹੀ ਆ, ਉਹਦਾ ਜਿਹੜਾ ਬਣ ਗਿਆ ਇਨਕਮ ਟੈਕਸ ਉਹ ਗੌਰਮੈਂਟ ਦੇਊਗੀ। ਕਿਉਂਕਿ ਇਸ ਕਰਕੇ ਵੀ ਹੈਗਾ ਖੰਨਾ ਜੀ, ਕਿਉਂਕਿ ਉਹ ਕਾਨੂੰਨ ਬਣਾਉਂਦੇ ਆ। ਉਹਨਾਂ ਨੇ ਮੀਟਿੰਗਾਂ ਕਰਨੀਆਂ, ਉਹਨਾਂ ਨੇ ਕਹਿਣਾ ਜੀ ਜਿਹੜਾ ਕੋਈ ਪਹਿਲਾਂ ਆਪਣੇ ਭਾਂਡੇ 'ਚ ਪਾਓ, ਆਪਣੀ ਜੇਬ 'ਚ ਪਾਓ ਸਾਰਾ ਕੁਝ, ਬਾਕੀ ਬਚਦਾ ਉਹਨਾਂ ਨੂੰ ਦੇ ਦਿਓ। ਇਹ ਹਾਲ ਹੈ ਸਾਡੀ ਡੈਮੋਕ੍ਰੇਸੀ ਦਾ, ਸਾਡੀ ਜਮਹੂਰੀਅਤ ਦਾ, ਸਾਡੀ ਆਪ ਲੋਕਾਂ ਨੂੰ ਵੋਟ ਪਾਈ ਦਾ, 5 ਸਾਲ ਲੋਕਾਂ ਨੂੰ ਜਿਹੜੇ ਆ ਸਾਡੇ ਨੁਮਾਇੰਦੇ ਉਹਨਾਂ ਨੂੰ ਜਿਹੜਾ ਮੌਕਾ ਦੇਣ ਦਾ, ਉਹ ਫਿਰ ਆਪਣੇ ਮੂੰਹ 'ਚ ਹੀ ਪਾਉਂਦੇ ਆ। ਅਤੇ ਜਿਹੜੇ ਬਾਕੀ ਬਚਦੇ ਲੋਕ ਹੈਗੇ ਉਹਨਾਂ ਨੂੰ ਕਹਿੰਦਾ ਜੀ ਜਿਹੜੇ ਹੈਗੇ 5 ਸਾਲ ਕੱਢੋ, ਭੁੱਖੇ ਰਹਿ ਕੇ, ਨੰਗੇ ਰਹਿ ਕੇ, ਜਿੱਥੇ ਸੌਣਾ ਸੌਂ ਜਾਓ, ਸੜਕਾਂ 'ਤੇ ਸੌਂ ਜਾਓ। ਅੱਤ ਦੀ ਗਰੀਬੀ ਵੀ ਹੈਗੀ ਹੈ ਪੰਜਾਬ 'ਚ ਵੀ ਹੈਗੀ ਹੈ। ਚਲੋ ਬਾਹਰਲੇ ਲੋਕ ਆਏ ਆ, ਜਿਹੜੇ ਬਾਹਰੋਂ ਲੋਕ ਆ ਕੇ ਬੈਠੇ, ਪੰਜਾਬ ਦੇ ਲੋਕ ਚਲੋ ਇੱਥੋਂ ਤੱਕ ਹੈਗਾ, ਪਰ ਫਿਰ ਵੀ ਉਹ ਇਨਕਮ ਨਹੀਂ ਜਿਹੜੀ ਪਹਿਲੋਂ ਇਨਕਮ ਹੁੰਦੀ ਸੀ ਲੋਕਾਂ ਨੂੰ। ਖਰਚੇ ਵੀ ਵੱਧ ਗਏ, ਬੜਾ ਕੁਛ ਹੈਗਾ। ਪਰ ਇਹ ਗੌਰਮੈਂਟ ਨੂੰ ਖੁਦ ਵੇਖਣਾ ਚਾਹੀਦਾ। ਆਪੋਜੀਸ਼ਨ ਬਾਕੀ ਗੱਲਾਂ 'ਤੇ ਤਾਂ ਬੋਲਦੀ ਹੈ, ਪਰ ਜਿਹੜੇ ਲੋਕ ਸੜਕ ਤੇ ਚੱਲਦੇ ਲੋਕ ਹੈ, ਗਰੀਬ ਆ ਲੋਕ, ਜਿਹੜੇ ਰੋਜੀ ਰੋਟੀ ਤੋਂ ਆਤਰ ਆ, ਜਿਹਨਾਂ ਨੂੰ ਕੁਝ ਨਹੀਂ ਮਿਲਦਾ, ਉਦੋਂ ਆਪੋਜੀਸ਼ਨ ਦਾ ਮੂੰਹ ਨਹੀਂ ਖੁੱਲਦਾ, ਉਹਨੂੰ ਕੁਝ ਨਹੀਂ ਕਰਦੀ। ਇਹ ਕੀ ਗੱਲ ਹੁੰਦੀ ਹੈ? ਇਹ ਗੱਲ ਤਾਂ ਵਿਚਾਰਨਯੋਗ ਆ। ਸੂਝਵਾਨ ਲੋਕ ਇਸ ਗੱਲ ਨੂੰ ਕਰਦੇ ਆ, ਪਰ ਸੂਝਵਾਨ ਲੋਕ ਵਿਚਾਰੇ ਬਹਿ ਜਾਂਦੇ ਚੁੱਪ ਕਰਕੇ। ਉਹਨੂੰ ਪਤਾ ਵੀ ਰੌਲਾ ਪਿਆ ਗੱਲ ਨਹੀਂ ਬਣਨੀ। ਜਿਹੜਾ ਰੌਲਾ ਪਾਊਗਾ, ਜਿਹੜੇ ਸ਼ਹਿਰੋ ਸ਼ਾਇਰੀ ਕਰਕੇ ਲੋਕਾਂ ਨੂੰ ਦੱਸੂਗਾ, ਜਿਹੜਾ ਆ ਕੇ ਲੋਕਾਂ ਨੂੰ ਆਪਣੇ ਲੈਕਚਰ ਬਣਾ ਕੇ ਦਿਖਾ ਦੂਗਾ, ਉਹਨਾਂ ਦੇ ਮਗਰ ਲੱਗ ਜਾਣਗੇ। ਪਰ ਹੁਣ ਲੋਕ ਉਹ ਨਹੀਂ ਰਹੇ। ਲੋਕ ਪੜ੍ਹ ਲਿਖ ਚੁੱਕੇ ਆ, ਲੋਕ ਸਿਆਣੇ ਹੋ ਗਏ ਆ, ਲੋਕਾਂ ਨੂੰ ਸਮਝ ਆ ਗਈ ਹੈ ਬੁਰਾ ਕੀ ਹੈ, ਭਲਾ ਕੀ ਆ, ਕਿੱਥੇ ਨੁਕਸਾਨ ਆ, ਕਿੱਥੇ ਨਫਾ ਆ, ਉਹ ਸਾਰਾ ਕੁਝ ਪਤਾ। ਇਹ ਚੀਜ਼ਾਂ ਹੁਣ ਜੇ ਆਪਾਂ ਮੱਦੇ ਨਜ਼ਰ ਰੱਖੀਏ ਤਾਂ ਸਰਕਾਰ ਨੂੰ ਤਾਂ ਸੋਚਣਾ ਜਿਹੜੇ ਸਾਡੇ ਬਾਕੀ ਲੋਕ ਆਰਥਿਕ ਨੀਤੀ ਨੂੰ ਸਮਝਦਾਰ ਨੇ, ਜਿਹੜੇ ਇਕਨੋਮਿਕਸ ਨੂੰ ਜਾਣਦੇ, ਇਕਨੋਮਿਕਸ ਨੂੰ, ਉਹਨਾਂ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ, ਯੂਥ ਨੂੰ ਅੱਗੇ ਆਉਣਾ ਚਾਹੀਦਾ, ਤਾਂ ਕਿ ਇਹ ਗੱਲ ਤਦ ਇਹਦਾ ਸਲਿਊਸ਼ਨ ਹੋਣਾ। ਨਹੀਂ ਤਾਂ ਫਿਰ ਉੱਥੇ ਦਾ ਉੱਥੇ ਪਰਨਾਲਾ ਰਹੂਗਾ। GST ਦੀ ਗੱਲ ਜਿਸ ਤਰ੍ਹਾਂ ਹੈ ਸਰ, ਕਿਉਂਕਿ ਹੁਣ GST ਤੋਂ ਸਰਕਾਰ ਨੇ, ਕੇਂਦਰ ਸਰਕਾਰ ਨੇ ਹੱਥ ਪਿੱਛੇ ਖਿੱਚ ਲੈਣਾ, ਕਿਉਂਕਿ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਅਸੀਂ 2 ਸਾਲ ਵਾਸਤੇ ਤੁਹਾਨੂੰ ਸਪੋਰਟ ਕਰਾਂਗੇ। ਹੁਣ ਜੂਨ ਤੋਂ ਬਾਅਦ ਜਿਹੜੇ ਨਵੇਂ ਰੂਲਸ ਆਉਣੇ ਨੇ
ਉਹਦੇ ਮੁਤਾਬਿਕ ਉਹਨਾਂ ਨੇ ਸਟੇਟ ਗਵਰਨਮੈਂਟਸ ਨੇ ਆਪਣੇ ਆਪ ਨੂੰ ਸੰਭਾਲਣਾ, ਉਹਨਾਂ ਨੂੰ ਸੈਂਟਰ ਵੱਲੋਂ ਕੋਈ ਮਦਦ ਨਹੀਂ ਮਿਲੇਗੀ ਫਿਲਹਾਲ ਜੋ ਸਿਚੁਏਸ਼ਨ ਬਣੀ ਹੋਈ ਹੈ। ਸੋ ਜਿਹੜੀਆਂ ਵੀ ਸਟੇਟਸ ਨੇ ਜਿੱਥੇ ਨੌਨ ਬੀਜੇਪੀ ਗਵਰਨਮੈਂਟਸ ਨੇ ਉਹਨਾਂ ਨੇ ਆਪਸ ਦੇ ਵਿੱਚ ਇਹ ਵੀ ਡਿਸਕਸ਼ਨਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਕਿ ਅਸੀਂ ਇਕੱਠੇ ਹੋ ਜਾਈਏ, ਕਿਉਂਕਿ ਇਸ ਵਕਤ ਸਾਨੂੰ ਲੋੜ ਹੈ ਪੈਸੇ ਦੀ ਤੇ ਸਾਨੂੰ ਸਰਕਾਰ ਤੋਂ ਇੱਕ ਚੀਜ਼ ਮੰਗ ਕਰਨੀ ਚਾਹੀਦੀ ਹੈ। ਹੁਣ ਟੋਟਲ ਦੇਖਿਆ ਜਾਵੇ ਤਾਂ ਸਾਰੀ ਸਿਚੁਏਸ਼ਨ ਹੀ ਵਿਗੜੀ ਪਈ ਹੈ। ਸਰਕਾਰ ਆਪ, ਸੈਂਟਰ ਸਰਕਾਰ ਆਪ ਕਰਜ਼ੇ ਹੇਠਾਂ, ਸਟੇਟ ਗਵਰਨਮੈਂਟਸ ਕਰਜ਼ੇ ਹੇਠਾਂ, ਉਹ ਵੀ ਕਰਜ਼ਾਈ ਹੁਣ ਲੋਕਾਂ ਕੋਲੋਂ ਕਰਜ਼ਾ ਲੈਣਾ, ਬੈਂਕ ਤੋਂ ਕਰਜ਼ਾ ਲੈਣਾ, ਹੁਣ ਉਹੀ ਪੈਸਾ ਘੁੰਮੀ ਜਾਂਦਾ ਹੈ। ਉਹ ਕਹਿੰਦੇ ਨੇ ਅਸੀਂ ਨਹੀਂ ਲੈਣਾ, ਉਹ ਕਹਿੰਦੇ ਨੇ ਸਾਨੂੰ ਚਾਹੀਦਾ ਹੈ। ਕੁੱਲ ਮਿਲਾ ਕੇ ਸਥਿਤੀ ਜੋ ਹੈ, ਇਹ ਸਥਿਤੀ ਕੁਝ ਵੀ ਨਹੀਂ, ਵਿਸ਼ੀਅਸ ਸਰਕਲ ਬਣਿਆ ਹੋਇਆ ਤੇ ਵਿਸ਼ੀਅਸ ਸਰਕਲ ਤੋਂ ਵਰਚੁਅਸ ਸਰਕਲ ਵੱਲ ਜਾਣ ਵਾਸਤੇ ਇਸ ਵਕਤ ਸਿਟੀਜ਼ਨਸ ਨੂੰ, ਨਾਗਰਿਕਾਂ ਨੂੰ ਸਟਰੋਂਗ ਹੋਣਾ ਪਏਗਾ। ਨਹੀਂ ਤਾਂ ਜਿਹੜੇ ਇਹ ਸਿਆਸੀ ਆਗੂ ਨੇ ਜਾਂ ਗਵਰਨਮੈਂਟਸ ਨੇ, ਇਹ ਪੋਲਿਟਿਕਸ ਖੇਡਦੇ ਆਪਣੀ ਚੱਕਰੀ ਇਹਨਾਂ ਨੇ ਘੁਮਾਈ ਜਾਣੀ ਹੈ ਤੇ ਪਬਲਿਕ ਦੇ ਹੱਥ ਕੁਝ ਨਹੀਂ ਹੋਣਾ, ਉਹੀ ਠੰਠਨ ਗੋਪਾਲ। ਫਿਰ ਉਸ ਤੋਂ ਬਾਅਦ ਉਹ ਦੇਖਣਗੇ ਕਿ ਇਹ ਕੀ ਹੋ ਗਿਆ, ਕਿਉਂਕਿ ਸਮਾਂ ਬੀਤਦੇ ਦਿਨ ਨਿਕਲਦੇ ਟਾਈਮ ਨਹੀਂ ਲੱਗਦਾ ਹੁੰਦਾ, ਪਤਾ ਨਹੀਂ ਲੱਗਦਾ, 5 ਸਾਲ ਫੁਰ ਹੋ ਜਾਂਦੇ ਨੇ ਤਾਂ ਗੱਲ ਉੱਥੇ ਦੀ ਉੱਥੇ ਰਹਿ ਜਾਂਦੀ ਹੈ। ਤਾਂ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਇਕੋਨਮੀ ਦੇ ਆਲੇ ਦੁਆਲੇ ਨੇ ਇਸ ਵਕਤ। ਜਦੋਂ ਤੱਕ ਇਕੋਨਮੀ ਸਟਰੋਂਗ ਨਹੀਂ ਉਦੋਂ ਤੱਕ ਕੁਝ ਵੀ ਸਟਰੋਂਗ ਨਹੀਂ ਹੈ। ਤਾਂ ਇਸ ਵਕਤ ਜੋ 37,000 ਕਰੋੜ ਅਸੀਂ ਪਹਿਲੇ 3 ਮਹੀਨਿਆਂ ਵਾਸਤੇ ਰੱਖਿਆ ਹੈ ਪੰਜਾਬ ਸਰਕਾਰ ਨੇ, ਉਹਨੂੰ ਕਿੱਦਾਂ ਖਰਚ ਕਰਨਾ ਹੈ, ਇਸ ਚੀਜ਼ ਦੇ ਉੱਤੇ ਖਾਸ ਤਵੱਜੋ ਹੋਣੀ ਚਾਹੀਦੀ ਹੈ। ਤੇ ਜੂਨ ਆਇਆ ਖੜਾ, ਸਿਰ ਦੇ ਉੱਤੇ ਆਇਆ ਖੜਾ, ਕਿਉਂਕਿ ਅਪ੍ਰੈਲ ਜਾ ਰਿਹਾ, ਜੂਨ ਨੇੜੇ ਹੈ, ਜੂਨ ਦੇ ਵਿੱਚ ਮੇਨ ਬਜਟ ਆ ਜਾਣਾ। ਉਹਦੇ ਵਾਸਤੇ ਕਿਹੜਾ ਰੋਡ ਮੈਪ ਹੈ ਉਹ ਵੀ ਤੁਹਾਨੂੰ ਤਿਆਰ ਕਰਨਾ ਪੈਣਾ। ਤਾਂ ਦੇਖਿਆ ਜਾਵੇ ਤਾਂ ਹਰ ਚੀਜ਼ ਬਿਲਕੁਲ ਸਿੰਪਲ ਹੈ, ਬਿਲਕੁਲ ਸਾਹਮਣੇ ਹੈ। ਤੁਹਾਡੇ ਕੋਲ ਖੇਤੀਬਾੜੀ ਹੈ, ਤੁਹਾਡੇ ਕੋਲ ਇੰਡਸਟਰੀ ਹੈ, ਤੁਹਾਡੇ ਕੋਲ ਸਰਵਿਸਿਜ਼ ਨੇ, ਔਰ ਤਿੰਨਾਂ ਵਾਸਤੇ ਤੁਹਾਡੇ ਕੋਲ ਕੋਈ ਪਾਲਿਸੀ ਨਹੀਂ। ਔਰ ਪਾਲਿਸੀ ਬਣਾਉਣ ਵਾਸਤੇ ਰੋਡ ਮੈਪ ਕਿਹੜਾ ਚਾਹੀਦਾ, ਉਹ ਵੀ ਤੁਹਾਡੇ ਕੋਲ ਨਹੀਂ ਹੈ। ਤਾਂ ਕਈ ਲੋਕ ਕਹਿੰਦੇ ਨੇ ਕਿ ਗਵਰਨਮੈਂਟ ਦੇ ਕੋਲ ਹੈ ਕੀ, ਹਜੇ ਤੱਕ ਕੁਝ ਨਹੀਂ ਹੋ ਰਿਹਾ, 15 ਦਿਨ ਹਮੇਸ਼ਾ ਕਹੀ ਜਾਓ ਵਕਤ ਦਿਓ, ਕਿੰਨਾ ਵਕਤ ਦਿਓ? ਤੁਹਾਨੂੰ ਤਾਂ ਪੂਰੀ ਤਿਆਰੀ ਨਾਲ ਪਹਿਲਾਂ ਹੀ ਆਉਣਾ ਚਾਹੀਦਾ ਸੀ। ਗ੍ਰੇਸ ਪੀਰੀਅਡ ਕਿਉਂ ਚਾਹੀਦਾ ਹੈ, ਵਕਤ ਕਿਉਂ ਚਾਹੀਦਾ ਤੁਹਾਨੂੰ? ਕਿਉਂਕਿ ਜੋ ਪੰਜਾਬ ਦੀ ਹਾਲਤ ਹੈ ਤੁਸੀਂ ਉਸ ਨੂੰ ਦੇਖਦੇ ਹੋਏ ਪਹਿਲਾਂ ਹੀ ਪੂਰੀ ਤਿਆਰੀ ਨਾਲ ਆਉਂਦੇ। ਜਦੋਂ ਤੁਸੀਂ ਕਿਤੇ ਮੰਨ ਲਓ ਇੱਕ ਥਾਂ ਦੇ ਉੱਤੇ ਤੁਸੀਂ ਜਾ ਕੇ ਲੜਾਈ ਲੜਨੀ ਹੈ, ਬਾਰਡਰ ਦੇ ਉੱਤੇ ਜਾਣਾ ਹੈ, ਤੇ ਤੁਸੀਂ ਪਹਿਲਾਂ ਤਿਆਰੀ ਨਾਲ ਜਾਓਗੇ ਕਿ ਉੱਥੇ ਜਾ ਕੇ ਵਕਤ ਮੰਗੋਗੇ? ਉਦੋਂ ਤੱਕ ਤੇ ਸਾਹਮਣੇ ਵਾਲਾ ਹੈਪੀ ਬਰਥਡੇ ਕਰ ਦੇਗਾ ਉਹਨੇ ਜਦੋਂ ਗੋਲੀਆਂ ਦੀ ਬਛਾਰ ਮਾਰਨੀ ਹੈ। ਤਾਂ ਉਸੇ ਤਰ੍ਹਾਂ ਹੀ ਤੁਹਾਨੂੰ ਵਾਰ ਫੁੱਟਿੰਗ ਦੇ ਉੱਤੇ ਇਹ ਕੰਮ ਕਰਨਾ ਪੈਣਾ ਸੀ। ਸ਼ੁਰੂ ਤੋਂ ਹੀ ਤੁਸੀਂ ਪੂਰੀ ਸਟ੍ਰੈਟਜੀ ਦੇ ਨਾਲ ਆਉਂਦੇ, ਤੁਹਾਨੂੰ ਵਕਤ ਨਹੀਂ ਚਾਹੀਦਾ ਸੀ, ਆਨਸਾਰ ਤੁਸੀਂ ਕੰਮ ਤੇ ਜੁਟ ਜਾਣਾ ਸੀਗਾ। ਕਿਉਂਕਿ ਜਿਵੇਂ ਜੰਗ ਲੱਗੀ ਹੋਈ ਹੈ ਉਵੇਂ ਇਹ ਜੰਗ ਦਾ ਹੀ ਮੈਦਾਨ ਇਸ ਵਕਤ ਬਣਿਆ ਹੋਇਆ ਜੋ ਪੰਜਾਬ ਦੀ ਹਾਲਤ ਹੈ। ਇੱਥੇ ਵਕਤ ਨਹੀਂ ਚਾਹੀਦਾ, ਫੌਰਨ ਕਾਰਵਾਈ ਚਾਹੀਦੀ ਹੈ। ਕੋਈ ਲੌਂਗ ਟਰਮ ਪਾਲਿਸੀ ਬਣਾਉਣੀ ਹੈ, ਕੋਈ ਸ਼ਾਰਟ ਟਰਮ ਪਾਲਿਸੀ ਬਣਾਉਣੀ ਜਿਹੜੀ ਇਮੀਡੀਏਟਲੀ ਰਿਲੀਫ ਦੇਣੀਆਂ ਨੇ, ਉਹ ਸ਼ਾਰਟ ਟਰਮ ਪਾਲਿਸੀ ਵਾਕਨ। ਜਿਹੜੀਆਂ ਲੌਂਗ ਟਰਮ ਪਾਲਿਸੀਜ਼ ਨੇ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਦੇ ਹਾਲਾਤ ਕੀ ਬਣਦੇ ਨੇ, ਦੁਨੀਆ ਦੇ ਹਾਲਾਤ ਕੀ ਬਣਦੇ ਨੇ, ਉਹਦੇ ਮੁਤਾਬਿਕ ਕਿੱਦਾਂ ਫਲੈਕਸੀਬਲ ਰਹਿਣਾ ਚਾਹੀਦਾ। ਤਾਂ ਟੋਟਲ ਇਕੋਨਮੀ ਨੂੰ ਕਿੱਦਾਂ ਕੰਟਰੋਲ ਕਰਨਾ, ਇਹ ਸਭ ਤੋਂ ਵੱਡੀ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਪਰ ਇਹ ਗੱਲ ਹੈ ਨਾ, ਜਿੱਥੇ ਆਪਾਂ ਸਿਆਸੀ ਦ੍ਰਿਸ਼ ਨੇ, ਜਿੱਥੇ ਸਿਆਸਤ ਜਿਹੜੀ ਉਹਦੀ ਚੱਕਰੀ ਘੁੰਮਦੀ ਚਾਰੇ ਪਾਸੇ, ਪੰਜਾਬ 'ਚ ਤਾਂ ਹੁਣ ਚਲੋ ਨਵੀਂ ਪਾਰਟੀ ਆ ਗਈ, ਲੋਕਾਂ ਦੇ ਸਹਿਯੋਗ ਨਾਲ ਲੋਕਾਂ ਨੇ ਆਪਣੇ ਬੜੇ ਵਧੀਆ ਤੇ ਬੜੇ ਜੋਸ਼ੋ ਖਰੋਸ਼ ਨਾਲ ਇਹ ਨਵੀਂ ਪਾਰਟੀ ਨੂੰ ਅੱਗੇ ਲੈਣ ਦਾ। ਇਹੀ ਹੁਣ ਆਪਣੇ ਗੁਆਂਢੀ ਦੇਸ਼ ਪਾਕਿਸਤਾਨ 'ਚ ਗੱਲ ਵਾਪਰੀ ਹੈ, ਕਿਉਂਕਿ ਉੱਥੇ ਵੀ ਪਹਿਲਾਂ ਹਫੜਾ ਦਫੜੀ ਪਈ ਰਹੀ ਆ। ਜਿਹੜਾ ਉਹਨਾਂ ਦਾ ਜਿਹੜਾ ਸੀ ਆਪਣਾ ਇਮਰਾਨ ਖਾਨ, ਉਹਦੀ ਸਰਕਾਰ ਜਿਹੜੀ ਉਹ ਪਹਿਲਾਂ ਤਾਂ ਨਹੀਂ ਸੀ ਅਸਤੀਫਾ ਦੇ ਰਹੇ, ਪਰ ਉਹਨਾਂ ਨੇ ਬੇਭਰੋਸਗੀ ਮਤਾ ਜਿਹੜਾ ਸੀ ਪਾਸ ਕਰਨਾ ਸੀਗਾ, ਉਹਦੇ 'ਚ ਵੀ ਉਹਨਾਂ ਨੇ ਨਹੀਂ ਕੋਆਪਰੇਟ ਕੀਤਾ, ਤਾਂ ਕਿ ਉਹਨਾਂ ਨੂੰ ਪਤਾ ਵੀ ਜੇ ਇੱਧਰੋਂ ਆ ਗਏ, ਕਿਉਂਕਿ ਉਹਨਾਂ ਦੇ ਆਪਣਾ 100 ਜਿਹੜਾ ਮੈਂਬਰ ਆ, ਸੰਸਦੀ ਮੈਂਬਰ ਆ, ਉਹ ਅਸਤੀਫੇ ਦੇ ਚੁੱਕੇ ਆ ਔਰ ਬਾਗੀ ਹੋ ਗਏ ਸੀ। ਉਹਦੇ ਵਿੱਚੋਂ ਉਹ ਨਹੀਂ ਸੀ ਚਾਹ ਰਹੇ ਕਿ ਜਿਹੜੀ ਤਰੀਕੇ ਇਨਸਾਫ ਜਿਹੜੀ ਪਾਰਟੀ ਇਹਨਾਂ ਦੀ ਇਮਰਾਨ ਖਾਨ ਦੀ ਵੀ ਇਹ ਅੱਗੇ ਰਾਜ ਕਰੇ, ਕਿਉਂਕਿ ਉਹਦੇ ਵਿੱਚ ਇਮਰਾਨ ਖਾਨ ਨੇ ਸਿੱਧਾ ਕਹਿਤਾ ਵੀ ਇਹ ਵਿਦੇਸ਼ੀ ਜਿਹੜੀ ਦਖਲਅੰਦਾਜ਼ੀ ਆ, ਅਮਰੀਕਾ ਦਾ ਨਾਂ ਲਿਆ ਉਹਨਾਂ ਨੇ, ਕਿ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਆਰਮੀ ਆ ਉਹ ਆਪਣੀ ਪਾਵਰ ਨਾਲ ਇੱਕ ਪਾਸੇ ਕਰਕੇ ਇਹਨੂੰ, ਤੇ ਦੂਜੇ ਪਾਸੇ ਜਿਹੜੀ ਸ਼ਹਬਾਜ਼ ਸ਼ਰੀਫ ਨੇ ਜਿਹੜੇ ਅੱਜ ਕੱਲ੍ਹ ਉਹਨਾਂ ਦੇ 23ਵੇਂ ਪ੍ਰਧਾਨ ਮੰਤਰੀ ਬਣੇ, ਵੀ ਉਹਨਾਂ ਦੀ ਜਿਹੜੀ ਤਾਕਤ ਅੱਗੇ ਆ ਜਾਏ। ਕਿਉਂਕਿ ਨਵਾਜ਼ ਸ਼ਰੀਫ ਪਹਿਲਾਂ ਪ੍ਰਧਾਨ ਮੰਤਰੀ ਰਹੇ ਆ, ਅੱਜ ਕੱਲ੍ਹ ਉਹ ਇੰਗਲੈਂਡ 'ਚ ਉਹਨਾਂ ਦਾ ਵੀ ਕੇਸ ਚੱਲਦਾ ਸੀ। ਅਤੇ ਜਦੋਂ ਆਪਾਂ ਆਪਣੇ ਨੇਤਾ ਦੀ ਗੱਲ ਕਰਦੇ ਹਾਂ, ਆਪਣੇ ਨੇਤਾ 'ਤੇ ਕੋਈ ਕੇਸ ਜਾਂ ਉਹਨਾਂ 'ਤੇ ਕਈ ਤਰ੍ਹਾਂ ਦੇ ਮਨੀ ਲੈਂਡਰਿੰਗ 'ਤੇ ਕਈ ਕੇਸ ਚੱਲ ਰਹੇ ਜਿਹਨਾਂ 'ਚ ਪੈਸੇ ਧੇਲੇ ਦਾ ਮਾਮਲਾ। ਇਸੇ ਤਰ੍ਹਾਂ ਹੀ ਸ਼ਹਬਾਜ਼ ਮਲਿਕ ਵੀ 27 ਮਈ ਦੇ ਵਿੱਚ ਉਹਨਾਂ 'ਤੇ ਵੀ ਕੇਸ ਆ, ਉਹਦੀ ਵੀ ਕੋਈ ਸੁਣਵਾਈ ਹੋਣੀ ਆ। ਉਹਦੇ 2 ਬੇਟੇ ਆ, ਉਹਨਾਂ 'ਤੇ ਵੀ ਕੇਸ ਚੱਲ ਰਿਹਾ। ਹੁਣ ਇਹ ਦੇਖੋ, ਜਦੋਂ ਪਾਰਟੀਆਂ ਅੱਗੇ ਆਉਂਦੀਆਂ, ਪਰ ਇਹ ਹੁਣ ਕੋਈ ਵੀ ਪਾਰਟੀ ਬਹੁਤੀ ਦੁੱਧ ਧੋਤੀ ਤਾਂ ਨਹੀਂ ਹੁੰਦੀ, ਘੱਟ ਹੀ ਹੁੰਦੀ ਹੈ ਜਿਨ੍ਹਾਂ ਦੇ ਪਿੱਛੇ ਚੱਲਦਾ। ਹੁਣ ਰਹੀ ਪਾਕਿਸਤਾਨ ਦੇ ਜਿਹੜੇ ਪਬਲਿਕ ਆ,
ਉਹਨਾਂ ਦੇ ਕਈ ਵਾਰੀ ਹੱਥੋਂ ਤੀਰ ਨਿਕਲ ਜਾਂਦਾ। ਹੁਣ ਇਹ ਵੇਲੇ ਜੇ ਇਲੈਕਸ਼ਨ ਤਾਂ ਨਹੀਂ ਹੋਈ, ਪਰ ਉਹ ਨੋਮੀਨੇਸ਼ਨ ਜਾਂ ਜੋ ਕੁਛ, ਕਿਉਂਕਿ ਉਹ ਜਿਹੜੇ ਇਲੈਕਟਡ ਸੰਸਦੀ ਮੈਂਬਰ ਆ ਉਹ 174 ਜਿਹੜੇ ਮੈਂਬਰ ਆ ਉਹ ਇੱਧਰ ਵੱਲ ਆ ਗਏ ਸ਼ਹਿਬਾਜ਼ ਮਲਿਕ ਵੱਲ। ਸ਼ਹਿਬਾਜ਼ ਮਲਿਕ ਜਿਹੜੇ ਆ ਇਹ ਆਪ ਵੀ ਮੁੱਖ ਮੰਤਰੀ ਰਹੇ ਲਹਿੰਦੇ ਪੰਜਾਬ ਦੇ, ਤੇ ਇਹਨਾਂ ਦੇ ਭਰਾ ਜਿਹੜੇ ਆ ਆਪ ਪ੍ਰਧਾਨ ਮੰਤਰੀ ਰਹੇ ਆ, ਔਰ ਇਹਨਾਂ ਨੇ ਸਾਰਾ ਕੁਝ ਸੰਭਾਲਿਆ ਪਿਆ ਸੀ ਪਾਕਿਸਤਾਨ ਦਾ ਜਿੰਨਾ ਵੀ ਹੈਗਾ ਪਾਵਰ। ਪਰ ਉਦੋਂ ਬਾਅਦ ਇਹਨਾਂ ਦਾ ਪਿਛੋਕੜ ਜਿਹੜਾ ਜੰਡਿਆਲੇ ਨਾਲ ਪਿੰਡ ਹੈ ਜਾਤੀ ਉਮਰਾ, ਤਰਨਤਾਰਨ ਜ਼ਿਲ੍ਹੇ 'ਚ ਹੀ ਆ। ਇਹਨਾਂ ਨੇ ਉਹ ਜ਼ਮੀਨ ਜਿਹੜੀ ਆਪਣੀ ਘਰ ਦੀ ਸਾਰੀ ਗੁਰਦੁਆਰਾ ਸਾਹਿਬ ਨੂੰ ਦੇਤੀ। ਜਾਤੀ ਉਮਰਾ ਦੇ ਪਿੰਡ ਦੇ ਲੋਕ ਇਹਨਾਂ ਨੂੰ ਬਹੁਤ ਪਿਆਰ ਕਰਦੇ ਆ, ਇਹ ਵੀ ਬੜਾ ਸਤਿਕਾਰ ਆਦਰ ਕਰਦੇ ਆ। ਬਹੁਤ ਲੋਕ ਉੱਥੋਂ ਗਏ, ਗਿਆਨ ਸਿੰਘ ਇੱਕ ਸੁੱਚਾ ਸਿੰਘ ਨੇ ਜਿਹੜੇ ਇਹਨਾਂ ਦੇ ਫਾਦਰ ਦੇ ਉਮਰ ਦੇ ਲੋਕ ਹੈਗੇ ਆ, ਉਹ ਇਹਨਾਂ ਨੂੰ ਬੜੀ ਹੱਥੀਂ ਛਾਵਾਂ ਕਰਦੇ ਆ। ਔਰ ਉੱਥੋਂ ਇਹ ਜਾ ਕੇ ਉੱਥੇ ਜਦੋਂ ਜਾਂਦੇ ਮਿਲਣ ਲਈ ਉਹ ਆਪ ਵੀ ਆਏ ਆ, ਨਵਾਜ਼ ਸ਼ਰੀਫ ਆਪ ਵੀ ਪਿੰਡ ਇਹਨਾਂ ਦੇ ਆਏ ਆ, ਔਰ ਇੱਥੋਂ ਮਿੱਟੀ ਲੈ ਕੇ ਗਏ ਪਿੰਡ ਦੀ। ਬਹੁਤ ਲੋਕ ਪਿਆਰ ਕਰਦੇ ਆ। ਹੁਣ ਵੀ ਉਹਨਾਂ ਨੇ ਇਹਨਾਂ ਨੂੰ ਸੱਦਾ ਦਿੱਤਾ, ਪਰ ਇਹਨਾਂ ਨੇ ਗੁਰਦੁਆਰੇ ਪਾਠ ਰਖਾਇਆ, ਅਰਦਾਸ ਕਰਾਈ, ਲੰਗਰ ਲਾਇਆ। ਇਹ ਹੈ ਲੋਕਾਂ ਦਾ ਸੱਭਿਆਚਾਰ ਤੇ ਪੁਰਾਣੀਆਂ ਜਿਹੜੀਆਂ ਮਿਲਣ ਦੀਆਂ ਜਿਹੜੀਆਂ ਉਹਨਾਂ ਦੀ ਪੁਰਾਣੀਆਂ ਤਰੀਕਾਂ ਨੂੰ ਯਾਦ ਕਰਦੇ ਆ। ਔਰ ਇਹ ਉਹਨਾਂ ਦੇ ਪਿੰਡ ਦੇ ਜੰਮ ਪਲੀ ਆ, ਫਿਰ ਵੱਡੇ ਹੋ ਕੇ ਉੱਥੇ ਗਏ। ਪਰ ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਹਨਾਂ ਦੇ ਭਰਾ ਵੀ ਵੱਡੇ। ਪਰ ਮਾਣ ਹੁੰਦਾ ਆਪਣੇ ਪਿੰਡ ਦੇ ਲੋਕਾਂ 'ਤੇ ਵੀ ਲੋਕ ਚਾਹੁੰਦੇ ਸੀ ਕਿ ਇਹ ਸਾਡੇ ਪਿੰਡ ਦੇ ਲੋਕ ਆ, ਪਾਕਿਸਤਾਨ ਦੇ ਇਹ ਪਾਵਰਫੁੱਲ ਨੇਤਾ ਬਣ ਗਏ। ਔਰ ਉਹ ਗਾਏ ਬਗਾਏ ਆਉਂਦੇ ਵੀ ਰਹੇ ਆ। ਪਰ ਇਸ ਵੇਲੇ ਜਿਹੜੀ ਉੱਥੋਂ ਦੀ ਪਬਲਿਕ ਆ ਉਹ ਹੁਣ ਬਾਇਸ ਹੋ ਗਈ ਇਹਦੇ ਵੱਲ। ਇਸ ਕਰਕੇ ਆਪਣੇ ਨਵਾਜ਼ ਜਿਹੜੇ ਸ਼ਹਿਬਾਜ਼ ਸ਼ਰੀਫ ਔਰ ਨਵਾਜ਼ ਸ਼ਰੀਫ ਦੇ ਵੱਡੇ ਭਰਾ, ਔਰ ਉਹ ਦੇਖੋ ਦੂਸਰੀ ਪਾਰਟੀ ਜਿਹੜੀ ਆ ਬੇਨਜ਼ੀਰ ਭੁੱਟੋ ਦੇ ਉਹਦੇ ਬੇਟਾ ਵਾ, ਉਹਦੇ ਵਿੱਚ ਉਹਨਾਂ ਦਾ ਉਹ ਵੀ ਕੁਛ ਆਪਣੇ ਕਰ ਰਹੇ, ਉਹ ਸ਼ਾਇਦ ਵਿਦੇਸ਼ ਮੰਤਰੀ ਹੋਣਗੇ। ਦੋ ਪਾਰਟੀਆਂ ਇਸ ਵੇਲੇ ਪਾਕਿਸਤਾਨ ਦੀਆਂ ਬਿਲਕੁਲ ਹਾਵੀ ਪਾਰਟੀਆਂ। ਇਮਰਾਨ ਖਾਨ ਨੂੰ ਉਹਨੇ ਇੱਕ ਸਾਈਡ 'ਤੇ ਕਰ ਦਿੱਤਾ, ਪਰ ਇਹਦੇ ਪਿੱਛੇ ਆਰਮੀ ਜਿਸ 'ਚ ਕਮਰ ਜਵੇਦ ਬਾਜਵਾ ਜੀ ਸੀ, ਜਿਹਦੇ ਨਾਲ ਅਮਰੀਕਾ ਸੀ ਕਿ ਵਿਦੇਸ਼ੀ ਸਾਰਾ ਕੁਛ ਹੁੰਦਾ। ਦੇਖੋ ਚੁਟਕੀ 'ਚ ਉਹਨਾਂ ਸਾਰਾ ਕੁਛ ਆਸੇ-ਪਾਸੇ ਕਰਕੇ ਇਮਰਾਨ ਖਾਨ ਨੂੰ ਸਾਈਡ 'ਤੇ ਨੁੱਕਰੇ ਲਾ ਦਿੱਤਾ, ਤੇ ਨਵੀਂ ਪਾਰਟੀ ਆ ਗਈ। ਇਹ ਪਾਰਟੀਆਂ ਦਾ ਸਿਆਸਤ ਦਾ ਬੜਾ ਕੁਛ ਹੁੰਦਾ। ਸਿਆਸਤ ਜਿਹੜੀ ਹੈ ਫਿਰ ਬਖਸ਼ਦੀ ਨਹੀਂ ਕਿਸੇ ਨੂੰ, ਉਹ ਨੁਕਸਾਨ ਵੀ ਕਰ ਦਿੰਦੀ ਆ, ਤੇ ਜਿੱਥੋਂ ਤੱਕ ਜਾਣਾ ਚਾਹਵੇ ਉਹ ਅਗਲੇ ਦੇ ਬੁਰੇ ਦੇ ਘਰ ਤੱਕ ਵੀ ਪਹੁੰਚ ਜਾਂਦੇ ਆ। ਇਹ ਪਾਕਿਸਤਾਨ 'ਚ ਅੱਜ ਨਹੀਂ, ਜਿੰਨੇ ਵੀ ਪ੍ਰਧਾਨ ਮੰਤਰੀ ਆਏ ਆ ਜਾਂ ਜਿੰਨੇ ਰਾਸ਼ਟਰਪਤੀ ਆਏ ਆ, ਕੋਈ ਮਿਆਦ ਪੂਰੀ ਕਰਕੇ ਨਹੀਂ ਗਿਆ। ਪ੍ਰਧਾਨ ਮੰਤਰੀ ਆ 23 ਹੋ ਚੁੱਕੇ ਆ, ਜਿਹੜਾ 23 ਗਿਆ ਆ। ਹੁਣ ਦੇਖੋ ਇਹਦਾ ਅੱਗੇ ਬਣਦਾ ਪੂਰੇ 5 ਸਾਲ ਕੱਢਦਾ ਕਿ ਨਹੀਂ ਕੱਢਦਾ, ਕਿਉਂਕਿ ਸਟੇਬਿਲਿਟੀ ਬਹੁਤ ਘੱਟ ਆ ਉੱਥੇ। ਜਿਹੜਾ ਰੋਕੇ ਕਰਨਾ ਬਹੁਤ ਜ਼ਿਆਦਾ ਜਿਹੜਾ ਸਫਲ ਨਹੀਂ ਹੁੰਦਾ। ਉਹ ਜੇ ਚੌਥੇ ਸਾਲ ਤੱਕ ਆਸੇ-ਪਾਸੇ ਹੋ ਜਾਂਦਾ ਤਾਂ ਭਾਵੇਂ ਦੇਸ਼ ਛੋਟਾ, ਪਰ ਉੱਥੇ ਵਿਰੋਧੀ ਪਾਰਟੀਆਂ ਜਿਹੜੀ ਪਾਵਰਫੁੱਲ ਆ, ਬਹੁਤ ਅੱਛਾ ਬੋਲਦੇ ਵੀ ਆ, ਪਰ ਲੋਕਾਂ ਨੂੰ ਜਿਹੜਾ ਲੋਕਾਂ ਤੱਕ ਜਾਣਾ ਜਿਹੜਾ ਫਾਇਦਾ ਜਾਣਾ ਉਹ ਘੱਟ ਜਾਂਦਾ। ਜਦੋਂ ਤੱਕ ਆਪਾਂ ਦੇਖੀਏ ਉੱਥੇ ਮਸ਼ੀਨਰੀ ਦੀ ਬਹੁਤ ਘਾਟ ਆ। ਜਿੱਥੇ ਵੀ ਆ ਨਾ ਤੁਸੀਂ ਕਈ ਵਾਰ ਦੇਖੋਗੇ ਉੱਥੇ ਜਿਹੜੇ ਰੇਲ ਲਾਈਨਾਂ ਚੱਲ ਰਹੀਆਂ, ਇੰਜਣ ਨਹੀਂ ਹੈਗੇ ਉੱਥੇ, ਖੋਤੇ ਅੱਗੇ ਜੋੜੇ ਆ, ਖੋਤੇ ਚੱਲਦੇ ਉੱਥੇ ਟਰੈਕ 'ਤੇ ਜਿਹੜੇ ਚੱਲ ਰਹੇ ਆ ਨਾ ਡੱਬੇ ਬਣੇ, ਲੋਕ ਐਂ ਬੈਠੇ ਜਿੱਦਾਂ ਰੇਹੜੀਆਂ 'ਤੇ ਬੈਠੇ ਹੁੰਦੇ ਆ, ਕਿਉਂਕਿ ਇਹ ਗੱਲ ਹੈਗੀ ਪੈਸੇ ਦੀ ਘਾਟ ਆ। ਪਰ ਲੋਕਾਂ ਕੋਲ ਬਾਕੀ ਚੀਜ਼ਾਂ ਤਾਂ ਉਹਨਾਂ ਕੋਲ ਪੂਰੀਆਂ ਨੇ। ਜਦੋਂ ਕੋ ਮਿਊਜ਼ਿਕ ਦੇ ਬੜੇ ਅੱਛੇ ਜਾਣਕਾਰ ਨੇ, ਮਿਊਜ਼ਿਕ ਦੇ, ਡਾਂਸ ਦੇ, ਹੈ ਨਾ, ਜਿਹੜੇ ਇੰਸਟਰੂਮੈਂਟ ਜਿਹੜੇ ਫੋਕ ਇੰਸਟਰੂਮੈਂਟ ਉਹਦੇ ਵੀ। ਔਰ ਗਜ਼ਲ ਗਾਉਣ ਲਈ ਦੇਖੋ ਜਿਹੜੇ ਆਲਮ ਲਾਹੌਰ ਜਿੰਨਾ ਅੱਛੇ ਗਾ ਰਹੇ ਆ, ਕਿੰਨਾ ਅੱਛਾ ਗਾਇਆ ਨੇ। ਔਰ ਜਿਹਦੇ 'ਚ ਉਹਨਾਂ ਨੇ ਮਹਿੰਦੀ ਹਸਨ ਵਰਗੇ ਹੈ ਨਾ ਬੜੇ ਅੱਛੇ ਗਾਇਕ ਵੀ ਨੇ ਉਹਨਾਂ ਦੇ, ਤੇ ਬੜੇ ਅੱਛੇ ਗਜ਼ਲ ਗਾਉਣ ਵਾਲੇ ਨੇ। ਔਰ ਉਹ ਦੇਖੋ ਉਹਦੇ ਨਾਲ ਜਿਹੜੀ ਸਿਆਸਤ ਆ, ਸਿਆਸਤ ਦੀ ਜਿਹੜੀ ਕਰਵਟ ਆ ਹੌਲੀ ਹੌਲੀ ਉਹ ਘੇਰਦੀ ਹੈ, ਨਾਲ ਉਹਨਾਂ ਨੂੰ ਦੂਰ ਤੱਕ ਲੈ ਜਾਂਦੀ ਆ। ਅਜੇ ਤੱਕ ਅਯੂਬ ਖਾਨ ਭੁੱਟੋ ਤੋਂ ਬਾਅਦ ਜਦੋਂ ਤੱਕ ਆਏ ਆ, ਉਹ ਜਿੰਨੇ ਵੀ ਆਏ ਆ ਨਾ, ਸਟੇਬਿਲਿਟੀ ਇਹਨਾਂ ਦੀ ਸਿਆਸਤ 'ਚ ਬਹੁਤ ਘੱਟ ਰਹੀ ਹੈ। ਔਰ ਉਹਦੇ ਨਾਲ ਇਹਦਾ ਜਿਹੜਾ ਇੰਪਰੈਸ਼ਨ ਆ, ਮਾੜਾ ਪ੍ਰਭਾਵ ਪੰਜਾਬ 'ਤੇ ਵੀ ਪੈਂਦਾ ਰਿਹਾ। ਇਸ ਕਰਕੇ ਪੈਂਦਾ ਰਿਹਾ ਕਿ ਜਿਹੜੇ ਹੁਣ ਜਦੋਂ ਆਇਆ ਹੈ ਇਹੀ ਜਿਹੜਾ ਸ਼ਹਿਬਾਜ਼ ਸ਼ਰੀਫ ਨੇ ਜਿਹੜਾ ਜੰਮੂ ਕਸ਼ਮੀਰ ਦਾ ਮੁੱਦਾ ਛੇੜ ਦਿੱਤਾ। ਉਹਨੇ ਕਿਹਾ ਜੰਮੂ ਕਸ਼ਮੀਰ ਦਾ ਜਿਹੜਾ ਮਾਮਲਾ 370 ਆਰਟੀਕਲ ਨੂੰ ਜਿਹੜਾ ਇਹਨਾਂ ਨੇ ਰਫਾ ਦਫਾ ਕਰਕੇ ਤੇ ਉੱਥੇ ਜਿਹੜਾ ਸ਼ਾਂਤੀ ਬਹਾਲ ਕੀਤੀ ਹੈ, ਪਰ ਇਹਦੇ 'ਚ ਅਸੀਂ ਪਾਕਿਸਤਾਨ ਵਾਲੇ ਨਹੀਂ ਮੰਨਦੇ। ਅਸੀਂ ਇਹ ਫਿਰ ਉੱਥੇ ਮਕਬੂਜ਼ਾ ਕਸ਼ਮੀਰ ਤਾਂ ਜਿੱਥੇ ਜਿੱਥੇ ਕਸ਼ਮੀਰ ਦੇ ਝਗੜੇ ਆ, ਅਸੀਂ ਦੁਬਾਰਾ ਇਹਨਾਂ ਨਾਲ ਗੱਲ ਕਰਾਂਗੇ, ਪਰ ਅਸੀਂ ਸ਼ਾਂਤੀ ਚਾਹੁੰਦੇ ਹਾਂ। ਦੇਖੋ ਸਿਆਸਤ ਕੀ ਕਰਦੀ ਹੈ, ਭਾਵੇਂ ਇੱਥੋਂ ਦਾ ਰਹਿਣ ਵਾਲਾ ਜੋ ਮਰਜ਼ੀ ਹੈ, ਪਰ ਉਹ ਗੱਲ ਉਹੀ ਕਰੇਗਾ ਜਿਹੜੀ ਸਿਰੇ ਦੀ ਗੱਲ ਆ, ਕਿੱਥੋਂ ਤੱਕ ਗੱਲ ਪਹੁੰਚਦੀ ਹੈ। ਲੋਕ ਇੱਥੋਂ ਫਿਰ ਨਾਰਾਜ਼ ਵੀ ਹੋ ਜਾਂਦੇ। ਦੇਖੋ ਹੁਣ ਜੋ ਨਵੇਂ ਪ੍ਰਾਈਮ ਮਿਨਿਸਟਰ ਆਏ ਨੇ, ਉਹਨਾਂ ਦੇ ਆਉਣ ਨਾਲ ਇੱਕ ਇਹ ਚੀਜ਼ ਬਣੀ ਹੈ, ਚੀਨ ਵੀ ਇਸ ਚੀਜ਼ ਨੂੰ ਕਹਿ ਰਿਹਾ ਕਿ ਉਹਨਾਂ ਦੇ ਰਿਲੇਸ਼ਨਸ ਹੋਰ ਜ਼ਿਆਦਾ ਵਧੀਆ ਹੋ ਸਕਦੇ ਨੇ ਜਦੋਂ ਆਪਾਂ ਜੀਓ ਪੋਲਿਟਿਕਸ ਦੀ ਗੱਲ ਕਰਦੇ ਹਾਂ। ਤੇ ਇੰਡੀਆ ਦੇ ਨਾਲ ਇਹ ਹੈ ਕਿ ਹੋਰ ਅੱਛੇ ਸੰਬੰਧ ਹੋਣਗੇ, ਕਿਉਂਕਿ ਕਿਤੇ ਨਾ ਕਿਤੇ ਇਹ ਚੀਜ਼ ਮੰਨੀ ਜਾਂਦੀ ਹੈ ਕਿ ਇਮਰਾਨ ਸਾਹਿਬ ਜੋ ਫਾਰਮਰ ਪ੍ਰਾਈਮ ਮਿਨਿਸਟਰ ਸੀਗੇ ਪਾਕਿਸਤਾਨ ਦੇ, ਉਹ ਕਿਤੇ ਨਾ ਕਿਤੇ ਅੜਿੱਕਾ ਬਣਦੇ ਪਏ ਸੀਗੇ ਭਾਰਤ ਤੇ ਪਾਕਿਸਤਾਨ ਦੇ ਸੰਬੰਧਾਂ ਦੇ ਵਿੱਚ। ਇਹ ਜ਼ਿਆਦਾ ਓਪਨ ਮਾਈਂਡਡ ਨੇ ਜਿਹੜੇ ਹੁਣ ਆਏ ਨੇ, ਤੇ ਇਹਦੇ ਨਾਲ ਸਾਡੇ ਸੰਬੰਧ ਵੀ ਵਧੀਆ ਹੋ ਸਕਦੇ ਨੇ, ਰਾਹ ਖੁੱਲ੍ਹ ਸਕਦੇ ਨੇ।
ਜਿਹਦੇ ਨਾਲ ਟ੍ਰੇਡ ਦਾ ਰਾਹ ਖੁੱਲੇਗਾ, ਕਿਉਂਕਿ ਹਰ ਚੀਜ਼ ਦਾ ਬੇਸ ਬਿਜ਼ਨਸ ਹੈ। ਵਾਹ, ਜਦੋਂ ਬਿਜ਼ਨਸ ਹੈ ਤੁਹਾਡਾ ਬਿਲਕੁਲ ਸੈੱਟ ਹੈ ਤਾਂ ਉਸ ਤੋਂ ਬਾਅਦ ਬਾਕੀ ਰਿਲੇਸ਼ਨਸ ਆਪਣੇ ਆਪ ਬਣਨੇ ਸ਼ੁਰੂ ਹੋਣਗੇ। ਕਿਉਂਕਿ ਦੇਖਿਆ ਜਾਵੇ ਤੇ ਚੀਨ ਸਾਡਾ ਦੁਸ਼ਮਣ ਹੈ, ਜਿੱਦਾਂ ਅਸੀਂ ਕਹਿੰਦੇ ਆ ਪੋਲਿਟਿਕਸ ਦੇ ਤੌਰ ਦੇ ਉੱਤੇ, ਜਿੱਦਾਂ ਜ਼ਮੀਨਾਂ ਦੇ ਕਬਜ਼ੇ ਹੋ ਰਹੇ ਨੇ, ਝੜਪਾਂ ਹੁੰਦੀਆਂ ਨੇ, ਪਰ ਜਦੋਂ ਬਿਜ਼ਨਸ ਦੀ ਗੱਲ ਆਉਂਦੀ ਹੈ ਤਾਂ ਅਸੀਂ ਚੀਨ ਤੋਂ ਮਾਲ ਲੈਂਦੇ ਵੀ ਹਾਂ। ਹਾਲਾਂਕਿ ਅਸੀਂ ਇੰਪੋਰਟ ਜ਼ਿਆਦਾ ਕਰਦੇ ਹਾਂ, ਐਕਸਪੋਰਟ ਘੱਟ ਕਰਦੇ ਹਾਂ, ਪਰ ਇੱਕ ਟ੍ਰੇਡ ਬਣਿਆ ਹੋਇਆ, ਇੱਕ ਬਿਜ਼ਨਸ ਦਾ ਰਿਲੇਸ਼ਨ ਬਣਿਆ ਹੋਇਆ। ਸੋ ਇਹ ਸਾਰੀ ਦੁਨੀਆ ਇੱਕ ਬਿਜ਼ਨਸ ਬਣੀ ਹੋਈ ਹੈ, ਬਿਜ਼ਨਸ ਦੇ ਹੀ ਟ੍ਰੇਡਸ ਨੇ, ਬਿਜ਼ਨਸ ਦਾ ਹੀ ਸਭ ਕੁਝ ਹੈ। ਤਾਂ ਜੋ ਅਸੀਂ ਵਾਰਸ ਵੀ ਦੇਖਦੇ ਹਾਂ ਉਹ ਵੀ ਇੱਕ ਬਿਜ਼ਨਸ ਦੇ ਤੌਰ ਦੇ ਉੱਤੇ ਹੀ। ਅਮਰੀਕਾ ਦੇ ਬਾਰੇ ਵੀ ਕਿਹਾ ਜਾਂਦਾ ਕਿ ਹਥਿਆਰ ਵੇਚਣੇ ਨੇ, ਸੈਟੇਲਾਈਟ ਇੰਡਸਟਰੀ ਜਿਹੜੀ ਹੈ ਉਹ ਵੀ ਸਾਰੀ ਉਹਨਾਂ ਦੀ ਵੈਪਨਸ ਦੀ ਹੈ, ਔਰ ਇਸ ਵਕਤ ਉਹਨਾਂ ਨੂੰ ਖਾਸ ਫਾਇਦਾ ਹੋ ਰਿਹਾ ਜਿਵੇਂ ਯੂਕਰੇਨ ਤੇ ਰਸ਼ੀਆ ਦੀ ਵਾਰ ਲੱਗੀ ਹੋਈ ਹੈ। ਸੋ ਇਹ तमाम ਗੱਲਾਂ ਜਿਹੜੀਆਂ ਨੇ ਮੁੱਕਦੀਆਂ ਇੱਥੇ ਆ ਕੇ ਨੇ ਕਿ ਬਿਜ਼ਨਸ ਕਿੱਥੇ ਹੈ। ਪਰ ਆਪਾਂ ਮੁੱਕਣ ਨਹੀਂ ਦਿੰਦੇ। ਮੇਰੇ ਖਿਆਲ ਆ ਗੱਲ ਪਤਾ ਕਿ ਪਾਕਿਸਤਾਨ ਦੀ ਗੱਲ ਚੱਲ ਰਹੀ ਨਾ, ਪਾਕਿਸਤਾਨ ਦੇ ਇੱਕ ਸ਼ਾਇਰ ਆ ਜਿਹਨੇ ਲਿਖਿਆ ਕਿ ਹਿੰਦੁਸਤਾਨ ਨਾਲ ਸਾਡੇ ਜਿਹੜੇ ਰਵਾਇਤੀ ਸੰਬੰਧ ਨੇ ਜਾਂ ਜੋ ਅਸੀਂ ਚਾਹੁੰਦੇ ਹਾਂ ਉਹ ਬਾਕਾਇਦਾ ਉਹੀ ਨੇ, ਪਰ ਸਿਆਸਤ ਜਿਹੜੀ ਆ ਉਹ 'ਚ ਟੱਕਰ ਲੈਂਦੀ ਆ। ਉਹਨਾਂ ਦੀ ਲਾਈਨਾਂ ਆਂਦਾ, ਵਾਘੇ ਨਾਲ ਅਟਾਰੀ ਦੀ ਨਹੀਂ ਟੱਕਰ। ਵਾਘਾ ਬਾਰਡਰ ਹੈ ਨਾ, ਵਾਘੇ ਨਾਲ ਅਟਾਰੀ ਦੀ ਨਹੀਂ ਟੱਕਰ, ਤੇ ਨਾ ਹੀ ਗੀਤਾ ਨਾਲ ਕੁਰਾਨ ਦੀ ਏ, ਨਾ ਹੀ ਗੀਤਾ ਨਾਲ ਕੁਰਾਨ ਦੀ ਏ, ਨਾ ਹੀ ਕੁਫਰ ਇਸਲਾਮ ਦਾ ਕੋਈ ਝਗੜਾ। ਕਹਿੰਦਾ ਇਹ ਝੂਠ ਹੈ, ਕੋਈ ਇਸਲਾਮ ਦਾ, ਹਿੰਦੂਆਂ ਦਾ, ਸਿੱਖਾਂ ਦਾ ਕੋਈ ਝਗੜਾ ਨਹੀਂ, ਨਾ ਹੀ ਕੁਫਰ ਇਸਲਾਮ ਦਾ ਕੋਈ ਝਗੜਾ। ਸਾਰੀ ਗੱਲ ਇਹ ਨਫੇ ਨੁਕਸਾਨ ਦੀ ਹੈ। ਨਫਾ ਨੁਕਸਾਨ ਕਿਹਨਾਂ ਦਾ ਹੈਗਾ? ਸਿਆਸਤ ਦਾ। ਮੁੱਖ ਮੰਤਰੀ ਕਿਹਨੇ ਬਣਨਾ, ਪ੍ਰਧਾਨ ਮੰਤਰੀ ਕਿਹਨੇ ਬਣਨਾ, ਕੁਰਸੀ ਵੱਡੀ ਤੇ ਕਿਹਨੇ ਬਹਿਣਾ, ਔਰ ਕਿਹਨੇ ਆਪਣੇ ਪਰਿਵਾਰ ਨੂੰ ਅੱਗੇ ਲਿਆਉਣਾ, ਕਿਹਦੀ ਕੁਨਬਾ ਪ੍ਰਸਤੀ ਹੈ, ਇਹ ਉਹਨਾਂ ਦੀ ਸ਼ਾਇਰੀ ਹੈ। ਬਿਲਕੁਲ ਹੈ। ਔਰ ਜਿਹੜੀ ਇਹ ਸਾਰੀ ਸਿਆਸਤ ਹੈ ਬੇਸ ਤਾਂ ਉਹਦਾ ਬਿਜ਼ਨਸ ਹੈ, ਬੇਸ ਤਾਂ ਉਹਦਾ ਪ੍ਰੋਫਿਟ ਹੈ, ਕਿਉਂਕਿ ਜੀਓ ਇਕਨੋਮਿਕਸ, ਜੀਓ ਪੋਲਿਟਿਕਸ, ਇਹ ਦੋ ਚੀਜ਼ਾਂ ਮੇਨ ਚੱਲਣਗੀਆਂ ਤਾਂ ਹਰ ਮੁਲਕ ਆਪਣਾ ਫਾਇਦਾ, ਸਿਆਸੀ ਫਾਇਦਾ ਵੀ ਦੇਖਦਾ ਹੈ। ਔਰ ਜੋ ਯੂਕਰੇਨ ਨਾਲ ਯੁੱਧ ਚੱਲ ਰਿਹਾ ਰਸ਼ੀਆ ਦਾ, ਉਹਦੇ ਵਿੱਚ ਜੋ ਭਾਰਤ ਦਾ ਸਟੈਂਡ ਹੈ ਉਹਦੇ ਵਿੱਚ ਵੀ ਭਾਰਤ ਆਪਣਾ ਫਾਇਦਾ ਦੇਖ ਰਹੀ ਹੈ ਕਿ ਰਸ਼ੀਆ ਕਿੱਦਾਂ ਸਪੋਰਟ ਕਰਦਾ ਹੈ ਉਹਨੂੰ ਹਰ ਮਾਮਲੇ ਦੇ ਵਿੱਚ। ਇਸ ਕਰਕੇ ਭਾਰਤ ਉਹ ਸਟੈਂਡ ਨਹੀਂ ਲੈ ਰਿਹਾ ਜੋ ਉਹਨੂੰ ਲੈਣਾ ਚਾਹੀਦਾ ਹੈ, ਕਿਉਂਕਿ ਅਸੀਂ ਦੇਖਦੇ ਹਾਂ ਕਿ ਯੂਕਰੇਨ ਨੇ ਐਕਸਪੈਕਟ ਕੀਤਾ ਸੀ, ਉਮੀਦ ਕੀਤੀ ਸੀ ਕਿ ਭਾਰਤ ਉਹ ਸਟੈਂਡ ਲਏਗਾ, ਪਰ ਨਹੀਂ ਲਿੱਤਾ, ਕਿਉਂਕਿ ਭਾਰਤ ਆਪਣਾ ਫਾਇਦਾ ਦੇਖ ਰਿਹਾ, ਰਣਨੀਤੀ ਹੈ। ਇਸ ਕਰਕੇ ਕੀ ਹੋਇਆ ਕਿ ਜੋ ਯੂਕਰੇਨ ਦੇ ਅੰਦਰ ਸਾਡੇ ਵਿਦਿਆਰਥੀ ਨੇ ਉਹਨਾਂ ਨੂੰ ਇਹ ਖਾਮਿਆਜ਼ਾ ਭੁਗਤਣਾ ਪਿਆ, ਉਹਨਾਂ ਨੂੰ ਉੱਥੇ ਸਪੋਰਟ ਨਹੀਂ ਮਿਲੀ, ਕਿਉਂਕਿ ਯੂਕਰੇਨੀਅਨਸ ਜਾਣਦੇ ਨੇ ਕਿਹੜਾ ਮੁਲਕ ਸਪੋਰਟ ਕਰ ਰਿਹਾ, ਕਿਹੜਾ ਮੁਲਕ ਸਪੋਰਟ ਨਹੀਂ ਕਰ ਰਿਹਾ। ਹਰ ਬੰਦਾ ਜਾਣਦਾ ਕਿ ਕਿਹੜਾ ਮੇਰੇ ਹੱਕ 'ਚ ਹੈ, ਕਿਹੜਾ ਨਹੀਂ। ਇਸ ਕਰਕੇ ਵਿਦਿਆਰਥੀਆਂ ਨੂੰ ਸਪੋਰਟ ਨਹੀਂ ਮਿਲੀ। ਔਰ ਦੇਖੋ ਸਾਨੂੰ ਕਿੰਨਾ ਕੁਝ ਬਰਦਾਸ਼ਤ ਕਰਨਾ ਪਿਆ ਆਪਣੇ ਉੱਥੋਂ ਦੇ ਸਟੂਡੈਂਟਸ ਨੂੰ ਲੈ ਕੇ ਜੋ ਉੱਥੇ ਗਏ ਸਾਰੇ ਪੜ੍ਹਾਈ ਛੱਡ ਕੇ ਆ ਗਿਆ। ਬਿਲਕੁਲ, ਕਿਸੇ ਚੌਥਾ ਸਮੈਸਟਰ, ਕਿਸੇ ਤੀਜਾ ਸਮੈਸਟਰ, ਉਹ ਵਿਚਾਰੇ ਦੇਖ ਰਹੇ ਕਿ ਸਰਕਾਰ ਕੀ ਬੋਲਦੀ ਹੁਣ। ਫਾਇਦਾ ਔਰ ਨੁਕਸਾਨ ਹੀ ਸਭ ਕੁਝ ਕਾਊਂਟ ਹੋ ਰਿਹਾ ਹੈ। ਔਰ ਸੇਮ ਹਰ ਥਾਂ ਦੇ ਉੱਤੇ, ਭਾਵੇਂ ਛੋਟਾ ਲੈਵਲ ਹੈ ਭਾਵੇਂ ਵੱਡੇ ਲੈਵਲ ਦੀ ਰਾਜਨੀਤੀ ਹੈ, ਹਰ ਥਾਂ ਦੇ ਉੱਤੇ ਦੇਖੋ ਜਿਹਦੇ ਘਰ ਨਾ ਰੌਲਾ ਪੈ ਰਿਹਾ। ਹੁਣ ਇਹ ਯੂਕਰੇਨ ਆ ਨਾ, ਉੱਥੇ ਬੰਬਾਰਮੈਂਟ ਹੋ ਰਹੀ ਹੈ, ਐਟਮ ਚੱਲ ਰਿਹਾ, ਉਹਦੇ ਲਈ ਅੱਗ ਆ, ਲੋਕਾਂ ਦੀ ਬਸੰਤਰ। ਲੋਕਾਂ ਦੇ ਕੋਈ ਨਹੀਂ ਉਹ 'ਚ ਕੀ ਹੈ, ਜਦੋਂ ਘਰ ਅੱਗ ਲੱਗੇ ਫਿਰ ਘਰ ਹੁੰਦੀ ਆ, ਉਹਦੇ ਘਰ ਅੱਗ ਲੱਗੀ ਆ, ਉਹਦੇ ਲਈ ਤਾਂ ਉਹ ਅੱਗ ਆ। ਤੇ ਬਾਕੀ ਜੇ ਕਹਿੰਦੇ ਇਹ ਬਸੰਤਰ ਹੈ ਤਾਂ ਕੋਈ ਗੱਲ ਨਹੀਂ, ਆਪਣੇ ਫਾਇਦੇ ਲਈ, ਆਪਣੇ ਫਾਇਦੇ ਲਈ ਗਰੁੱਪ ਬਣ ਗਿਆ। ਸੋਵੀਅਤ ਗਰੁੱਪ ਸੀ ਉਹਨਾਂ ਦਾ, ਨਾਟੋ ਜਿਹੜਾ ਉਹ ਗਰੁੱਪ ਬਣ ਗਿਆ। ਭਾਵੇਂ ਦੇਸ਼ ਕੋਈ ਵੀ ਹੈਗਾ, ਪਹਿਲਾਂ ਆਪਣਾ ਮਤਲਬ ਅੱਗੇ ਆ। ਤਬਾਹ ਕੌਣ ਹੋ ਰਿਹਾ? ਜਿਹਦੇ ਘਰ 'ਚ ਅੱਗ ਲੱਗੀ। ਬਿਲਕੁਲ ਸਹੀ ਹੈ। ਔਰ ਵਲਾਦੀਮੀਰ ਪੁਤਿਨ ਸਾਹਿਬ ਜੋ ਰਸ਼ੀਆ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਇਹੀ ਸਮਝਿਆ ਸੀਗਾ ਕਿ ਜੋ ਵਲਾਦੀਮੀਰ ਜ਼ੈਲੈਂਸਕੀ ਨੇ, ਜੋ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ, ਉਹ ਤਾਂ ਪਹਿਲਾਂ ਕਾਮੇਡੀ ਕਰਦੇ ਸੀ ਔਰ ਟੀਵੀ ਸ਼ੋਅ ਦੇ ਆਰਟਿਸਟ ਸੀ, ਉਹਨਾਂ ਨੇ ਕੀ ਕਰ ਲੈਣਾ, ਪਰ ਉਹ ਅੜ ਗਏ। ਅਮਰੀਕਾ ਨੇ ਕਿਹਾ ਕਿ ਮੈਂ ਤੁਹਾਨੂੰ ਕੱਢ ਲੈਣਾ ਇੱਥੋਂ ਕੀਵ ਚੋਂ, ਕਹਿੰਦੇ ਨਹੀਂ ਮੈਂ ਇੱਥੇ ਖੜਾ, ਮੈਨੂੰ ਅਸਲਾ ਭੇਜੋ, ਮੈਨੂੰ ਸਾਜ਼ੋ ਸਮਾਨ ਭੇਜੋ ਲੜਾਈ ਦਾ। ਅੜੇ ਹੋਏ ਨੇ ਔਰ ਰਸ਼ੀਆ ਨੂੰ ਇਹ ਐਕਸਪੈਕਟ ਨਹੀਂ ਕਰਦੇ ਸੀ। ਔਰ ਅੱਜ ਦੇਖੋ 1 ਮਹੀਨੇ ਤੋਂ ਉੱਤੇ ਹੋ ਗਿਆ, ਅੜੇ ਹੋਏ ਨੇ ਔਰ ਭਾਰੀ ਪੈ ਰਹੇ ਨੇ ਕਿਤੇ ਨਾ ਕਿਤੇ, ਕਿਉਂਕਿ ਰਸ਼ੀਆ ਪੂਰੀ ਤਰ੍ਹਾਂ ਕਾਬਜ਼ ਨਹੀਂ ਹੋ ਪਾ ਰਿਹਾ, ਸਟ੍ਰੈਟਜੀਜ਼ ਫੇਲ ਹੋ ਰਹੀਆਂ ਨੇ। ਔਰ ਐਕਸਪਰਟਸ ਕਹਿੰਦੇ ਨੇ ਕਿ ਉਹੀ ਜੋ ਜ਼ੈਲੈਂਸਕੀ ਉੱਥੇ ਸਟਰੋਂਗ ਹੋ ਕੇ ਖੜੇ ਹੋਏ ਨੇ, ਸੇਮ ਭਗਵੰਤ ਮਾਨ ਸਾਹਿਬ ਦੀ ਗੱਲ ਕਰਦੇ ਨੇ, ਭਗਵੰਤ ਸਿੰਘ ਮਾਨ ਸਾਹਿਬ ਦੀ ਗੱਲ ਕਰਦੇ ਨੇ ਕਿ ਇਹਨਾਂ ਨੂੰ ਵੀ ਉਦਾਂ ਸਟਰੋਂਗ ਹੋਣਾ ਪੈਣਾ, ਨਹੀਂ ਤਾਂ ਕੇਜਰੀਵਾਲ ਸਾਹਿਬ ਨੇ ਦਿੱਲੀ ਤੋਂ ਰੱਸੀਆਂ ਖਿੱਚਣੀਆਂ ਨੇ ਤੇ ਇੱਥੇ ਪੰਜਾਬ ਦੀ ਸਿਆਸਤ ਦੇ ਵਿੱਚ ਕਠਪੁਤਲੀ ਦਾ ਨਾਚ ਚੱਲਦਾ ਹੈ। ਸੋ ਅੱਜ ਇਸ ਚੀਜ਼ ਦੇ ਉੱਤੇ ਵੀ ਧਿਆਨ ਦੇਣ ਦੀ ਲੋੜ ਹੈ। ਡਿਸੀਜਨ ਆਪ ਲੈਣੇ ਚਾਹੀਦੇ ਆ, ਆਪ ਸੋਚਣਾ ਚਾਹੀਦਾ ਜੋ ਲੋਕ ਚਾਹੁੰਦੇ, ਕਿਉਂਕਿ ਇਹ ਇਸ ਮਿੱਟੀ ਦਾ ਜੰਪਲ ਆ। ਇਹਨੂੰ ਪਤਾ ਹੈਗਾ ਕਿ ਮੈਂ ਇਸ ਪਿੰਡ 'ਚੋਂ ਆਇਆ ਤੇ ਲੋਕਾਂ ਦੀਆਂ ਕੀ ਜਿਹੜੀਆਂ ਡਿਮਾਂਡ ਨੇ, ਕੀ ਉਹਨਾਂ ਦੀਆਂ ਮੰਗਾਂ ਨੇ, ਇਹ ਜ਼ਿਆਦਾ ਜਾਣੇਗਾ ਨਾ ਕਿ ਦਿੱਲੀ। ਬਿਲਕੁਲ ਦਿੱਲੀ ਦਾ ਜਿਹੜਾ ਬੈਠਾ, ਜਿਹੜਾ ਆ ਕੇ 700 ਕੋਹ ਤੋਂ ਦੂਰ ਬੈਠਾ, ਉਹਨੂੰ ਕੀ ਪਤਾ ਹੋਊਗਾ ਪੰਜਾਬ ਦੀ ਕੀ ਸਮੱਸਿਆ ਵਾ, ਲੋਕ ਕੀ ਚਾਹੁੰਦੇ ਆ, ਬੱਚੇ ਕੀ ਚਾਹੁੰਦੇ ਆ, ਔਰਤਾਂ ਕੀ ਚਾਹੁੰਦੀਆਂ। ਜੇ ਔਰਤਾਂ ਦੀ ਗੱਲ ਕੀਤੀ ਆ ਤੇ ਜਿਹੜਾ 1000 ਰੁਪਏ ਦਾ ਇਹਨਾਂ ਨੇ ਪਹਿਲੋਂ ਅਨਾਉਂਸ ਕਰ ਚੁੱਕੇ ਆ, ਹੁਣ ਉਹ ਅਜੇ ਉਹ ਵੀ ਠੰਡੇ ਬੱਸੇ 'ਚ ਪਿਆ ਹੈਗਾ। ਇਹ ਚੀਜ਼ਾਂ ਲੋਕਾਂ ਦੇ ਮਨ 'ਚ ਤਾਂ ਹੈਗੀਆਂ ਹੀ ਆ, ਇਹਨੂੰ ਕਿੰਨੀ ਕੁ ਦੇਰ ਤੱਕ ਤੁਸੀਂ ਇੱਧਰ ਉੱਧਰ ਕਰੋਗੇ, ਹੈ ਨਾ। ਉਹ ਗੱਲਾਂ ਜਿਹੜੀਆਂ ਪੂਰੀਆਂ ਤਾਂ ਲੋਕਾਂ ਨੇ ਕਰਵਾਉਣੀਆਂ ਹੀ। ਗੱਲ ਇਹ ਹੀ ਹੈ ਕਿ ਇਹ ਕੀ ਹੈ, ਮਤਲਬ
ਫ੍ਰੀ 'ਚ ਤੁਹਾਨੂੰ ਆਹ ਦੇ ਦਾਂਗੇ, ਫ੍ਰੀ 'ਚ ਤੁਹਾਨੂੰ ਆਹ ਦੇ ਦਾਂਗੇ, 1000 ਤੁਹਾਨੂੰ ਹਰ ਮਹੀਨੇ ਪੈਸਾ ਦੇ ਦਾਂਗੇ, ਕਿਸ ਖੁਸ਼ੀ 'ਚ ਕਿਉਂ ਦੋਗੇ? ਜਿੱਥੇ ਲੋੜ ਹੈ ਉੱਥੇ ਦਿਓ, ਜਿੱਥੇ ਗਰੀਬੀ ਹੈ ਉੱਥੇ ਦਿਓ, ਵੰਡਦੇ ਫਿਰਾਂਗੇ। ਇਹ ਵੋਟਾਂ ਲੈਣ ਦਾ ਝਾਂਸਾ ਵੀ ਹੁੰਦਾ ਨਾ, ਝਾਂਸਾ ਹੈ ਇਹ, ਫ੍ਰੀ ਬੀਜ਼ ਪੋਲਿਟਿਕਸ। ਜਿਵੇਂ ਟੁੱਕਰ ਨਹੀਂ ਸੁੱਟੀ ਦੇ ਹੁੰਦੇ ਕਿ ਟੁੱਕਰ ਸੁੱਟ ਦਿੱਤੇ ਤੇ ਤੁਸੀਂ ਸਾਨੂੰ ਵੋਟਾਂ ਪਾ ਦਿਓ। ਲੋਕ ਮੂਰਖ ਨਹੀਂ ਹੈਗੇ, ਲੋਕਾਂ ਨੂੰ ਪਤਾ ਹੈ ਕਿ ਨਾ ਤੁਸੀਂ 1000 ਰੁਪਇਆ ਮਹੀਨਾ ਦੇਣਾ, ਕਿਉਂਕਿ ਦੇਣ ਦੀ ਹਿੰਮਤ ਕਿਉਂ ਨਹੀਂ ਹੈ? ਕਿਉਂਕਿ ਖਜ਼ਾਨੇ 'ਚ ਪੈਸਾ ਨਹੀਂ ਹੈ, ਕਿੱਥੋਂ ਦੇਣਾ? ਤੁਸੀਂ ਲੱਖ ਸਟ੍ਰੈਟਜੀ ਲੈ ਕੇ ਆ ਜਾਓ ਕਿ ਇੱਥੋਂ ਪੈਸੇ ਉੱਥੋਂ ਲੈ ਕੇ ਆਵਾਂਗੇ, ਕੇਜਰੀਵਾਲ ਸਾਹਿਬ ਮਾਡਲ ਲੈ ਕੇ ਆ ਜਾਣ ਕਿ ਇੱਥੋਂ 1000 ਰੁਪਇਆ ਆ ਜਾਏਗਾ, ਲੱਖ ਲੈ ਕੇ ਆ ਜਾਓ, ਪਰ ਪ੍ਰੈਕਟੀਕਲ ਚੀਜ਼ਾਂ ਨਹੀਂ। ਕਾਗਜ਼ਾਂ ਦੇ ਉੱਤੇ ਬਹੁਤ ਵਧੀਆ ਲੱਗਦਾ ਹੈ, ਕਾਗਜ਼ਾਂ ਦੇ ਉੱਤੇ ਤਾਂ ਤੁਸੀਂ ਬਹੁਤ ਕੁਝ ਮਹਿਲ ਵੀ ਉਸਾਰ। ਪਤਾ ਕੀ ਗੱਲ ਇੱਥੇ ਗੱਲ ਇੱਕ ਹੋਰ ਵੀ ਗੱਲ ਹੈਗੀ, ਇਹ ਜਦੋਂ ਕੋਈ ਵੀ ਸਿਆਸਤ ਭਖਦੀ ਜਾਂ ਸਿਆਸਤ ਅੱਗੇ ਆਉਂਦੀ ਆ, ਹੁਣ ਕੁਝ ਸੂਝਵਾਨ ਸਾਰੇ ਤਾਂ ਬੁੱਧੀਜੀਵ ਨਹੀਂ ਹੁੰਦੇ, ਬਹੁਤ ਲੋਕ ਆਮ ਜਨਤਾ ਵੀ ਆ, ਵੋਟ ਤਾਂ ਆਮ ਜਨਤਾ ਕੋਲ ਵੀ ਹੈਗੀ, ਪਰ ਉਹ ਲੋਕਾਂ ਨੂੰ ਆਪਣੇ ਨਾਲ ਜੋੜਨਾ, ਕਹਿਣਾ, ਕਰਨਾ, ਉਹਦੇ 'ਚ ਕਈ ਤਰ੍ਹਾਂ ਦੀਆਂ ਜਿਹੜੀਆਂ ਇਹਨਾਂ ਕੋਲ ਨੀਤੀਆਂ ਬਣਾਉਣੀਆਂ ਪੈਂਦੀਆਂ। ਪੋਲੀਟਿਕਸ ਇਹ ਕਰਦੀ ਹੈ, ਚੈਨਲ ਜਾਂ ਜੋ ਮਰਜ਼ੀ ਆਪਾਂ ਬੋਲਦੇ ਹਾਂ, ਆਪਾਂ ਆਪਣੇ ਤਰੀਕੇ ਨਾਲ ਗੱਲ ਕਰਦੇ ਹਾਂ, ਪਰ ਆਮ ਜਨਤਾ ਦੀ ਸੋਚ ਜਿਹੜੀ ਆ ਉਹ ਹੋਰ ਆ, ਜਿਹੜੀ ਲੋਕ ਉਹਨਾਂ ਕੋਲ ਸੁਣ ਰਹੇ ਆ, ਕਿਉਂਕਿ ਉਹ ਦਿਹਾੜੀਦਾਰ ਆ, ਉਹ ਮਜ਼ਦੂਰ ਆ, ਉਹ ਕੋਈ ਬੰਦਾ 500 ਰੁਪਈਆ ਕਮਾ ਰਿਹਾ, ਕੋਈ 300 ਰੁਪਈਆ ਕਮਾ ਰਿਹਾ, ਉਹਨਾਂ ਦੀਆਂ ਇਛਾਵਾਂ ਆਪਣੇ ਤਰੀਕੇ ਦੀਆਂ। ਤੁਸੀਂ ਜ਼ਮੀਨ ਦੇ ਕੋਲ ਜਾਂ ਥੱਲੇ ਬਹਿ ਕੇ ਵੇਖੋ ਤਾਂ ਉਹ ਚੀਜ਼ ਉਹੀ ਉਹਨਾਂ ਲਈ 1000 ਰੁਪਇਆ ਬਹੁਤ ਵੱਡੀ ਗੱਲ। ਆਪਾਂ ਜੇ ਕਹਿ ਦਈਏ ਨਾ ਯਾਰ 1000 ਰੁਪਏ ਦਾ ਤਾਂ ਕੋਈ ਏਡੀ ਗੱਲ ਨਹੀਂ, 1000 ਰੁਪਏ ਦਾ ਹੈਗਾ ਤਾਂ ਨੀਤੀਆਂ ਬਣਾਓ, ਕਿਉਂਕਿ ਕੁਝ ਲੋਕ ਫੌਰੀ ਪੈਸਾ ਵੀ ਮੰਗਦੇ ਆ। ਵੋਟਾਂ ਪਾਈਆਂ ਉਹਨਾਂ ਨੇ ਸਰਕਾਰਾਂ ਬਣਾਈਆਂ, ਤੇ ਜੇ ਇਹਨਾਂ ਨੇ ਕਹਿ ਚੁੱਕਿਆ ਹੁਣ ਸ਼ਗਨ ਦੀ ਸਕੀਮ, ਕੁਝ ਲੋਕ 5 ਸਟਾਰ ਜਾ ਕੇ ਹੋਟਲ 'ਚ ਵਿਆਹ ਕਰਦੇ ਆ, ਉਹਨਾਂ ਨੂੰ ਕਰੋੜਾਂ ਅਰਬਾਂ ਤੱਕ ਜਾਂਦਾ। ਕੁਝ ਲੋਕ ਵਿਚਾਰੇ 55000 ਰੁਪਏ 35000 ਰੁਪਏ 'ਚ ਵਿਆਹ ਕਰਦੇ ਆ, ਉਹ ਵਿਚਾਰੇ ਉਹ ਜਿਹੜੀ ਸ਼ਗਨ ਸਕੀਮ ਆ ਹੁਣ ਤਾਂ ਉਹਨਾਂ ਨੂੰ ਲੈਣੀ ਬਣਦੀ ਆ। ਇਹ ਗੱਲ ਉਹਨਾਂ ਲੋਕਾਂ ਦੀ ਹੈ ਜਿਹੜੇ ਵਿਚਾਰੇ ਤਰਾਸਦੀ 'ਤੇ ਮਾਰੇ ਆ, ਇਕਨੋਮਿਕਲੀ ਡਾਊਨ ਆ, ਜਿਨ੍ਹਾਂ ਦੇ ਵਿਚਾਰਾ ਘਰ ਬਾਹਰ ਨਹੀਂ ਬਹੁਤਾ ਬਣਿਆ, ਉਹਨਾਂ ਲੋਕਾਂ ਦੀ ਗੱਲ। ਜੇ ਹੁਣ ਆਪਾਂ ਬਹੁਤੀ ਵੱਡੀ ਗੱਲ ਕਰੀਏ ਤਾਂ ਵੱਡੇ ਲੋਕ ਵੀ ਹੈਗੇ, ਮਾੜੇ ਵੀ ਆ, ਕਿਉਂਕਿ ਤਰ੍ਹਾਂ ਦੇ ਲੋਕ ਪੰਜਾਬ 'ਚ ਵੀ ਰਹਿ ਰਹੇ ਆ, ਬਾਹਰਲੇ ਸੂਬਿਆਂ 'ਚ ਵੀ ਰਹਿ ਰਹੇ ਆ, ਪਰ ਅਸੀਂ ਗੱਲ ਕਰ ਰਹੇ ਹਾਂ ਆਪਣੀ ਸਰਕਾਰ ਦੀ, ਜਿਨ੍ਹਾਂ ਨੇ ਇੱਕ ਛੋਟਾ ਜਿਹਾ ਵਾਅਦਾ ਕੀਤਾ ਉਹਨਾਂ ਦੇ, ਉਹ ਵਾਅਦਾ ਤਾਂ ਪੂਰਾ ਕਰਨਾ। ਤੁਸੀਂ ਗੱਲ ਇੱਕ ਵਧੀਆ ਕੀਤੀ ਕਿ ਉਹਦੇ 'ਚ 1000 ਰੁਪਏ ਜਿਹੜਾ ਦੇਣਾ, ਤੁਸੀਂ ਕਿਉਂ ਲੋੜਵੰਦ ਨੂੰ ਕਿਉਂ ਨਹੀਂ ਦਿੰਦੇ? ਜਿਹੜਾ ਵਿਚਾਰਾ ਲੋੜਵੰਦ ਆ, ਜੇ ਹੁਣ ਸਾਰੀਆਂ ਔਰਤਾਂ ਨੂੰ ਦੇ ਰਹੇ ਤਾਂ ਕਈ ਤਾਂ ਹੁਣ ਰਾਇਸ ਆ, ਕੋਈ ਪੈਸਾ ਉਹਨਾਂ ਕੋਲ ਬਹੁਤ ਜ਼ਿਆਦਾ, ਉਹਨਾਂ ਨੇ ਪੈਸਾ ਕੀ ਕਰਨਾ ਗਾ। ਜਿਸ ਤਰ੍ਹਾਂ ਸਬਸਿਡੀ ਦਿੱਤੀ ਸੀ ਜਿਹੜੀ ਸਿਲੰਡਰਾਂ ਦੀ, ਕਈ ਬੰਦਿਆਂ ਨੇ ਨਹੀਂ ਲਈ, ਉਹਦੇ ਨੇ ਚਾਹੀਦੀ ਨਹੀਂ, ਕਿਉਂਕਿ ਬਹੁਤ ਵੱਡੇ ਲੋਕ ਹੈਗੇ। ਕਈ ਵਿਚਾਰਿਆਂ ਨੂੰ 150 ਜਿਹੜੇ ਬਚਦੇ ਆ ਵਿਚਾਰੇ ਵੇਂਦੇ ਆ ਅਕਾਊਂਟ 'ਚ ਆਏ ਕਿ ਨਹੀਂ ਆਏ, ਉਹ ਚੀਜ਼ਾਂ ਲਈ ਉਸ ਬੰਦੇ ਲਈ ਆਂਦੇ ਉਹ ਕੀੜੀ ਨੂੰ ਤਾਂ ਠੂਠਾ ਜਿਹੜਾ ਨਾ ਦਰਿਆ ਹੁੰਦਾ, ਉਹਦੇ 'ਚ ਵੀ ਡੁੱਬ ਸਕਦੀ ਹੈ। ਉਹ ਇਹ ਹੈ ਵੱਡੇ ਲੋਕਾਂ ਲਈ ਤਾਂ ਵੱਡੀ ਗੱਲ ਨਹੀਂ। ਕਈ ਵਾਰ ਤੁਸੀਂ ਬਹਿ ਕੇ ਇਕੱਲੇ ਸੋਚੋ ਇਹ ਹੋ ਕੀ ਰਿਹਾ, ਇਹ ਕਰ ਕੀ ਰਹੇ ਨੇ, ਇਹ ਕਿੱਦਾਂ ਦੀਆਂ ਗੱਲਾਂ ਕਰਦੇ ਨੇ, ਇਹ ਕਿੱਦਾਂ ਦੇ ਕੰਮ ਕਰਦੇ ਨੇ, ਇਹ ਕੁਝ ਨਹੀਂ ਸਮਝ ਆਉਂਦੀ ਕਿ ਵਾਕਈ ਇਹਨਾਂ ਨੂੰ ਦੇਸ਼ ਚਲਾਉਣਾ ਆਉਂਦਾ ਹੈ, ਵਾਕਈ ਇਹਨਾਂ ਨੂੰ ਸਟੇਟ ਚਲਾਉਣੀ ਆਉਂਦੀ ਹੈ ਕਿ ਐਵੇਂ ਸ਼ੌਕੀਆ ਤੌਰ ਤੇ ਆ ਗਏ। ਇੱਕ ਗਾਣਾ ਹੀ ਹੈ ਜਿਹੜਾ ਤੁਸੀਂ ਕਹਿੰਦੇ ਇਕੱਲੇ ਬੈਠ, ਉਹਨੇ ਕਿਹਾ ਇਕੱਲੀ ਬਹਿ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਤੇਰੇ ਲਈ। ਹੁਣ ਲੋਕ ਤਾਂ ਇਹ ਕਹਿੰਦੇ ਤੁਸੀਂ ਹੁਣ ਇਕੱਲੇ ਬਹਿ ਕੇ ਸੋਚੋ ਅਸੀਂ ਤੁਹਾਡੇ ਲਈ ਕੀ ਨਹੀਂ ਕੀਤਾ, ਤੁਹਾਡੇ ਲਈ ਕੀ ਨਹੀਂ ਕਰਕੇ ਅਸੀਂ ਤੇ ਕਿੱਥੇ ਪਹੁੰਚਾਤਾ ਤੁਹਾਨੂੰ। ਬਿਲਕੁਲ ਪ੍ਰੈਕਟੀਕਲ ਆਓ। ਹੁਣ ਤੁਸੀਂ ਐਜੂਕੇਸ਼ਨ ਦੀ ਗੱਲ ਕੀਤੀ ਸੀ, ਜਿਹੜੀ ਗੱਲ ਆਪਣੀ ਵਿੱਚ ਰਹਿ ਗਈ। ਹਾਂ ਸਕੂਲਾਂ ਦੀ ਗੱਲ ਕੀਤੀ। ਹੁਣ ਸਕੂਲਾਂ ਦਾ ਜੇ ਗੱਲ ਕਰਨਗੇ ਕਲੀ ਕਰਾ ਦਿਓ ਜੀ, ਇੱਥੇ 2 ਕਮਰੇ ਪਾ ਦਿਓ ਜੀ, ਉਹ ਤਾਂ ਗੱਲ ਠੀਕ ਹੈ। ਐਜੂਕੇਸ਼ਨ ਦਾ ਲੈਵਲ ਕੀ ਹੈ ਉਹਦੀ ਗੱਲ ਕਰੋ, ਐਜੂਕੇਸ਼ਨ ਕਿੱਥੇ ਖੜੀ ਹੈ ਉਹਦੀ ਗੱਲ ਕਰੋ। ਬਿਲਕੁਲ ਸਹੀ ਗੱਲ। ਮਿਡ ਡੇ ਮੀਲ ਮਿਲੂ, ਮਿਡ ਡੇ ਮੀਲ ਤਾਂ ਮਿਲੂ, ਪਰ ਉਹਦੀ ਕੁਆਲਿਟੀ ਕੀ ਹੈ, ਕਿੱਦਾਂ ਦਾ ਖਾਣਾ ਦਿੰਦੇ ਪਏ ਹੋ ਤੁਸੀਂ ਇਹ ਵੀ ਤਾਂ ਦੇਖੋ ਨਾ ਕਿ ਤੁਸੀਂ ਅਨਾਉਂਸ ਤਾਂ ਕਰ ਦਿੰਦੇ ਹੋ, ਉਸ ਚੀਜ਼ ਨੂੰ ਮੇਨਟੇਨ ਕਰ ਸਕਦੇ ਹੋ। ਪਰ ਹੁਣ ਆ ਨਿੱਜੀ ਸਕੂਲਾਂ ਦੇ ਮਗਰ ਪਏ ਆ ਨਾ, ਜਿਹੜੇ 'ਚ ਵੀ ਕਿਤਾਬਾਂ ਇੱਥੋਂ ਖਰੀਦੋ ਜੀ, ਯੂਨੀਫਾਰਮ ਇੱਥੋਂ ਖਰੀਦੋ ਜੀ, ਬੂਟ ਇੱਥੋਂ ਖਰੀਦੋ ਜੀ, ਫੀਸ ਇਹ ਨਹੀਂ ਹੋਣੀ ਚਾਹੀਦੀ। ਸਟੈਂਡਰਡ ਦੇ ਲਿਹਾਜ਼ ਨਾਲ ਜਿਹੜੇ ਪ੍ਰਾਈਵੇਟ ਸਕੂਲ ਆ ਅਬਾਵਾ, ਉੱਥੇ ਇੰਗਲਿਸ਼ ਬੱਚੇ ਪੜ੍ਹਦੇ ਆ, ਬਾਹਰਲੇ ਦੇਸ਼ਾਂ 'ਚ ਜਾਂਦੇ ਵੀ ਆ। ਜੇ ਅਸੀਂ ਸਰਕਾਰੀ ਸਕੂਲਾਂ 'ਚ ਜਾਈਏ ਤਾਂ ਉਹ ਸਟੈਂਡਰਡ ਅਜੇ ਤੱਕ ਮੇਨਟੇਨ ਨਹੀਂ ਹੋ ਸਕਿਆ, ਭਾਵੇਂ ਕੁਆਲੀਫਾਈਡ ਟੀਚਰ ਉੱਥੇ ਆ, ਇਹਨਾਂ ਨਾਲ ਜ਼ਿਆਦਾ ਪੜ੍ਹੇ ਲਿਖੇ ਹੈਗੇ ਆ। ਪਿਛਲੇ ਦਹਾਕੇ ਦੇਖ ਲਓ, ਜਦੋਂ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਮੁੰਡੇ IPS, ਜਨਰਲ, ਕਰਨਲ, ਬ੍ਰਿਗੇਡੀਅਰ ਔਰ SSP ਉਹਨਾਂ ਪੰਜਾਬੀ ਸਕੂਲਾਂ 'ਚ ਪੜ੍ਹ ਕੇ ਗਏ, ਪਿੰਡਾਂ ਦੇ 'ਚੋਂ। ਅਸੀਂ ਪਿੰਡਾਂ ਦੇ ਸਕੂਲਾਂ 'ਚੋਂ ਪੜ੍ਹ ਕੇ ਆਏ ਹਾਂ, ਪਰ ਉਹਦਾ ਇੱਕ ਸਟੈਂਡਰਡ ਮੇਨਟੇਨ ਕੀਤਾ ਸੀਗਾ। ਹੁਣ ਇਹ ਬਣ ਗਈਆਂ ਦੁਕਾਨਦਾਰੀਆਂ। ਹੁਣ ਇਹ ਸਮਝਦੇ ਉਹਦੇ 'ਚ ਵੀ ਇੱਧਰੋਂ ਕਿਤਾਬਾਂ 'ਚ ਕਿੰਨੇ ਪੈਸੇ ਆਉਂਦੇ ਆ, ਫੀਸ ਕਿੰਨੀ ਕੁ ਹੋਣੀ ਚਾਹੀਦੀ ਹੈ। ਅੱਗੇ ਲੋਕ ਸਮਝਦੇ ਸੀ ਵੀ ਇਹ ਸਰਵਪੱਖੀ ਵਿਕਾਸ ਲਈ ਹੈ ਐਜੂਕੇਸ਼ਨ। ਕਠਾਰੀ ਕਮਿਸ਼ਨ ਇੱਕ ਹੋਇਆ, ਬਹੁਤ ਵੱਡਾ ਕਮਿਸ਼ਨ ਸੀਗਾ, ਜਿਹਨੇ ਰਿਕਮੈਂਡ ਕੀਤਾ ਹੈ ਕਿ ਐਜੂਕੇਸ਼ਨ ਨੂੰ ਦੇ ਲਈ ਸਿਲੇਬਸ ਕਿੱਦਾਂ ਦਾ ਚਾਹੀਦਾ, ਕਿਤਾਬਾਂ ਕਿੱਦਾਂ ਦੀਆਂ ਚਾਹੀਦੀਆਂ, ਫੀਸ ਕਿੰਨੀ ਕੁ ਚਾਹੀਦੀ ਹੈ, ਔਰ ਬੜੀ ਨੋਮੀਨਲ ਫੀਸ ਹੁੰਦੀ ਸੀ ਸਰਕਾਰੀ ਸਕੂਲਾਂ 'ਚ। 7-7 8-8 ਬੱਚੇ ਪੜ੍ਹਦੇ ਹੁੰਦੇ ਮਾਂ ਪਿਓ ਦੇ, ਤਾਂ ਬੱਚੇ ਵੀ ਹੈ ਨਾ ਜ਼ਿਆਦਾ ਸੀਗੇ। ਹੁਣ 2-2 ਬੱਚੇ ਆ ਤੇ 2 ਬੱਚੇ ਪੜ੍ਹਾਉਣੇ ਮਾਂ ਪਿਓ ਲਈ ਬੜਾ ਔਖਾ ਸਾਬਤ ਹੁੰਦਾ। ਲੱਖਾਂ ਰੁਪਏ ਫੀਸ।
ਇਹ 10 ਸਾਲ ਦਾ ਹੀ ਹੋਇਆ ਕਿ ਪ੍ਰਾਈਵੇਟ ਸਕੂਲ ਉਸ ਤੋਂ ਪਹਿਲਾਂ ਜਿਹੜੇ ਪ੍ਰੈਜ਼ੀਡੈਂਟ ਬਣੇ ਨੇ, ਪ੍ਰਾਈਮ ਮਿਨਿਸਟਰ ਬਣੇ ਨੇ, ਸਾਰੇ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਸਰਕਾਰੀ ਸਕੂਲਾਂ ਦੇ ਅੱਛਾ ਬੋਲਦੇ ਆ, ਅੱਛਾ ਸੋਚਦੇ ਆ, ਅੱਛਾ ਆ ਕੇ ਦੇਸ਼ ਲਈ ਨੀਤੀ ਬਣਾਉਂਦੇ ਆ। ਹੁਣ ਉਹਨਾਂ ਲੋਕਾਂ ਨੇ ਵੀ ਤਾਂ ਉਹਨਾਂ ਸਕੂਲਾਂ ਤੋਂ ਲਈ ਹੈ। ਮਨਮੋਹਨ ਸਿੰਘ ਜੀ ਸਰਕਾਰੀ ਸਕੂਲ ਦੇ ਪੜ੍ਹੇ ਹੋਏ, ਸਰਕਾਰੀ ਸਕੂਲ ਦੇ, ਉਹਨਾਂ ਦਾ ਪਾਕਿਸਤਾਨ 'ਚ ਸਕੂਲ ਸੀਗਾ, ਉਹਨਾਂ ਦਾ ਰਿਕਾਰਡ ਦਿਖਾਉਂਦੇ ਅਜੇ ਤੱਕ ਕਈ ਵਾਰੀ ਵੀਡੀਓ, ਹਰ ਕਲਾਸ 'ਚੋਂ ਫਸਟ ਆਉਂਦੇ ਰਹੇ। ਅਬਦੁਲ ਕਲਾਮ ਆਜ਼ਾਦ ਸਰਕਾਰੀ ਸਕੂਲ ਦੇ ਪੜ੍ਹੇ ਹੋਏ ਨੇ, ਸਾਇੰਟਿਸਟ। ਹਾਂ, ਮਨੋਹਰ ਸਿੰਘ ਗਿੱਲ ਸੀ, MS ਗਿੱਲ ਚੋਣ ਕਮਿਸ਼ਨਰ ਹੈ, ਉਹ ਆਵੇ ਤਰਨਤਾਰਨ ਦੇ ਨਾਲ ਪਿੰਡ ਕੱਦ ਗਿੱਲ, ਉਸ ਪਿੰਡ ਦੇ। ਔਰ ਇਹਨਾਂ ਪਿੰਡਾਂ 'ਚੋਂ ਉੱਠ ਕੇ ਹੁਣ ਜਿੰਨੇ ਬ੍ਰਿਗੇਡੀਅਰ ਪੁਰਾਣੇ ਰਹੇ ਆ, ਵੱਡੇ ਓਲੰਪੀਅਨ ਜਿਹੜੇ ਰਹੇ ਆ ਮੁੰਡੇ, ਸਾਰੇ ਸਰਕਾਰੀ ਸਕੂਲਾਂ 'ਚ ਪੜ੍ਹ ਕੇ, ਗੌਰਮੈਂਟ ਸਕੂਲਾਂ 'ਚ ਪੜ੍ਹ ਕੇ ਵੱਡੀਆਂ ਉਪਾਧੀਆਂ ਲੈ ਲਈਆਂ। ਪਰ ਸਾਡੇ 'ਚ ਪਤਾ ਕੀ ਹੁੰਦਾ, ਅਸੀਂ ਇਹ ਵੀ ਕਰਦੇ ਹਾਂ, ਇਹਦੇ 'ਚ ਇੱਕ ਆਰਥਿਕ ਪਾੜਾ ਐਜੂਕੇਸ਼ਨ 'ਚ ਵੀ ਆ ਗਿਆ। ਉਹ ਤੁਸੀਂ ਪੁੱਛੋਗੇ ਕਿਸ ਤਰ੍ਹਾਂ, ਉਹ ਇਹ ਹੈਗਾ ਜਿੰਨੇ ਲੋਕ ਜ਼ਿਆਦਾ ਇਨਕਮ ਵਾਲੇ ਆ, ਪੈਸੇ ਵਾਲੇ ਆ, ਗੌਰਮੈਂਟ ਸਕੂਲਾਂ 'ਚ, ਵੱਡੇ ਸਕੂਲਾਂ 'ਚ ਉਹਨਾਂ ਦੇ ਬੱਚੇ ਪੜ੍ਹ ਰਹੇ ਆ। ਜਿਹੜੇ ਵਿਚਾਰੇ ਗਰੀਬ ਆ, ਦਿਹਾੜੀਦਾਰ ਆ, ਉਹ ਸਰਕਾਰੀ ਸਕੂਲਾਂ 'ਚ। ਇਹ ਤੁਸੀਂ ਕਦੇ ਵੀ ਇਹਦਾ ਡਾਟਾ ਕੱਢ ਕੇ ਵੇਖੋ, ਕਦੀ ਕਿਸੇ ਟੀਚਰ ਨਾਲ ਗੱਲ ਕਰੋ, ਜਿਹੜੇ ਡਿਸਟ੍ਰਿਕਟ ਐਜੂਕੇਸ਼ਨ ਅਫਸਰ, ਉਹਨਾਂ ਨਾਲ ਗੱਲ ਕਰਕੇ ਵੇਖੋ, ਗਰੀਬਾਂ ਦੇ ਬੱਚੇ ਉਹਨਾਂ 'ਚ ਹੋਣਗੇ, ਬਾਕੀ ਸਾਰੇ ਉੱਥੇ ਨਹੀਂ ਜੀ ਅਸੀਂ ਇੰਗਲਿਸ਼ ਪੜ੍ਹਾਉਣੀ ਹੈ ਜੀ ਬੱਚੇ ਨੂੰ, ਸਾਡਾ ਬੱਚਾ ਉੱਥੇ ਹਿੰਦੀ ਬੋਲੂਗਾ ਜੀ, ਸਾਡਾ ਬੱਚਾ ਉੱਥੇ ਅੱਛਾ ਜਿਹੜਾ ਜਬਰਾ ਪੜ੍ਹੂਗਾ ਜੀ ਉੱਥੇ, ਹੈ ਨਾ, ਉਹਦੇ 'ਚ ਬੜਾ ਬੱਚਾ ਸਾਡਾ ਜਾ ਕੇ ਵੱਡਾ ਅਫਸਰ ਬਣੂਗਾ। ਉਹ ਹੁਣ ਇਸ ਦਾਇਰੇ 'ਚ ਆ ਗਿਆ। ਤੇ ਜਿਹੜੇ ਵਿਚਾਰੇ ਗਰੀਬ ਆ, ਉਹਨਾਂ ਨੂੰ ਤਾਂ ਕਿਤੇ ਨਾ ਕਿਤੇ ਬੱਚਾ ਪੜ੍ਹਾਉਣਾ, ਚਲੋ ਉੱਥੇ ਕਿਤਾਬਾਂ ਮੁਫਤ ਮਿਲ ਜਾਂਦੀਆਂ, ਯੂਨੀਫਾਰਮ ਮਿਲ ਜਾਂਦੀ ਆ, ਪਰ ਉੱਥੋਂ ਵੀ ਬੱਚੇ ਜਾ ਕੇ ਬੱਚੇ ਅੱਛੇ IQ ਵਾਲੇ, IAS IPS ਉਹ ਵੀ ਬਣਦੇ ਬੱਚੇ। ਜਦੋਂ ਮੈਂ ਪੜ੍ਹਨਾ ਸ਼ੁਰੂ ਕੀਤਾ, ਛੋਟਾ ਸੀ, ਉਦੋਂ ਨਵੇਂ ਆਏ ਸੀ ਇਹ ਅੰਗਰੇਜ਼ੀ ਸਕੂਲ, ਤੇ ਮੈਂ ਉੱਥੇ ਪੜ੍ਹਨ ਗਿਆ। ਤੇ ਉਦੋਂ ਸਰਕਾਰੀ ਸਕੂਲ ਵੀ ਸੀ, ਪਰ ਮਾਂ ਪਿਓ ਨੂੰ, ਮੇਰੇ ਮੰਮੀ ਪਾਪਾ ਨੂੰ, ਮੰਮੀ ਡੈਡੀ ਨੂੰ ਬੜਾ ਸ਼ੌਕ ਕਿ ਬੱਚਾ ਮਾਡਲ ਸਕੂਲ ਪੜ੍ਹੇ, ਅੰਗਰੇਜ਼ੀ ਸਕੂਲ ਪੜ੍ਹੇ। ਠੀਕ ਹੈ, ਮੈਂ ਪੜ੍ਹਿਆ। ਔਰ ਫਿਰ ਵੀ ਦੇਖੋ, ਹੈਂਡ ਰਾਈਟਿੰਗ ਮੇਰੀ ਸਹੀ ਕਰਨ ਵਾਸਤੇ ਮਾਤਾ ਜੀ ਨੇ ਮੈਨੂੰ ਘਰ ਫੱਟੀ ਤੇ ਲਿਖਣਾ ਸਿਖਾਇਆ। ਫੱਟੀ ਤੇ ਸਲੇਟ, ਕਹਿੰਦੇ ਫੱਟੀ ਤੇ ਸਲੇਟ ਤੇ ਲਿਖ ਕੇ ਤੇਰੀ ਹੈਂਡ ਰਾਈਟਿੰਗ ਬਣੇਗੀ, ਅਦਰਵਾਈਜ਼ ਨਹੀਂ ਬਣੇਗੀ। ਹਾਂ, ਡਰੰਕ ਨਾਲ ਲਿਖ ਦਿੰਦੇ ਸੀ, ਡਰੰਕ ਨਾਲ ਲਿਖਦੇ ਸੀ। ਔਰ ਉਹ ਬਕਾਇਦਾ ਮੇਰੇ ਪੈਨ ਕਿੱਥੇ ਗਏ ਹੁਣ? ਪੈਨ ਵੀ ਮੇਰੇ ਪਏ ਹੋਏ ਨੇ, ਮੈਂ ਰੱਖੇ ਹੋਏ ਨੇ। ਹੁਣ ਪੈਨ ਨੇਬ ਵਾਲੇ ਨਹੀਂ ਕਹਿੰਦੇ, ਨਾ ਸਿਆਹੀ ਹੈਗੀ ਜੀ ਜੀ। ਇਹ ਤਾਂ ਕਿ ਟਿੱਕੀਆਂ ਨੂੰ ਪੀਸ ਕੇ ਸਿਆਹੀ ਬਣਦੀ ਸੀ, ਲਾਲੋ ਗਾਚ ਨਹੀਂ ਹੁੰਦੀ, ਉਹਦੇ ਨਾਲ ਫੱਟੀਆਂ ਪੋਚੀਆਂ ਜਾਂਦੀਆਂ, ਸੂਰਜ ਦੇ ਧੁੱਪ 'ਚ ਸੁਕਾਈਆਂ ਜਾਂਦੀਆਂ ਸੀ। ਊੜਾ ਜਿਹੜਾ ਤੇ ਇਬਾਰਤ ਲਿਖੀ ਜਾਂਦੀ ਸੀ, ਉੱਥੇ ਟੋਕਵੇਂ ਹਿੰਸੇ ਲਿਖੇ ਜਾਂਦੇ ਸੀ। ਹੁਣ ਨਾ ਤਾਂ ਕਿਸੇ ਨੂੰ 20 ਤੱਕ ਪਹਾੜਾ ਆਉਂਦਾ, ਨਾ ਉਹਨੂੰ ਕਿਸੇ ਨੂੰ 2.5 ਦਾ ਪਹਾੜਾ, ਨਾ 100 ਦਾ ਪਹਾੜਾ, ਨਾ ਕੋਈ ਪਹਾੜੇ ਵੀ ਨਹੀਂ ਆਉਂਦੇ। ਜਿਹੜੇ ਆ ਨਾ ਸਾਡੇ ਕੋਲ ਮੈਥ ਗਣਿਤ, ਇਹ ਤੋਂ ਵੀ ਆਪਾਂ ਪਿੱਛੇ ਰਹਿ ਗਏ। ਇਸੇ ਕਰਕੇ ਐਜੂਕੇਸ਼ਨ ਜਿਹੜੀ ਹੈ, ਅਸੀਂ ਆਪਣੀ ਜਿਹੜੀ ਟ੍ਰੈਂਡ ਸੀ ਹਿੰਦੁਸਤਾਨ ਦਾ, ਇਹ ਤੋਂ ਦੂਰ ਚਲੇ ਗਏ। ਅਸੀਂ ਚੱਲ ਗਏ ਵੈਸਟਰਨ, ਉਹ ਅੰਗਰੇਜ਼ੀ ਆਉਣੀ ਚਾਹੀਦੀ ਹੈ, ਅੰਗਰੇਜ਼ੀ ਦੇ ਮਗਰ ਲੱਗ ਗਏ, ਬਸ ਦੂਜੇ ਪਾਸੇ ਤਾਂ ਨਹੀਂ ਆਏ। ਬਿਲਕੁਲ ਅੰਗਰੇਜ਼ੀ ਆਉਣੀ ਚਾਹੀਦੀ, ਬਸ ਇਹੀ ਸੋਚਦੇ ਰਹਿੰਦੇ ਆ। ਖੈਰ ਬਹੁਤ ਸਾਰੀਆਂ ਹੋਰ ਗੱਲਾਂ ਨੇ, ਪਰ ਜਿੱਦਾਂ ਤੁਸੀਂ ਕਿਹਾ ਨਾ, ਮੈਥਮੈਟਿਕਸ ਦਾ ਖਾਸ ਧਿਆਨ ਰੱਖੋ। ਤਾਂ ਟਾਈਮ ਦੇਖਣਾ ਵੀ ਮੈਥਮੈਟਿਕਸ ਚਾਹੁੰਦਾ ਹੈ, ਤੇ ਸਾਡਾ ਟਾਈਮ ਕਹਿੰਦਾ ਕਿ ਹੁਣ ਚੱਲਿਆ ਜਾਏ। ਤੇ ਜਾਣ ਤੋਂ ਪਹਿਲਾਂ ਆਪਾਂ 2 ਲਾਈਨਾਂ ਇਹਨਾਂ ਨਾਲ ਸਾਂਝੀਆਂ ਕਰਾਂਗੇ। ਅਸੀਂ, ਸਾਡੇ ਦਰਸ਼ਕ ਚਾਹੁੰਦੇ ਵੀ ਹੁੰਦੇ ਆ, ਤੇ ਅਸੀਂ ਵੀ ਚਾਹੁੰਦੇ ਹਾਂ। ਉਹ ਇਹ ਹੈ ਕਿ ਯਹੀ ਪੂਜਾ ਯਹੀ ਇਬਾਦਤ, ਯਹੀ ਪੂਜਾ ਯਹੀ इबादत, यही धर्म ईमान ओ बंदे, यही पूजा यही इबादत, यही धर्म ईमान ओ बंदे। हिंदू मुस्लिम बाद में बनना, हिंदू मुस्लिम बाद में बनना, पहले बन इंसान ओ बंदे। इंसानियत सब तो वड्डी चीज़ है। जे असीं इंसान बन गए, सुच्चे सच्चे इंसान बन जाते हैं, तो और हिंदुस्तान की जिहड़ी आ राखी करते हैं, प्यार देने, मुहब्बत देने, तो ये दर्शक साडे नाल हमेशा जुड़े रहणगे। बिल्कुल जी, इंसानियत जिंदाबाद, जिंदगी जिंदाबाद। ਤਾਂ ਫਿਰ ਮਿਲਦੇ ਆ ਆਪਣੇ ਅਗਲੇ ਐਪੀਸੋਡਸ ਦੇ ਵਿੱਚ। ਤਰਕ ਦਲੀਲ ਦੇ ਵਿੱਚ ਨਵੇਂ ਮਸਲੇ ਲੈ ਕੇ ਆਵਾਂਗੇ। ਤੁਸੀਂ ਜੁੜੇ ਰਹੋ ਸਾਡੇ ਇਸ ਪ੍ਰੋਗਰਾਮ ਦੇ ਨਾਲ, ਤਰਕ ਦਲੀਲ ਦੇ ਨਾਲ, ਪੰਜਾਬ ਮੇਲ USA TV ਦੇ ਨਾਲ। ਸਤਿ ਸ਼੍ਰੀ ਅਕਾਲ ਜੀ।